श्री वाहिगुरु साहिब जीओ। कबीर पाटन ते उजर भला, राम भगत जिह ठाए। राम स्नेही बाहरा, जमपुर मेरे भाए। कबीर पाटन ते उजर भला, राम भगत जिह ठाए। राम स्नेही बाहरा, जमपुर मेरे भाए। वाहिगुरु जी का खालसा, वाहिगुरु जी की फतेह। पातुत पावन भगत वत्सल कृपा दे खजाने, हाजरा हजूर जाहरा जहूर, सर्व कला भरपूर। दसां सतगुरां दी आत्मक जोत, दीन दुनिया दे मालको सच्चे पातशाह धन धन साहिब श्री गुरु ग्रंथ साहिब जी महाराज, सच्चे पातशाह जी दी पावन पवित्र बख्शिश रहमत हुई है। पवित्र गुरबाणी पढ़न सुन दा सुभागा समा मिलिया है। इस मनुखा जन्म दे समय नूं सफल करन वास्ते सच्चे पातशाह जी पवित्र गुरबाणी और पवित्र महाराज दी सेवा करन दा, सत संगत करन दा सुभागा समा मिलिया है। सवाओ कुछ समा बैठ करके ब्रह्म ज्ञानी महाराज भगत कबीर साहिब जी महाराज, उन्हां दे पवित्र सलोकां दी कथा चल रही है। आप गुरसिख संगतां हर रोज़ महाराज दे सलोकां दी कथा सुनदे हो। सच्चे पातशाह जी अपने मुखार बिंद तो अकाली बाणी निरंकारी बाणी उचार के इस कलयुगी जीवां दा महाराज उद्धार कर रहे ने। इस करके सत संगत दियां अमुलक घड़ियां च बैठ करके गुरु साहिब सच्चे पातशाह जी दी पवित्र कथा नूं सुनना करिए। महाराज कहंदे सोधत सोधत सुनीए सोए, साध संगत बिन तरियो ना कोए। महाराज पंजवें पातशाह कहंदे ने, मैं कहंदे सोध के ये देखिया है, जानिया है कि सत संगत तो बिना, साधुआं दी संगत तो बिना कोई तर नहीं जे सकिया। इस करके कलयुग के समय विच महाराज ये साडे ते रहमत कर रहे ने। धन गुरु ग्रंथ साहिब सच्चे पातशाह जी दे चरणी बैठण दा समा मिलिया, सुभागा समा मिलिया। आओ दीन दुनिया दे मालक गुरबाणी दे द्वारा की समझाउंदे है। सतगुरु जी की उपदेश बख्शदे है। बैठ करके महाराज की कथा सुनिए।
ਬ੍ਰਹਮ ਗਿਆਨੀ ਮਹਾਰਾਜ ਭਗਤ ਕਬੀਰ ਸਾਹਿਬ ਜੀ। ਸੋ ਮਹਾਰਾਜ ਕਾਂਸ਼ੀ ਵਿੱਚ ਰਹਿੰਦੇ ਨੇ ਤੇ ਉੱਥੇ ਰੱਬੀ ਉਪਦੇਸ਼ ਮਹਾਰਾਜ ਬਖਸ਼ ਕਰ ਰਹੇ ਨੇ। ਕਬੀਰ ਸਾਹਿਬ ਜੀ ਸਾਧ ਸੰਗਤ ਜੀ, ਇੱਕ ਦਿਨ ਮਹਾਰਾਜ ਆਪਣੇ ਸ਼ਹਿਰ ਤੋਂ ਬਾਹਰ ਚਲੇ ਗਏ। ਉੱਥੇ ਜਾ ਕੇ ਜਦੋਂ ਮਹਾਰਾਜ ਨੇ ਵੇਖਿਆ ਬੜਾ ਉੱਥੇ ਨਾਚ ਹੋ ਰਿਹਾ, ਬੜੇ ਰੰਗ ਢੰਗ ਉੱਥੇ ਵਰਤ ਰਹੇ ਨੇ, ਖਾਣ ਪੀਣ ਦਾ ਉੱਥੇ ਸਾਜੋ ਸਮਾਨ ਬੜਾ ਹੈ, ਮੁਜਰੇ ਹੋ ਰਹੇ ਨੇ। ਇਹ ਸਾਰਾ ਕੁਝ ਵੇਖ ਕਰਕੇ ਮਹਾਰਾਜ ਵਿਰਾਗਵਾਨ ਹੋ ਕਰਕੇ ਬਚਨ ਉਚਾਰਿਆ। ਜਿਵੇਂ ਸੁਆਮੀ ਰਾਮਾਨੰਦ ਮਹਾਰਾਜ ਇਹਨਾਂ ਦੇ ਗੁਰੂ ਸਨ, ਜਿਨ੍ਹਾਂ ਦੀ ਬਾਣੀ ਵੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ 'ਚ। ਤੇ ਮੈਨੂੰ ਵਾਰ-ਵਾਰ ਦੱਸਣਾ ਤਾਂ ਪੈਂਦਾ ਵੀ ਬਾਣੀ ਆਉਂਦੀ, ਪਤਾ ਨਹੀਂ ਨਾ ਸਾਨੂੰ। ਤੇ ਹੁਣ ਪਤਾ ਤੇ ਤਾਂ ਲੱਗੇਗਾ ਨਾ ਜੇ 15 ਭਗਤਾਂ ਦੇ ਨਾਮ ਚੇਤੇ ਹੋਣਗੇ ਤੇ ਪਤਾ ਹੋਊਗਾ ਵੀ ਕਿਹੜੇ ਕਿਹੜੇ ਨੇ 15 ਬ੍ਰਹਮ ਗਿਆਨੀ। ਭਗਤ ਰਾਮਾਨੰਦ ਸੁਆਮੀ ਰਾਮਾਨੰਦ ਮਹਾਰਾਜ ਇਹਨਾਂ ਦੇ ਗੁਰੂ ਨੇ। ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਭੰਗ। ਇੱਕ ਹੀ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੁਆਮੀ ਰਾਮਾਨੰਦ ਜੀ ਮਹਾਰਾਜ ਦਾ। ਸੁਆਮੀ ਰਾਮਾਨੰਦ ਜੀ ਮਹਾਰਾਜ ਨੇ ਇੱਕ ਦਿਨ ਚੇਲਿਆਂ ਦੀ ਪਰਖ ਕਰਨ ਵਾਸਤੇ ਨਾ ਸ਼ਹਿਰ ਵਿੱਚ ਭੇਜਿਆ ਵੀ ਜਾਓ, ਸ਼ਹਿਰ ਵਿੱਚ ਜਾਣਾ ਹੈ। ਸੁਆਮੀ ਰਾਮਾਨੰਦ ਜੀ ਨੂੰ ਪਤਾ ਹੈ ਕਿ ਸ਼ਹਿਰ ਵਿੱਚ ਉੱਥੇ ਨਾਚ ਹੁੰਦਾ, ਉੱਥੇ ਵੇਸ਼ਵਾ ਨੱਚਦੀ ਏ, ਮੁਜ਼ਰਾ ਹੁੰਦਾ ਹੈ, ਉੱਥੇ ਸ਼ਰਾਬ ਕਬਾਬ ਸਾਰਾ ਕੁਝ ਚੱਲਦਾ। ਕਹਿੰਦੇ ਰੰਗ ਢੰਗ ਹੁੰਦੇ ਨੇ ਜਿਸ ਪ੍ਰਕਾਰ ਦੁਨੀਆ ਤੇ। ਸੋ ਇਹ ਹਾਲਤ ਨੂੰ ਵੇਖ ਕਰਕੇ ਸੁਆਮੀ ਰਾਮਾਨੰਦ ਜੀ ਨੇ ਭੇਜਿਆ ਕਿ ਜਾਓ, ਸ਼ਹਿਰ ਵਿੱਚ ਜਾਓ। ਤੇ ਗੁਰਮੁਖੋ ਉੱਥੇ ਜਾ ਕੇ ਮਹਾਰਾਜ ਕੀ ਵੇਖਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਵੀ ਮੈਨੂੰ ਤੇ ਉੱਥੇ ਕੁਝ ਨਹੀਂ ਮਿਲਿਆ। ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ। ਇਹਦੀ ਕਥਾ ਹੋ ਚੁੱਕੀ ਹੈ ਪਿੱਛੇ ਸ਼ਲੋਕ ਦੀ, ਪਰ ਉਹਦੇ ਨਾਲ ਮਿਲਦਾ ਜੁਲਦਾ ਸ਼ਲੋਕ ਅੱਜ ਜਿੱਥੋਂ ਕਥਾ ਆਰੰਭ ਹੋਣੀ ਹੈ, ਭਾਈ ਸਾਹਿਬ ਨੇ ਸ਼ਲੋਕ ਦਾ ਪਾਠ ਕੀਤਾ ਹੈ। ਕਬੀਰ ਸਾਹਿਬ ਜੀ ਮਹਾਰਾਜ ਨੂੰ ਜਦੋਂ ਪੁੱਛਿਆ, ਚੇਲਿਆਂ ਨੂੰ ਪੁੱਛਿਆ ਨਾ ਜਦੋਂ ਸੁਆਮੀ ਰਾਮਾਨੰਦ ਜੀ ਨੇ, ਹਾਂ ਵੀ ਆ ਗਏ? ਕਹਿੰਦੇ ਜੀ ਆ ਗਏ। ਕੀ ਵੇਖਿਆ ਉੱਥੇ? ਕਹਿੰਦੇ ਮਹਾਰਾਜ ਆਨੰਦ ਹੈ ਉੱਥੇ, ਤੇ ਮੁਜਰਾ ਹੋ ਰਿਹਾ, ਵੇਸ਼ਵਾ ਨੱਚਦੀ ਏ, ਸ਼ਰਾਬ ਕਬਾਬ ਰੰਗ ਢੰਗ ਹੁੰਦੇ ਐ। ਕਹਿੰਦੇ ਠੀਕ ਹੈ। ਮਹਾਰਾਜ ਕਬੀਰ ਸਾਹਿਬ ਦੀ ਵਾਰੀ ਆ ਗਈ ਜਦੋਂ ਚੇਲੇ ਰੂਪ 'ਚ ਸਨ। ਸੁਆਮੀ ਰਾਮਾਨੰਦ ਜੀ ਪੁੱਛਦੇ ਨੇ, ਕਬੀਰ ਜੀ ਕੀ ਵੇਖਿਆ ਉੱਥੇ? ਕਹਿੰਦੇ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ। ਮੇਰੇ ਭਾ ਦਾ ਉਜਾੜੀ ਐ, ਉੱਥੇ ਮੈਨੂੰ ਕੋਈ ਰਾਮ ਦਾ ਸਨੇਹੀ ਨਹੀਂ ਮਿਲਿਆ, ਰਾਮ ਦਾ ਪਿਆਰਾ, ਪਰਮੇਸ਼ਰ ਦਾ ਪਿਆਰਾ ਨਹੀਂ ਮਿਲਿਆ। ਸੁਆਮੀ ਰਾਮਾਨੰਦ ਜੀ ਜਾਣਗੇ ਕਿ ਪੂਰਨ ਪੁਰਖ ਹੈ। ਇਹਨਾਂ ਨੇ ਆਪਣੀਆਂ ਇੰਦਰੀਆਂ ਤੇ ਉਹ ਸਮਦਮ ਕਰ ਲਿਆ, ਸੰਜਮ ਕਰ ਲਿਆ। ਮਹਾਰਾਜ ਕਹਿੰਦੇ ਨੇ ਕਿ ਤੁਸੀਂ ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਕਹਿੰਦੇ ਉੱਥੇ ਮੈਂ ਤਾਂ ਕੁਝ ਨਹੀਂ ਵੇਖਿਆ ਜੀ। ਮਹਾਰਾਜ ਉੱਥੇ ਤੇ ਮੈਂ ਕੁਝ ਨਹੀਂ ਵੇਖਿਆ, ਮੈਂ ਜੋ ਦੇਖਣਾ ਸੀ ਉਹ ਮੈਨੂੰ ਲੱਭਿਆ ਨਹੀਂ। ਕਹਿੰਦੇ ਕੀ ਵੇਖਣਾ ਚਾਹੁੰਦਾ ਸੀ? ਕਹਿੰਦੇ ਮਹਾਰਾਜ ਰਾਮ ਦਾ ਸਨੇਹੀ ਨਹੀਂ ਮਿਲਿਆ, ਪਰਮੇਸ਼ਰ ਦਾ ਪਿਆਰਾ ਨਹੀਂ ਮਿਲਿਆ, ਤੇ ਮੇਰੇ ਭਾ ਤੇ ਉਜਾੜ ਹੀ ਉਜਾੜ ਹੈ। ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ। ਮੇਰੇ ਭਾ ਦੇ ਉਜਾੜੀ ਹੈ
ਤੇ ਪੂਰਨ ਪੁਰਖ ਦੀ ਨਿਸ਼ਾਨੀ ਹੈ ਇਹ। ਕਿਉਂਕਿ ਬਾਣੀ ਕਹਿੰਦੀ ਏ, ਸੁਖਮਣੀ ਸਾਹਿਬ ਪੜ੍ਹਦੇ ਨਾ, ਪੂਰਨ ਪੁਰਖ ਨਹੀਂ ਡੁਲਾਨੇ। ਪੂਰਾ ਪੁਰਖ ਡੋਲਦਾ ਨਹੀਂ ਹੁੰਦਾ, ਜਿੱਥੇ ਮਰਜੀ ਚਲਿਆ ਜਾਏ ਸਾਧ ਸੰਗਤ ਜੀ। ਸੋ ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ। ਮਹਾਰਾਜ ਕਹਿੰਦੇ ਸੰਤ ਆਪਦਾ ਸੰਤਪੁਣਾ ਨਹੀਂ ਛੱਡਦਾ, ਜਿੱਥੇ ਮਰਜੀ ਚਲਿਆ ਜਾਏ। ਕਹਿੰਦੇ ਸੰਤ ਨਾ ਛਾਡੇ ਸੰਤਈ, ਅਸਲੀ ਸੰਤ ਆਪਦਾ ਸੰਤਪੁਣਾ ਨਹੀਂ ਛੱਡੇਗਾ। ਅਸਲ ਗਿਆਨੀ ਆਪਦਾ ਗਿਆਨਪੁਣਾ ਨਹੀਂ ਛੱਡੇਗਾ। ਅਸਲੀ ਰੱਬ ਦਾ ਪਿਆਰਾ ਉਹ ਭਗਤੀ ਕਰਨ ਨੂੰ ਨਹੀਂ ਹਟੇਗਾ, ਜਿੱਥੇ ਮਰਜੀ ਪਹੁੰਚੇ। ਤੇ ਉਹ ਬਚਨ ਹੁਣ ਸ਼ਲੋਕ ਮਹਾਰਾਜ ਉਹਦੇ ਨਾਲ ਮਿਲਦਾ ਜੁਲਦਾ ਆ ਰਿਹਾ। ਮਹਾਰਾਜ ਕਬੀਰ ਜੀ ਇੱਕ ਸ਼ਹਿਰ ਵਿੱਚ ਚਲੇ ਗਏ, ਉੱਥੇ ਆ ਸਾਰਾ ਕੁਝ ਹੋ ਰਿਹਾ। ਤੇ ਸਾਧ ਸੰਗਤ ਜੀ, ਮਹਾਰਾਜ ਇਹ ਸਭ ਕੁਝ ਵੇਖ ਕਰਕੇ ਸ਼ਲੋਕ ਉਚਾਰਦੇ ਨੇ। ਆ ਗਏ ਆਪਣੇ ਘਰ ਸਾਧ ਸੰਗਤ ਜੀ, ਆਪਣੇ ਘਰ ਆ ਗਏ। ਸ਼ਾਮ ਵੇਲੇ, ਰਾਤ ਵੇਲੇ ਸਤ ਸੰਗਤ ਹੁੰਦੀ ਹੈ। ਰੱਬ ਦੇ ਪਿਆਰੇ ਸਤ ਸੰਗਤ, ਮਹਾਰਾਜ ਦੇ ਭਗਤ ਕਬੀਰ ਸਾਹਿਬ ਦੇ ਪ੍ਰੇਮੀ ਸਿੱਖ ਚੇਲੇ ਆਉਂਦੇ ਨੇ ਸੰਗਤ ਕਰਨ ਵਾਸਤੇ। ਜਿਵੇਂ ਆਪ ਜੀ ਹਾਜ਼ਰੀਆਂ ਭਰਦੇ ਹੋ, ਮਹਾਰਾਜ ਦੇ ਪਾਸ ਸੰਗਤ ਆ ਗਈ। ਕਬੀਰ ਸਾਹਿਬ ਜੀ ਨੂੰ ਪੁੱਛਿਆ, ਇੱਕ ਸਿੱਖ ਨੇ, ਚੇਲੇ ਨੇ, ਪ੍ਰੇਮੀ ਨੇ, ਮਹਾਰਾਜ ਅੱਜ ਆਪ ਜੀ ਕਿੱਧਰ ਤੁਰੇ ਜਾ ਰਹੇ ਸੀ? ਮਹਾਰਾਜ ਕਹਿੰਦੇ ਮੈਂ ਸ਼ਹਿਰ ਗਿਆ ਸੀ। ਉੱਥੇ ਮਹਾਰਾਜ ਕੀ ਵੇਖਿਆ ਉੱਥੇ? ਕਬੀਰ ਸਾਹਿਬ ਜੀ ਨੇ ਫਿਰ ਸਾਧ ਸੰਗਤ ਜੀ ਇਹ ਦੱਸਿਆ, ਮੈਂ ਉੱਥੇ ਕੀ ਵੇਖਿਆ। ਸਾਧ ਸੰਗਤ ਜੀ, ਅੱਖਾਂ ਨਾਲ ਮੈਂ ਕੀ ਵੇਖ ਕੇ ਆਇਆ ਆ, ਇਹ ਸਾਰਾ ਕੁਝ ਵੇਖ ਕਰਕੇ ਸ਼ਲੋਕ ਉਚਾਰਨ ਕਰਦੇ ਨੇ। ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪਾਟਨ ਤੇ ਉਜਰ ਭਲਾ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਭਾਈ ਪ੍ਰੇਮੀਓ, ਪਾਟਨ ਨਾਮ ਹੈ ਸ਼ਹਿਰ ਦਾ। ਭਾਈ ਸ਼ਹਿਰ ਤੋਂ ਤਾਂ ਉਜਾੜ ਹੀ ਭਲਾ ਹੈ, ਜਿੱਥੇ ਕੋਈ ਕੁਝ ਰਹਿੰਦਾ ਨਾ ਹੋਵੇ। ਸਤਿਗੁਰੂ ਜੀ ਕਹਿੰਦੇ, ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਗਿਆ ਸੀ ਸ਼ਹਿਰ, ਉੱਥੇ ਕੀ ਵੇਖਿਆ? ਉੱਥੇ ਵੇਖਿਆ ਮੁਜਰੇ ਹੋ ਰਹੇ ਨੇ, ਵੇਸ਼ਵਾ ਨੱਚਦੀ ਹੈ, ਸ਼ਰਾਬ ਕਬਾਬ ਸਭ ਕੁਝ ਵਰਤ ਰਿਹਾ। ਮਹਾਰਾਜ ਕਹਿੰਦੇ ਮੰਦੇ ਪੁਰਖ ਆ ਕੇ ਵਸਦੇ ਐ। ਇਹ ਸਾਰਾ ਕੁਝ ਹੀ ਹੋ ਰਿਹਾ ਉੱਥੇ। ਇਹ ਸਾਰਾ ਕੁਝ ਵੇਖ ਕਰਕੇ ਕਬੀਰ ਜੀ ਕਹਿੰਦੇ, ਕਬੀਰ ਪਾਟਨ ਤੇ ਉਜਰ ਭਲਾ। ਮਹਾਰਾਜ ਕਹਿੰਦੇ ਭਾਈ ਕਬੀਰ ਪਾਟਨ ਨਾਮ ਸ਼ਹਿਰ ਦਾ, ਪਾਟਨ ਤੇ ਉਜਰ ਭਲਾ। ਮਹਾਰਾਜ ਕਹਿੰਦੇ ਜਿੱਥੇ ਘੁੱਗ ਸ਼ਹਿਰ ਵਸਦਾ ਹੋਵੇ, ਮਹਾਰਾਜ ਕਹਿੰਦੇ ਲੋਕ ਰਹਿੰਦੇ ਹੋਣ, ਉਹਦੇ ਨਾਲੋਂ ਤਾਂ ਭਾਈ ਉਜਾੜੀ ਥਾਂ ਭਲਾ ਹੈ, ਜਿੱਥੇ ਕੋਈ ਰਹਿੰਦਾ ਨਾ ਹੋਵੇ। ਰਾਮ ਭਗਤ ਜਿਹ ਠਾਏ। ਉਹ ਮਹਾਰਾਜ ਕਹਿੰਦੇ ਉਜਾੜ ਵਾਲਾ ਥਾਂ ਹੀ ਚੰਗਾ ਏ, ਜਿੱਥੇ ਵਾਹਿਗੁਰੂ ਦੇ ਪਿਆਰੇ ਰਹਿੰਦੇ ਹੋਣ। ਰਾਮ ਭਗਤ ਜਿਹ ਠਾਏ, ਜਿੱਥੇ ਨਿਰੰਕਾਰ ਵਾਹਿਗੁਰੂ ਦੇ ਭਗਤ ਰਹਿੰਦੇ ਹੋਣ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜੀ ਥਾਂ ਭਾਈ ਚੰਗੀ ਹੈ। ਇਹੋ ਜਿਹੇ ਘੁੱਗ ਸ਼ਹਿਰ ਵਸਣ ਨਾਲੋਂ ਤਾਂ ਉਜਾੜ ਹੀ ਚੰਗਾ ਏ। ਇਉਂ ਕਰਕੇ ਮਹਾਰਾਜ ਜੀ ਦੱਸਦੇ ਹਨ, ਰਾਮ ਸਨੇਹੀ ਬਾਹਰਾ। ਦੀਨ ਦੁਨੀਆ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਰਾਮ ਦਾ ਸਨੇਹੀ ਹੈ, ਸਨੇਹੀ ਭਾਵ ਪਿਆਰਾ ਹੈ, ਉਹ ਜੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਹੈ, ਉਹਦੇ ਤੋਂ ਜਿਹੜਾ ਬਾਹਰ ਹੈ, ਉਹਦੇ ਤੋਂ ਬਿਨਾਂ ਏ। ਜਮਪੁਰ ਮੇਰੇ ਭਾਏ। ਭਾਏ ਮੇਰੇ ਭਾ ਦਾ ਤਾਂ ਜਮਪੁਰੀ ਹੈ, ਉਹ ਸ਼ਹਿਰ ਉਹ ਨਗਰ ਜਮਪੁਰੀ ਹੈ। ਮਹਾਰਾਜ ਕਹਿੰਦੇ ਜਮਾਂ ਦਾ ਘਰ ਹੀ ਹੈ, ਜਿੱਥੇ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਦਾ ਪਿਆਰਾ ਨਹੀਂ ਰਹਿੰਦਾ। ਇਸ ਕਰਕੇ ਇਉਂ ਮਹਾਰਾਜ ਜੀ ਸਮਝਾਉਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਉਹ ਜਿਹੜਾ ਨਗਰ ਹੈ ਮਹਾਰਾਜ ਕਹਿੰਦੇ ਉਜਾੜੀ ਹੈ ਭਾਈ। ਇਉਂ ਪੰਜਵੇਂ ਸੁਆਮੀ ਜੀ 105 ਅੰਗ ਤੇ ਬਚਨ ਕਰਦੇ ਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਧ ਸੰਗਤ ਜੀ ਪਰਮੇਸ਼ਰ ਜੀ ਦੇ ਨਾਮ ਦੀ ਵਡਿਆਈ ਕਰਦੇ ਹੋਏ ਕਹਿੰਦੇ ਐ, ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਕਰਦੇ ਹੋਏ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਨਾ ਵਸਦਾ,
ਜਿਸ ਨਗਰ ਵਿੱਚ ਭਾਈ ਨਾਮ ਨਹੀਂ ਜਪਿਆ ਜਾਂਦਾ ਉਹ ਤੇ ਉਜਾੜ ਹੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਹਨ, ਰਾਮ ਸਨੇਹੀ ਬਾਹਰਾ। ਮਹਾਰਾਜ ਕਹਿੰਦੇ ਭਾਈ ਪ੍ਰੇਮੀਓ, ਮੈਂ ਸ਼ਹਿਰ ਤਾਂ ਗਿਆ ਸੀ, ਹੀ ਵੇਖਿਆ ਉੱਥੇ ਮੈਨੂੰ ਰਾਮ ਦਾ ਕੋਈ ਪਿਆਰਾ ਸਤਸੰਗੀ ਨਹੀਂ ਮਿਲਿਆ। ਇਸੇ ਕਰਕੇ ਉਹਨਾਂ ਤੋਂ ਬਿਨਾਂ ਤਾਂ ਭਾਈ ਜੰਮਪੁਰ ਮੇਰੇ ਭਾਏ। ਸਤਿਗੁਰੂ ਜੀ ਕਹਿੰਦੇ ਭਾਵੇਂ ਘੁੱਗ ਸ਼ਹਿਰ ਵਸਦਾ ਹੋਵੇ, ਬੜਾ ਚਹਿਲ ਪਹਿਲ ਹੋਵੇ, ਬੜੇ ਰੰਗ ਢੰਗ ਹੋਣ, ਪਰ ਮੇਰੇ ਭਾਦ ਤਾਂ ਜੰਮਪੁਰੀ ਹੈ। ਸਤਿਗੁਰੂ ਜੀ ਕਹਿੰਦੇ ਜੰਮਪੁਰੀ ਇਹ ਭਾਈ ਜਿਹੜੇ ਕਮਾਦਿਕ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਜੰਮ ਦੀ ਨਿਆਈ ਹੈ, ਮਹਾਰਾਜ ਕਹਿੰਦੇ ਉਹ ਜਮਾਂ ਦਾ ਥਾਂ ਹੈ। ਉੱਥੇ ਜਾ ਕੇ ਤੇ ਵਿਕਾਰਾਂ ਦੇ ਵਸ ਪਈਦਾ। ਸਤਿਗੁਰੂ ਜੀ ਕਹਿੰਦੇ ਭਾਈ ਉਹ ਥਾਂ ਤੇ ਜਾ ਕੇ ਤਾਂ ਜਮਾਂ ਦੇ ਵਾਸੀ ਭਾਵ ਵਿਕਾਰਾਂ ਦੇ ਵਾਸੀ ਪਈਦਾ ਆ। ਗੁਰਬਾਣੀ ਸੰਪਰਦਾ ਦੇ ਵਿੱਚ ਜੰਮ ਦੇ ਦੋ ਅਰਥ ਕੀਤੇ ਜਾਂਦੇ। ਇੱਕ ਤੇ ਜੰਮ ਦੂਰ ਜਿਹੜੇ ਲੈਣ ਵਾਸਤੇ ਆਉਂਦੇ ਆ, ਮੌਤ ਆਉਂਦੀ ਹੈ। ਇੱਕ ਜੰਮ ਦਾ ਭਾਵ ਹੈ ਵਿਸ਼ੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਮਨੁੱਖ ਦੇ ਅੰਦਰ ਜੰਮ ਕੇ ਬੈਠੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਸ਼ਹਿਰ ਤਾਂ ਜਿਹੜਾ ਸ਼ਹਿਰ ਹੈ ਨਾ, ਉਹ ਮਹਾਰਾਜ ਕਹਿੰਦੇ ਉਹ ਤੇ ਵਿਕਾਰਾਂ ਦਾ ਜੰਮਪੁਰੀ ਹੈ। ਕਬੀਰ ਗੰਗ ਜਮਨ ਕੇ ਅੰਤਰੇ। ਸਾਧ ਸੰਗਤ ਜੀ ਇੱਥੇ ਕਬੀਰ ਸਾਹਿਬ ਜੀ ਆਪਣੀ ਅਵਸਥਾ ਦੱਸਣਗੇ। ਜਦੋਂ ਨਾਮ ਦਾ ਅਭਿਆਸ ਕਰਕੇ ਜਿਹੜਾ ਅਭਿਆਸੀ ਹੈ, ਸਾਧ ਸੰਗਤ ਜੀ ਬ੍ਰਹਮ ਗਿਆਨੀ ਕੋਈ ਮਹਾਤਮਾ ਆ, ਉਹ ਕਿਸ ਅਵਸਥਾ ਤੇ ਪਹੁੰਚਦਾ, ਉਹ ਅਵਸਥਾ ਦਾ ਇੱਥੇ ਹੁਣ ਮਹਾਰਾਜ ਬਿਆਨ ਕਰਨਗੇ। ਕਬੀਰ ਸਾਹਿਬ ਜੀ ਨੂੰ ਪ੍ਰੇਮੀ ਪੁੱਛਦੇ ਆ, ਮਹਾਰਾਜ ਹੁਣ ਆਪ ਜੀ ਦੀ ਅਵਸਥਾ ਕੀ ਹੈ, ਆਪ ਦੀ ਪਦਵੀ ਕੀ, ਆਪ ਕਿਸ ਮੰਜ਼ਿਲ ਤੇ ਪਹੁੰਚੇ ਹੋ। ਉਹ ਸਾਧ ਸੰਗਤ ਜੀ ਉਹਨਾਂ ਦੀ ਬੇਨਤੀ ਸੁਣ ਕਰਕੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਸ਼ਲੋਕ ਉਚਾਰਦੇ ਹਨ। ਕਬੀਰ ਗੰਗ ਜਮਨ ਕੇ ਅੰਤਰੇ। ਮਹਾਰਾਜ ਕਹਿੰਦੇ ਜਿਵੇਂ ਪ੍ਰਤੱਖ ਗੰਗਾ ਵਸਦੀ ਏ, ਦੇਖੋ ਭਾਰਤ ਦੀ ਧਰਤੀ ਤੇ ਗੰਗਾ ਵੀ ਹੈ, ਜਮਨਾ ਤੇ ਸਰਸਵਤੀ। ਸਾਧ ਸੰਗਤ ਜੀ ਇਹ ਤਿੰਨ ਨਦੀਆਂ ਇੱਥੇ ਭਾਰਤ ਦੀ ਜੋ ਧਰਤੀ ਹੈ ਇਸ ਤੇ ਰਹਿੰਦੀਆਂ ਨੇ, ਵਸਦੀਆਂ ਨੇ, ਪਾਣੀ ਵਗਦਾ ਹੈ। ਸੋ ਮਹਾਰਾਜ ਉਹ ਪ੍ਰਤੱਖ ਨਦੀ ਦਾ ਪ੍ਰਮਾਣ ਦਿੰਦੇ ਹੋਏ ਕਹਿੰਦੇ ਗੰਗ ਜਮਨ ਕੇ ਅੰਤਰੇ। ਜਿੱਥੇ ਪ੍ਰਤੱਖ ਗੰਗਾ ਜਮਨਾ ਤੇ ਸਰਸਵਤੀ ਨਦੀਆਂ ਦੇ ਅੰਦਰ ਸਹਿਜ ਸੁਨ ਕੇ ਘਾਟ। ਉਹਦੇ ਵਿਚਾਲੇ ਨਾ ਇੱਕ ਸਾਧ ਸੰਗਤ ਜੀ ਸਹਿਜ ਸੁਨ ਕੇ ਘਾਟ। ਮਹਾਰਾਜ ਕਹਿੰਦੇ ਉੱਥੇ ਇੱਕ ਅਸਥਾਨ ਹੈ। ਉਹ ਸਾਧ ਸੰਗਤ ਜੀ ਜਿੱਥੇ ਤਿੰਨਾਂ ਨਦੀਆਂ ਦਾ ਸੰਗਮ ਹੁੰਦਾ ਨਾ, ਗੰਗਾ ਜਮਨਾ ਤੇ ਸਰਸਵਤੀ ਦਾ, ਉਹ ਤਿੰਨਾਂ ਸਾਧ ਸੰਗਤ ਜੀ ਨਦੀਆਂ ਦਾ ਜਿੱਥੇ ਹੁੰਦਾ ਆ, ਸੰਗਮ ਹੁੰਦਾ ਆ, ਉੱਥੇ ਸਾਧ ਸੰਗਤ ਜੀ ਉਸ ਅਸਥਾਨ ਨੂੰ ਸਹਿਜ ਘਾਟ ਆਖਿਆ ਆ। ਕਹਿੰਦੇ ਨੇ ਮਹਾਰਾਜ ਕਹਿੰਦੇ ਉੱਥੇ ਬੇਦਨਾਮੇ ਅਸਥਾਨ ਦਾ ਉੱਥੇ ਅਸਥਾਨ ਹੈ, ਸਹਿਜ ਘਾਟ ਹੈ, ਜਿੱਥੇ ਸਹਿਜ ਹੀ ਸਹਿਜ ਉੱਥੇ ਤੇ ਕਹਿੰਦੇ। ਇਸ ਕਰਕੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੱਸਦੇ ਨੇ, ਤਾਹਾ ਕਬੀਰੈ ਮਟ ਕੀਆ। ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਉੱਥੇ ਮੈਂ ਆਪਣੇ ਮਨ ਦਾ ਮਟ ਕੀਆ। ਮਟ ਨਾਮ ਹੈ ਅਸਥਾਨ ਦਾ, ਉੱਥੇ ਭਾਈ ਮੇਰਾ ਮਟ ਹੈ। ਇਉਂ ਦੱਸਦੇ ਹਨ, ਖੋਜਤ ਮਨ ਜਨ ਬਾਟ। ਬਾਟ ਜਿਸ ਰਸਤੇ ਨੂੰ ਭਾਈ ਮੁਨੀ ਜਨ ਖੋਜਦੇ ਫਿਰਦੇ ਐ, ਮੈਂ ਹੁਣ ਉਸ ਸਥਾਨ ਤੇ ਰਹਿਣਾ ਹਾਂ। ਹੁਣ ਦੂਜਾ ਅਰਥ ਕਰਕੇ ਦੱਸਦੇ ਹਾਂ, ਕਬੀਰ ਗੰਗ ਜਮਨ ਕੇ ਅੰਤਰੇ। ਸਾਧ ਸੰਗਤ ਜੀ ਮਹਾਰਾਜ ਇੱਥੇ ਅੰਤਰੀਵ ਅਰਥ ਕਰਨਗੇ, ਇਹ ਅੰਦਰ ਦੀ ਮਨ ਦੀ ਗੱਲ ਕਰਨਗੇ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਿਸੇ ਪ੍ਰੇਮੀ ਨੇ ਪੁੱਛਿਆ, ਮਹਾਰਾਜ ਆਪ ਹੁਣ ਕਿਸ ਅਵਸਥਾ ਵਿੱਚ ਰਹਿੰਦੇ ਹੋ? ਆਪ ਜੀ ਨੂੰ ਤਾਂ ਬ੍ਰਹਮ ਦਾ ਗਿਆਨ ਹੈ, ਆਪ ਤੇ ਬ੍ਰਹਮ ਗਿਆਨੀ ਹੋ, ਨਿਬੜੇ ਹੋ, ਆਪ ਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਹੀ ਨਹੀਂ ਹੈ, ਆਪਣੀ ਅਵਸਥਾ ਬਾਰੇ ਦੱਸੋਗੇ? ਉਸ ਵੇਲੇ ਉਹਨਾਂ ਦਾ ਬਚਨ ਸੁਣ ਕੇ ਮਹਾਰਾਜ ਜੀ ਦੱਸਦੇ ਹਨ, ਕਬੀਰ ਗੰਗ ਜਮਨ ਕੇ ਅੰਤਰੇ। ਜਿਹੜੀ ਭਾਈ ਗੰਗਾ ਜਲ ਦੀ ਨਿਆਈ ਭਗਤੀ ਹੈ। ਦੇਖੋ ਭਗਤੀ ਗੰਗਾ ਜਲ ਦੀ ਨਹੀਂ, ਜਿਵੇਂ ਗੰਗਾ ਦਾ ਜਲ ਪਵਿੱਤਰ ਕਰ ਦਿੰਦਾ ਨਾ, ਹਿੰਦੂ ਵੀਰ ਨਹਾਉਂਦੇ ਆ ਉੱਥੇ ਜਾ ਕੇ, ਕਹਿੰਦੇ ਆ ਜੀ ਗੰਗਾ ਦਾ ਜਲ ਬਹੁਤਾ ਹੀ ਪਵਿੱਤਰ ਹੈ। ਮਹਾਰਾਜ ਕਹਿੰਦੇ ਨੇ ਉਹ ਜਿਹੜਾ ਗੰਗਾ ਦਾ ਜਲ ਹੈ ਉਹ ਭਗਤੀ ਹੈ ਸਾਡੇ ਵਾਸਤੇ। ਸਾਡੇ ਵਾਸਤੇ ਪਰਮੇਸ਼ਰ ਦਾ ਨਾਮ ਹੀ ਗੰਗਾ ਦਾ ਜਲ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਜਿਵੇਂ ਮਹਾਰਾਜ ਕਹਿੰਦੇ ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ
ਅੰਤਰਗਤ ਤੀਰਥ ਮਲ ਨਹਾਓ। ਅੰਦਰ ਜੋ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਨਾ, ਬਾਣੀ ਪੜ੍ਹਨੀ, ਇਹ ਕੀ ਹੈ? ਇਹ ਨਹਾਉਣਾ ਹੈ। ਇਹ ਅਸਲ ਨਹਾਉਣਾ। ਮਹਾਰਾਜ ਕਹਿੰਦੇ ਪੂਜੋ ਰਾਮ ਏਕਿ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਸਤਿਗੁਰੂ ਦੀ ਭਗਤੀ ਰੂਪੀ ਸੇਵਾ ਕਰਨੀ ਹੀ ਸੱਚਾ ਨਹਾਉਣਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਮਹਾਰਾਜ ਜੀ ਕਹਿੰਦੇ, ਗੰਗ ਜਮਨ ਕੇ ਅੰਤਰੇ ਭਾਈ, ਜੋ ਭਗਤੀ ਰੂਪੀ ਗੰਗਾ ਹੈ, ਗੰਗਾ ਦੀ ਨਿਆਈ ਭਗਤੀ ਹੈ, ਔਰ ਜਮਨਾ ਦੀ ਨਿਆਈ ਕਰਮ ਕਥਾ ਹੈ, ਜਿਹੜੀ ਅਸੀਂ ਕਥਾ ਕਰਦੇ ਹਾਂ। ਸਾਧ ਸੰਗਤ ਜੀ ਆਖਦੇ ਹਨ, ਸਹਿਜ ਸੁਨ ਕੇ ਘਾਟ। ਮਹਾਰਾਜ ਕਹਿੰਦੇ ਔਰ ਕਰਮ ਜਿਹੜੀ ਕਥਾ ਹੈ ਇਹ ਜਮਨਾ ਦੀ ਨਿਆਈ ਹੈ, ਭਗਤੀ ਹੈ ਜਿਹੜੀ ਹੈ ਉਹ ਗੰਗਾ ਦੀ ਨਿਆਈ ਹੈ, ਔਰ ਸਵਾਸਤੀ ਦੀ ਨਿਆਈ ਹੈ ਗਿਆਨ। ਮਹਾਰਾਜ ਕਹਿੰਦੇ ਭਾਈ ਸਹਿਜ ਸੰਪਰਦਾ ਦੇ ਵਿੱਚ ਸਹਿਜ ਦੇ ਦੋ ਅਰਥ ਕੀਤੇ ਜਾਂਦੇ ਆ, ਸਹਿਜ ਨਾਮ ਸ਼ਾਂਤੀ ਦਾ ਤੇ ਸਹਿਜ ਨਾਮ ਗਿਆਨ ਦਾ। ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸਹਿਜ ਲਫ਼ਜ਼ ਆਉਂਦਾ ਹੈ, ਤੇ ਜਦੋਂ ਸੰਪਰਦਾ 'ਚ ਪੜ੍ਹਾਈ ਕੀਤੀ ਜਾਂਦੀ ਹੈ ਉਦੋਂ ਗੁਰਮੁਖੋ ਸਹਿਜ ਦੇ ਦੋ ਅਰਥ ਕੀਤੇ ਜਾਂਦੇ ਆ ਤੇ ਹੁੰਦੇ ਹੈ, ਮੰਨੇ ਵੀ ਜਾਂਦੇ ਆ, ਸਹਿਜ ਨਾਮ ਗਿਆਨ ਦਾ ਤੇ ਸਹਿਜ ਨਾਮ ਸ਼ਾਂਤੀ ਦਾ। ਸੋ ਮਹਾਰਾਜ ਇੱਥੇ ਸਹਿਜ ਲਫ਼ਜ਼ ਗਿਆਨ ਵਾਸਤੇ ਵਰਤ ਰਹੇ ਨੇ। ਸਤਿਗੁਰੂ ਜੀ ਕਹਿੰਦੇ ਜਿਹੜੀ ਸਰਸਵਤੀ ਨਦੀ ਦੀ ਨਿਆਈ ਗਿਆਨ ਰੂਪੀ ਅਸਥਾਨ ਹੈ, ਉਹ ਘਾਟ, ਉਹ ਥਾਂ, ਉੱਥੇ ਅਸੀਂ ਰਹਿੰਦੇ ਹਾਂ। ਸਾਡਾ ਜਿਵੇਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸਾਡਾ ਧਿਆਨ ਤੇ ਭਾਈ ਬ੍ਰਹਮ ਜੀ ਰਹਿੰਦਾ ਆ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਸੋ ਗੁਰੂ ਸਾਹਿਬ ਕਹਿੰਦੇ ਸਾਡਾ ਭਾਈ ਜਿਹੜਾ ਘਰ ਹੈ ਨਾ, ਮਨ ਰੂਪੀ ਘਰ ਹੈ, ਉਹ ਭਾਈ ਆਨੰਦ 'ਚ ਹੀ ਰਹਿੰਦਾ ਆ। ਸੋ ਮਹਾਰਾਜ ਜੀ ਕਹਿੰਦੇ ਫਿਰ ਧਿਆਨ ਦੇ ਕੇ ਸੁਣੋ, ਗੰਗਾ ਦੀ ਨਿਆਈ ਭਗਤੀ ਹੈ, ਜਮਨਾ ਦੀ ਨਿਆਈ ਕਰਮ ਕਥਾ ਹੈ, ਔਰ ਸਰਸਵਤੀ ਦੀ ਨਿਆਈ ਗਿਆਨ ਹੈ। ਤਿੰਨਾਂ ਨਦੀਆਂ ਦਾ ਜਿੱਥੇ ਸੰਗਮ ਹੁੰਦਾ ਉਹਨੂੰ ਘਾਟ ਆਖੇ ਆ, ਸੁਣ ਕੇ ਘਾਟ। ਮਹਾਰਾਜ ਜੀ ਕਹਿੰਦੇ ਅਸੀਂ ਸੁਣ ਰਹਿੰਦੇ ਹਾਂ। ਸੁਣ ਦਾ ਕੀ ਭਾਵ ਹੁੰਦਾ ਆ? ਜਿੱਥੇ ਕੋਈ ਸੰਕਲਪ ਵਿਕਲਪ ਨਾ ਹੋਵੇ। ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ, ਆਪਾਂ ਪੜ੍ਹਦੇ ਹਾਂ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ, ਸੱਚੇ ਪਾਤਸ਼ਾਹ ਜੀ 20ਵੀਂ ਅਸ਼ਟਪਦੀ ਤੇ ਬਚਨ ਕਰਦੇ ਆ। ਸਾਧ ਸੰਗਤ ਜੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉੱਥੇ ਸੁਨ ਸਮਾਧੀ ਦੀ ਗੱਲ ਕੀਤੀ ਹੈ। ਜਿੱਥੇ ਸੁਨ ਸਮਾਧੀ ਹੁੰਦੀ ਹੈ ਗੁਰਮੁਖੋ ਤੇ ਕੋਈ ਉਹ ਸੰਕਲਪ ਵਿਕਲਪ ਨਹੀਂ ਹੁੰਦਾ। ਉੱਥੇ ਕੋਈ ਨਾ ਭੁੱਖੇ ਨਾ ਤੇ ਹੈ ਨਾ ਪਤੀ ਨਹੀਂ, ਸਮੇਂ ਦਾ ਪਤਾ ਨਹੀਂ ਹੁੰਦਾ ਉੱਥੇ। ਸਾਧ ਸੰਗਤ ਜੀ ਬ੍ਰਹਮ ਗਿਆਨੀਆਂ ਦਾ ਲੱਛਣ ਮਹਾਰਾਜ ਨੇ ਦੱਸਿਆ। ਸੋ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ ਸਾਧ ਸੰਗਤ ਜੀ ਔਰ ਬਾਬਾ ਮੋਹਨ ਜੀ ਵਰਗੇ ਜਿਹੜੇ ਮਹਾਰਾਜ ਦੇ ਸਾਹਿਬਜ਼ਾਦੇ ਹੈ, ਧੰਨ ਗੁਰੂ ਅਮਰਦਾਸ ਪਿਤਾ ਜੀ ਦੇ, ਉਹ ਸੁੰਨ ਅਵਸਥਾ 'ਚ ਪਹੁੰਚੇ ਹੋਏ ਮਹਾਂਪੁਰਖ ਸਨ। ਸਾਧ ਸੰਗਤ ਜੀ ਸੁੰਨ ਅਵਸਥਾ ਵਿੱਚ ਉੱਥੇ ਭੁੱਖ ਤੇ ਧੁੱਪ ਤੇ ਛਾਂ ਤੇ ਗੁਰਮੁਖੋ ਠੰਡ ਤੇ ਗਰਮੀ ਉਹ ਨਹੀਂ ਉੱਥੇ ਵਿਆਪਦੀ। ਜਿਵੇਂ ਗੁਰੂ ਦੇਵ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ। ਇੱਥੇ ਸੁਨ ਸਮਾਧੀ ਦੀ ਗੱਲ ਕਰਦੇ ਨੇ ਗੁਰਮੁਖੋ। ਇਹ ਬ੍ਰਹਮ ਗਿਆਨੀਆਂ ਦਾ ਲੱਛਣ ਹੈ। ਸੋ ਕਬੀਰ ਜੀ ਮਹਾਰਾਜ ਆਪਣੀ ਅਵਸਥਾ ਦੱਸਦੇ ਹੋਏ ਬਚਨ ਕਰਦੇ ਹਨ, ਸਹਿਜ ਸੁਨ ਕੇ ਘਾਟ। ਮਹਾਰਾਜ ਕਹਿੰਦੇ ਸਹਿਜ ਨਾਮ ਗਿਆਨ ਦਾ ਹੈ। ਸਾਡਾ ਮਨ ਤੇ ਭਾਈ ਗਿਆਨ 'ਚ ਹੀ ਲੀਨ ਰਹਿੰਦਾ ਆ, ਬ੍ਰਹਮ ਗਿਆਨ 'ਚ ਹੀ ਲੀਨ ਰਹਿੰਦਾ ਆ। ਸੁਨ, ਉੱਥੇ ਅਸੀਂ ਸੁਨ ਅਵਸਥਾ ਵਿੱਚ ਹੈ। ਨਾ ਸਾਨੂੰ ਕੋਈ ਖੁਸ਼ੀ ਹੈ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਮਹਾਰਾਜ ਕਹਿੰਦੇ ਐ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਗੈ। ਆਮ ਬੰਦਾ ਜਗਿਆਸੂ ਵੀ ਹਜੇ ਨਿੰਦਿਆ ਕਰ ਦੂ, ਜਿਹੜਾ ਸਤ ਸੰਗੀ ਹੈ ਨਾ ਉਹ ਵੀ ਕਿਤੇ ਨਾ ਕਿਤੇ ਉਸਤਤੀ ਨਿੰਦਿਆ ਕਰ ਹੀ ਦਊਗਾ, ਪਰ ਗੁਰਮੁਖੋ ਜਿਹੜਾ ਸੰਤ ਸਾਧ ਬ੍ਰਹਮ ਗਿਆਨੀ ਹੁੰਦਾ ਨਾ ਉਹ ਨਹੀਂ ਕਰਦਾ। ਉਹ ਲੱਛਣ ਮਹਾਰਾਜ ਜੀ ਦੱਸਦੇ ਐ। ਸੱਚੇ ਬਾਦਸ਼ਾਹ ਜੀ ਕਹਿੰਦੇ ਭਾਈ ਮਹਾਰਾਜ ਕਹਿੰਦੇ ਉਸਤਤ ਨਿੰਦਾ ਨਾਹੇ ਜਿਹੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ ਦੇ ਘਟ ਬ੍ਰਹਮ ਨਿਵਾਸ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਓ ਦੱਸਦੇ ਨੇ ਆਪਣੇ ਪਵਿੱਤਰ ਗੁਰਬਾਣੀ ਵਿੱਚ ਬਚਨਾਂ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਭਾਈ ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ।
ਹਰ ਇੱਕ ਸੋਗ ਤੇ ਰਹਿ ਨਿਆਰੋ, ਨਿਆਰੇ ਰਹਿੰਦੇ ਐ, ਨਾਹੇ ਮਾਨ ਅਪਮਾਨਾ, ਸੱਚੇ ਪਾਤਸ਼ਾਹ ਕਹਿੰਦੇ ਐ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੇ, ਨਾਹਨ ਤਿਹ ਘਾਟ ਬ੍ਰਹਮ ਨੇ ਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਜ਼ੂਰ ਗੁਰੂਦੇਵ ਕਹਿੰਦੇ ਭਾਈ, ਇਹ ਬ੍ਰਹਮ ਗਿਆਨੀ ਦਾ ਲੱਛਣ ਦੱਸਦੇ ਹੋਏ ਬਚਨ ਕਰਦੇ ਐ। ਜਿੱਥੇ ਸੁੰਨ ਹੁੰਦਾ ਆ, ਸੁੰਨ, ਅੱਛਾ ਡਾਕਟਰ ਜਦੋਂ ਇਲਾਜ ਕਰਦੇ ਆ ਨਾ, ਉਹ ਟੀਕਾ ਲਾ ਦਿੰਦੇ ਨੇ, ਲਾਉਂਦੇ ਆ ਨਾ, ਤੇ ਸਾਧ ਸੰਗਤ ਜੀ ਟੀਕਾ ਲਾਦਾ ਨਾ, ਲੈ ਫਿਰ ਵੇਖੋ ਭਾਵੇਂ ਉਹ ਕੈਂਚੀ ਨਾ ਵੱਢੀ ਜਾਣ, ਭਾਵੇਂ ਟੁੱਕੀ ਜਾਣ, ਹੁੰਦਾ ਦਰਦ ਕਿਤੇ ਨਹੀਂ ਨਾ ਹੁੰਦਾ। ਬਸ ਉਹ ਅਵਸਥਾ ਸੁੰਨ ਦੀ ਹੈ। ਜਿੱਥੇ ਗੁਰਮੁਖੋ ਅਵਸਥਾ ਮਨ ਸੁੰਨ ਚ, ਸਾਡਾ ਮਨ ਤੇ ਹਜੇ ਪੰਜ ਬਾਣੀਆਂ ਚ ਲੀਨ ਨਹੀਂ ਹੋਇਆ, ਇੱਥੇ ਸੁੰਨ ਅਵਸਥਾ ਕਿੱਥੇ ਪਹੁੰਚੇਗੀ। ਗੁਰਮੁਖੋ ਪਹਿਲਾਂ ਭਗਤੀ, ਕਰਮ ਕਥਾ, ਫਿਰ ਗਿਆਨ, ਫਿਰ ਕਿਤੇ ਮੰਜ਼ਲਾਂ ਇਹ ਪ੍ਰਾਪਤ ਹੁੰਦੀਆਂ ਨੇ। ਤੇ ਕਬੀਰ ਸਾਹਿਬ ਜੀ ਮਹਾਰਾਜ ਬ੍ਰਹਮ ਗਿਆਨੀ ਹੈ, ਆਪਣੀ ਅਵਸਥਾ ਦੱਸਦੇ ਹੋਏ ਬਚਨ ਕਰਦੇ ਐ। ਅਸੀਂ ਕਹਿੰਦੇ ਸੁੰਨ ਅਵਸਥਾ ਘਾਟੀ, ਸੁੰਨ ਘਾਟੀ 'ਚ ਹੀ ਰਹਿੰਦੇ ਆ। ਮਹਾਰਾਜ ਕਹਿੰਦੇ ਸੁੰਨ ਦੀ ਉਹ ਘਾਟੀ 'ਚ ਰਹਿੰਦੇ ਆ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ ਹੈ, ਜਿੱਥੇ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਜੇ, ਜਿੱਥੇ ਨਿਆਰਾ ਹੀ ਹੈ, ਸਭ ਕੁਝ ਤੋਂ ਨਿਆਰੇ ਆ। ਮਹਾਰਾਜ ਇਉਂ ਸਮਝਾਉਂਦੇ ਨੇ, ਸੱਚੇ ਪਾਤਸ਼ਾਹ ਦੱਸਦੇ ਹਨ, ਤਹਾ ਕਬੀਰੈ ਮਟ ਕੀਆ। ਕਬੀਰ ਨੇ ਤਾਂ ਉੱਥੇ ਮਟ ਕੀਆ, ਮਟ ਨਾਮ ਅਸਥਾਨ ਦਾ, ਉਹ ਅਸਥਾਨ ਤੇ ਕਬੀਰ ਕਹਿੰਦਾ ਮੈਂ ਰਹਿੰਦਾ ਹਾਂ। ਖੋਜਤ ਮਨ ਜਨ ਬਾਟ, ਬਾਟ ਜਿਸ ਰਸਤੇ ਨੂੰ, ਜਿਸ ਥਾਂ ਨੂੰ, ਖੋਜਤ ਮਨ ਜਨ, ਮੁਨੀ ਜਨ ਲੱਭਦੇ ਫਿਰਦੇ ਐ। ਮਹਾਰਾਜ ਕਹਿੰਦੇ ਜਿਸ ਥਾਂ ਨੂੰ, ਜਿਸ ਸੁੰਨ ਅਵਸਥਾ ਨੂੰ, ਜਿਸ ਬ੍ਰਹਮ ਦੇ ਗਿਆਨ ਨੂੰ ਮੁਨੀ ਜਨ ਲੱਭਦੇ ਫਿਰਦੇ ਨੇ, ਜਿਸ ਰਸ ਨੂੰ ਉਹ ਲੱਭਦੇ ਫਿਰਦੇ ਐ, ਉਹ ਕਬੀਰ ਸਾਹਿਬ ਜੀ ਨੇ ਉਹ ਥਾਂ ਕਹਿੰਦੇ ਪਾ ਲਿਆ। ਕਬੀਰ ਜੈਸੀ ਉਪਜੀ ਪੇੜ ਤੇ, ਇੱਕ ਵਾਰ ਫੇਰ ਪੜ੍ਹ ਦੋ। ਕਬੀਰ ਗੰਗ ਜਮਨ ਕੇ ਅੰਤਰੇ। ਹੁਣ ਸਾਧ ਸੰਗਤ ਜੀ ਤੀਜਾ ਅਰਥ ਕਰਕੇ ਦੱਸਦੇ ਆ। ਕਬੀਰ ਸਾਹਿਬ ਜੀ ਮਹਾਰਾਜ ਨੂੰ ਫਿਰ ਸਵਾਲ ਹੋਇਆ, ਮਹਾਰਾਜ ਆਪ ਤਾਂ ਤੁਸੀਂ ਜੋਗੀ ਹੋ, ਕਿਉਂਕਿ ਬ੍ਰਹਮ ਗਿਆਨੀ ਜੋਗੀ ਵੀ ਹੈ, ਯੋਗਾ ਅਭਿਆਸ ਕਰਨ ਵਾਲੇ, ਜਿਹੜੇ ਯੋਗਾ ਅਭਿਆਸ ਨਾ ਬਹੁਤ ਮਹਾਤਮਾ ਕਰਦੇ ਨੇ। ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਯੋਗਾ ਅਭਿਆਸ ਕਰਿਆ ਕਰਦੇ ਸਨ। ਸੋ ਗੁਰਮੁਖੋ ਇਹ ਯੋਗਾ ਅਭਿਆਸ ਬੜੇ ਗੁਰਮੁਖ ਪਿਆਰੇ ਕਰਦੇ ਨੇ। ਸੋ ਗੁਰਮਤਿ ਵਿੱਚ ਵੀ ਯੋਗਾ ਅਭਿਆਸ, ਗੁਰਮਤਿ ਵਿੱਚ ਯੋਗਾ ਅਭਿਆਸ ਕੁਝ ਹੋਰ ਤਰ੍ਹਾਂ ਦੱਸਿਆ ਮਹਾਰਾਜ ਨੇ, ਹੋਰ ਤਰ੍ਹਾਂ ਕਰਨਾ ਯੋਗਾ ਹੀ ਹੈ, ਪਰ ਉਹ ਯੋਗ ਅਭਿਆਸ ਕਿਸ ਤਰ੍ਹਾਂ ਕਰਨਾ ਹੈ। ਨਿਤਨੇਮ ਬਾਣੀ ਪੜ੍ਹਨੀ, ਮਰਿਆਦਾ ਵਿੱਚ ਰਹਿਣਾ, ਸਾਧ ਸੰਗਤ ਜੀ ਵਿਸ਼ਿਆਂ ਵਿਕਾਰਾਂ ਕੁਕਰਮਾਂ ਪਾਪਾਂ ਔਗਣਾਂ ਤੋਂ ਦੂਰ ਰਹਿਣਾ, ਸਤ ਸੰਗਤ ਵਿੱਚ ਹੀ ਦਾਇਰੇ 'ਚ ਰਹਿਣਾ, ਗੁਰੂ ਸਾਹਿਬ ਦੇ ਹੁਕਮ ਭਾਣੇ ਨੂੰ ਮੰਨਣਾ, ਇਹ ਯੋਗਾ ਅਭਿਆਸ ਗੁਰਮਤਿ ਅਨੁਸਾਰ ਹੈ। ਇੱਥੇ ਕਬੀਰ ਸਾਹਿਬ ਜੀ ਹੁਣ ਜੋਗੀ ਜਿਹੜੇ ਯੋਗਾ ਅਭਿਆਸ ਕਰਦੇ ਨੇ ਉਹਦੇ ਹਿਸਾਬ ਨਾਲ ਅਰਥ ਕਰਕੇ ਦੱਸਦੇ ਆ। ਹੁਣ ਭਾਈ ਕਬੀਰ ਸਾਹਿਬ ਜੀ ਨੂੰ ਮਹਾਰਾਜ ਨੂੰ ਪੁੱਛਿਆ, ਮਹਾਰਾਜ ਜੀ ਆਪ ਜੀ ਦਾ ਮਨ ਹੁਣ ਕਿੱਥੇ ਰਹਿੰਦਾ ਆ, ਆਪ ਜੀ ਦੀ ਹੁਣ ਅਵਸਥਾ ਕੀ ਹੋ ਰਹੀ ਹੈ, ਆਪਣੀ ਅਵਸਥਾ ਦੱਸਣੀ ਕਰੋਗੇ। ਕਬੀਰ ਸਾਹਿਬ ਜੀ ਨੇ ਪ੍ਰੇਮੀ ਜਾਣ ਕੇ ਆਪਣੀ ਅਵਸਥਾ ਦੱਸਦੇ ਹੋਏ ਬਚਨ ਕਰਦੇ ਨੇ, ਕਬੀਰ ਗੰਗ ਜਮਨ ਕੇ ਅੰਤਰੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਭਾਈ ਗੰਗ ਜਮਨ ਕੇ ਅੰਤਰੇ, ਗੰਗਾ ਦੀ ਨਿਆਈ ਜਿਹੜੀ ਚੰਦਰਮਾ ਦੀ ਖੱਬੀ ਸੋਰੇ ਨਾ, ਏੜਾ ਆ ਖੱਬਾ ਪਾਸਾ ਨਾ ਸਾਡਾ ਖੱਬਾ ਹੱਥ, ਇਹਨੂੰ ਚੰਦਰਮਾ ਦੀ ਨਿਆਈ, ਇਹਨੂੰ ਏੜਾ ਪਿੰਗਲਾ ਔਰ ਸੁਖਮਣਾ, ਯਾਦ ਰੱਖੋ ਤਿੰਨ ਨਾੜੀਆਂ ਨੇ, ਏੜਾ ਪਿੰਗਲਾ ਔਰ ਸੁਖਮਣਾ। ਜਿਹੜੀ ਸੁਖਮਣਾ ਨਾੜੀ ਰੀੜ੍ਹ ਦੀ ਹੱਡੀ ਨੂੰ ਆਪਾਂ ਕਹਿ ਦਿੰਦੇ ਹਾਂ ਸਿੱਧੀ ਜਾਂਦੀ ਹੈ, ਦਿਮਾਗ ਨਾਲ ਉਹਦਾ ਸੰਬੰਧ ਹੈ। ਸਾਧ ਸੰਗਤ ਜੀ ਖੱਬੇ ਹੱਥ ਦੀ ਨਾੜੀ ਨੂੰ ਏੜਾ ਆਖਿਆ ਔਰ ਸੱਜੇ ਹੱਥ ਦੀ ਨਾੜੀ ਨੂੰ ਪਿੰਗਲਾ ਆਖਿਆ। ਸੋ ਗੁਰੂ ਸਾਹਿਬ ਕਹਿੰਦੇ ਨੇ ਗੰਗ ਜਮਨ ਕੇ ਅੰਤਰੇ, ਜਿਹੜੀ ਭਾਈ ਗੰਗਾ ਦੀ ਨਿਆਈ ਖੱਬੀ ਸੁਰ ਚੰਦਰਮਾ ਦੀ ਨਿਆਈ, ਇਹਨੂੰ ਅਸੀਂ ਸਿੱਧਾ ਕਰ ਲਿਆ। ਔਰ ਜੋ ਸਾਧ ਸੰਗਤ ਜੀ ਸੱਜੀ ਸੁਰ ਹੈ ਭਾਵ ਸੂਰਜ ਦੀ ਨਿਆਈ, ਸੱਜੀ ਸੁਰ ਨੂੰ ਸੂਰਜ ਦੀ ਨਿਆਈ ਆਖਿਆ ਸਾਧ ਸੰਗਤ ਜੀ ਪਿੰਗਲਾ। ਸੋ ਮਹਾਰਾਜ ਜੀ ਕਹਿੰਦੇ ਅਸੀਂ ਏੜਾ ਤੇ ਪਿੰਗਲਾ ਨੂੰ ਸਾਧ ਲਿਆ। ਜਿਹੜੇ ਧਿਆਨ ਦਿਓ ਇੱਧਰ ਥੋੜਾ ਜਿਹਾ, ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜੋਗੀਆਂ ਦੀ ਗੱਲ ਕਰਦੇ ਹੋਏ ਬਚਨ ਕਰਦੇ। ਜਿਹੜੇ ਜੋਗੀ ਲੋਕ ਹੈ ਨਾ,
ਉਹ ਆਪਣੀਆਂ ਦੋਵੇਂ ਨਾੜੀਆਂ ਨੂੰ ਸਾਧਦੇ ਐ, ਏੜਾ ਤੇ ਪਿੰਗਲਾਂ ਨੂੰ ਸਾਧਦੇ ਐ, ਸੁਖਮਨਾ ਨੂੰ ਸਾਧਦੇ ਐ। ਤੇ ਜਦੋਂ ਸੁਖਮਨਾ ਨੂੰ ਸਾਧਦੇ ਐ ਨਾ, ਫਿਰ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਨਵਨਿਧੀ 18 ਸਿੱਧੀ, 9 ਨਿਧੀਆਂ ਤੇ 18 ਸਿੱਧੀਆਂ। ਉੱਪਰ ਉੱਠ ਜਾਣਾ, ਹਵਾ ਸਮਾਨ ਹੋ ਜਾਣਾ, ਭੁੱਖ ਨਹੀਂ ਲੱਗਣੀ, ਸਾਹ ਦੂਰੋਂ ਅੰਤਰਜਾਮਤਾ ਨਾਲ ਵੇਖ ਲੈਣਾ। ਇਹ ਅਭਿਆਸੀਆਂ ਦੇ ਅੰਦਰ ਹੁੰਦਾ, ਜਿਹਨੇ ਯੋਗਾ ਅਭਿਆਸ ਕੀਤਾ ਹੈ। ਭੁੱਖ ਤੇ ਨਾ ਵਿਆਪਣੀ, ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਦੁਨੀਆ ਤੋਂ ਚੱਲ ਜਾਣਾ। ਸੋ ਇਹ 18 ਸਿੱਧੀਆਂ ਨੇ। ਸੋ ਇਹ ਜੋਗੀਆਂ ਨੂੰ ਬੜੀ ਕਮਾਈ ਕਰਕੇ ਮਿਲਦੀਆਂ ਨੇ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਭਾਈ ਗੁਰੂ ਦੇ ਅਨੁਸਾਰੀ ਹੋ ਕੇ ਰਹੇ, ਅਸੀਂ ਤਾਂ ਆਪਣੇ ਸਵਾਮੀ ਰਾਮਾਨੰਦ ਜੀ ਮਹਾਰਾਜ ਦੇ ਅਨੁਸਾਰੀ ਹੋ ਕੇ ਰਹੇ। ਆਖਣ ਲੱਗੇ ਨੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕੀਤੀ ਹੈ। ਇਸੇ ਕਰਕੇ ਭਾਈ ਜੋ ਗੰਗਾ ਦੀ ਨਿਆਈ ਚੰਦਰਮਾ ਦੀ ਖੱਬੀ ਸੁਰ ਏੜਾ ਹੈ, ਔਰ ਸੱਜਾ ਹੱਥ ਜਿਹੜਾ ਸਾਡਾ ਹੈ ਸਾਧ ਸੰਗਤ ਜੀ, ਇਹਨੂੰ ਪਿੰਗਲਾ ਆਖਿਆ, ਇਹਨੂੰ ਸੂਰਜ ਦੀ ਨਿਆਈ ਆਖਿਆ। ਸੋ ਮਹਾਰਾਜ ਜੀ ਕਹਿੰਦੇ ਅਸੀਂ ਇਹਨੂੰ ਵੀ ਸਾਧ ਲਿਆ। ਚੰਦਰਮਾ ਦੀ ਨਿਆਈ, ਚੰਦਰਮਾ ਠੰਡਾ ਮੰਨਿਆ ਤੇ ਸਾਧ ਸੰਗਤ ਜੀ, ਔਰ ਜਿਹੜਾ ਸੂਰਜ ਹੈ ਗਰਮ ਹੈ। ਸੋ ਇਸੇ ਕਰਕੇ ਤੇ ਸਾਨੂੰ ਦੇਖੋ ਠੰਡ ਤੇ ਗਰਮੀ ਵਿਆਪਦੀ ਹੈ ਨਾ, ਇਸੇ ਕਰਕੇ ਲੱਗਦੀ ਹੈ। ਇਹ ਅੰਦਰ ਦੀ ਸਾਰੀ ਖੇਡ ਹੈ ਸਾਧ ਸੰਗਤ ਜੀ। ਔਰ ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਅਸੀਂ ਜਿਹੜੇ ਜੋਗੀ ਲੋਕ ਹੈ ਉਹ ਬੜੀ ਸਾਧਨਾ ਕਰਕੇ ਧਿਆਨ ਦੇ ਕੇ ਸਾਧਦੇ ਹੈ। ਕਬੀਰ ਸਾਹਿਬ ਕਹਿੰਦੇ ਅਸੀਂ ਸਹਿਜ 'ਚ ਹੀ, ਅਸੀਂ ਸ਼ਾਂਤੀ ਨਾਲ ਹੀ, ਬੜੇ ਧਿਆਨ ਨਾਲ ਹੀ, ਜਲਦੀ ਹੀ ਅਸੀਂ ਦੋਵਾਂ ਇਹ ਭਾਈ ਮਹਾਰਾਜ ਕਹਿੰਦੇ ਨਾੜੀਆਂ ਨੂੰ ਸਾਧ ਲਿਆ। ਭਗਤ ਬੀਣੀ ਜੀ ਦੀ ਬਾਣੀ ਆਈ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੇ ਭਗਤ ਜੀ ਵੀ ਇਹੀ ਕਹਿੰਦੇ ਐ, ਏੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇਕਠਾਈ, ਬੇਣੀ ਸੰਗਮ ਤਹਿ ਪਰਾਗਮਨ ਮੱਜਨ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ। ਇਹ ਬੜੀਆਂ ਡੂੰਘੀਆਂ ਵਿਚਾਰਾਂ ਨੇ ਗੁਰਮੁਖੋ। ਇਹ ਬ੍ਰਹਮ ਗਿਆਨੀ ਕੋਈ ਵਿਦਵਾਨ ਮਹਾਤਮਾ ਹੀ ਸਮਝ ਸਕਦਾ, ਆਮ ਦੀ ਗੱਲ ਸਮਝ ਨਹੀਂ ਪਏਗੀ। ਸੋ ਪਰ ਫਿਰ ਵੀ ਹੁਣ ਕਥਾ ਆਈ ਇੱਥੇ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਨੇ ਅਸੀਂ ਏੜਾ ਤੇ ਪਿੰਗਲਾਂ ਨੂੰ ਸਾਧ ਲਿਆ। ਫਿਰ ਕਹਿੰਦੇ ਸਹਿਜ ਸੁਣ ਕੇ ਘਾਟ, ਫਿਰ ਕਹਿੰਦੇ ਅਸੀਂ ਸੁਖਮਨਾ ਨੂੰ ਵੀ ਸਾਧ ਲਿਆ। ਜਦੋਂ ਅਸੀਂ ਸੁਖਮਨਾ ਨੂੰ ਤਿੰਨਾਂ ਨੂੰ ਸਾਧਿਆ ਨਾ, ਭਾਵ ਕੇ ਪਰਮੇਸ਼ਰ ਦਾ ਭਜਨ ਬੰਦਗੀ ਕਰਕੇ, ਆ ਸਾਡਾ 10ਵਾਂ ਦੁਆਰ ਖੁੱਲ ਗਿਆ। ਜਿਵੇਂ ਮਹਾਰਾਜ ਕਹਿੰਦੇ ਨੇ 9 ਦੁਆਰੇ ਪ੍ਰਗਟ ਕੀ ਹੈ, 10ਵਾਂ ਗੁਪਤ ਰਖਾਏ। ਇੱਥੇ ਉਹ ਗੱਲ ਕਰ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਔਰ ਕਹਿੰਦੇ ਗੁਰਦੁਆਰੇ ਲੈ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਇਹ ਉੱਥੋਂ ਦੀ ਗੱਲ ਕਰਦੇ ਐ 10ਵਾਂ ਦੁਆਰ ਦੀ। 9 ਦੁਆਰੇ ਤੇ ਪ੍ਰਗਟੀਏ, 2 ਅੱਖਾਂ ਨਾਸਾਂ ਮੁਖ ਤੇ 2 ਕੰਨ ਔਰ 2 ਗੁਪਤ ਅੰਗੇ। 9 ਦੁਆਰੇ ਨੇ ਸਾਧ ਸੰਗਤ ਜੀ। ਵੀ 9 ਜੇ ਤੁਸੀਂ ਪੜ੍ਹਦੇ ਹੋ ਨਾ, ਨਿਤਨੇਮ ਕਰਦੇ ਹੋ, 9 ਦੁਆਰੇ, ਇਹ 9 ਦੁਆਰਿਆਂ ਦੀ ਗਿਣਤੀ ਕੀਤੀ ਹੈ। 2 ਅੱਖਾਂ 2 ਨਾਸਾਂ ਭਾਵ ਨੱਕ ਮੁਖ ਤੇ 2 ਕੰਨ ਸਾਧ ਸੰਗ ਔਰ 2 ਗੁਪਤ ਅੰਗੇ, 9 ਬਣਨਗੇ। ਸੋ ਗੁਰੂ ਸਾਹਿਬ ਨੇ ਥਾਂ ਥਾਂ ਤੇ ਗੁਰਬਾਣੀ 'ਚ ਇਹ ਸਾਧ ਸੰਗਤ ਜੀ ਬਚਨ ਆਏ ਹੈ। 9 ਦੁਆਰੇ ਪ੍ਰਗਟ, ਇਹ ਪ੍ਰਗਟ ਹੈ, ਅੱਖਾਂ ਖੁੱਲੀਆਂ ਨੇ, ਪਰ 10ਵਾਂ ਜਿਹੜਾ ਦਰਵਾਜ਼ਾ ਗੁਪਤ ਹੈ, ਉਹ ਭਾਈ ਗੁਰਦੁਆਰੇ ਲੈ ਭਾਵਨੀ, ਗੁਰੂ ਦੇ ਦੁਆਰੇ ਤੇ ਜਾ ਕੇ ਪ੍ਰੇਮ ਭਾਵਨੀ ਕਰਕੇ ਹੀ ਖੁੱਲੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਚਨ ਕਰਦੇ ਐ, ਸਤਿਗੁਰੂ ਜੀ ਸਮਝਾਉਂਦੇ ਐ, ਸਹਿਜ ਸੁਣ ਕੇ ਘਾਟ, ਜਿੱਥੇ ਸਾਧ ਸੰਗਤ ਜੀ ਵਿਚਾਲੇ ਇਹਨਾਂ ਤਿੰਨਾਂ ਦੇ ਦੋਨਾਂ ਦੇ ਵਿਚਾਲੇ ਕੀ ਅੰਤਰ ਕੀ ਹੈ, ਸੁਖਮਨਾ ਨਾੜੀ ਹੈ। ਏੜਾ ਤੇ ਪਿੰਗਲਾਂ ਦੇ ਵਿੱਚ ਸੁਖਮਨਾ ਨਾੜੀ ਹੈ। ਮਹਾਰਾਜ ਕਹਿੰਦੇ ਜਦੋਂ ਅਸੀਂ ਸੁਖਮਨਾ ਨਾੜੀ ਨੂੰ ਵੀ ਸਾਧ ਲਿਆ ਭਗਤੀ ਕਰਕੇ, ਸਹਿਜ ਸੁਣ ਕੇ ਘਾਟ। ਮਹਾਰਾਜ ਕਹਿੰਦੇ ਫਿਰ ਉੱਥੇ ਅਵਸਥਾ 10ਵਾਂ ਦੁਆਰ ਦੀ ਆਈ, 10ਵਾਂ ਦਰਵਾਜ਼ਾ ਖੁੱਲ ਗਿਆ, ਬੱਜਰ ਕਪਾਟ ਖੁੱਲਾ ਬਣਿਆ। ਬਾਣੀ 'ਚ ਬਹੁਤ ਵਾਰ ਇਹ ਲਫ਼ਜ਼ ਆਇਆ ਆ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤਹਿ ਚੰਦ ਨਾ ਸੂਰਜ ਪੌਣ ਨਾ ਪਾਣੀ, ਉੱਥੇ ਕੁਝ ਵੀ ਨਹੀਂ ਹੈ। 10ਵਾਂ ਦੁਆਰ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। 10ਵਾਂ ਦੁਆਰ ਨੂੰ ਪਰਮ ਪੁਰਖ ਦੀ ਘਾਟੀ ਆਖਿਆ। ਜਦੋਂ 10ਵਾਂ ਦੁਆਰ ਖੁੱਲ ਜਾਂਦਾ ਨਾ, ਉਸ ਨੂੰ ਬ੍ਰਹਮ ਗਿਆਨ ਹੋ ਜਾਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸ ਹੈ, ਪਾਰ ਬ੍ਰਹਮ ਕੇ ਸੰਗ। ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ। ਜੋਤ ਸਮਾਨਾ, ਉਦੋਂ ਭਗਤੀ ਕਰਨ ਵਾਲੇ ਭਗਤ ਦੀ ਜੋਤ ਵਲੀਨ ਹੁੰਦੀ ਹੈ ਸਾਧ ਸੰਗਤ ਜੀ। ਇਸੇ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਅਸੀਂ ਸਹਿਜ ਦੀ ਅਵਸਥਾ 'ਚ ਪਹੁੰਚ ਗਏ ਹਾਂ।
ਅਸੀਂ ਹੁਣ 10ਵੇਂ ਦੁਆਰ ਤੇ ਆ ਗਏ ਆ। ਉੱਥੇ ਸੁੰਨ ਹੀ ਸੁੰਨ ਹੈ ਘਾਟ, ਉੱਥੇ ਪਰਮੇਸ਼ਰ ਰਹਿੰਦਾ ਹੈ। ਸੰਤੋ ਤਹਾਂ ਨਿਰੰਜਨ ਰਾਮ ਹੈ, ਉੱਥੇ ਭਾਈ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ। ਐਡਾ ਪਿੰਗਲਾ ਔਰ ਸੁਖਮਣਾ ਤੀਨ ਬਸੈ ਇਕ ਠਾਈ, ਬੇਣੀ ਸੰਗਮ ਤਹਿ ਪਰਾਗ। ਪਰ ਭਗਤੀ ਕਰਨ ਵਾਲਿਆਂ ਨੂੰ ਯੋਗਾ ਅਭਿਆਸ ਨਹੀਂ ਕਰਨਾ ਪੈਂਦਾ, ਇਹ ਭਗਤੀ ਕਰਨ ਵਾਲਿਆਂ ਨੂੰ ਕੇਵਲ ਭਜਨੀ ਕਰਨਾ ਪੈਂਦਾ ਆ, ਬੰਦਗੀ ਕਰਨੀ ਪੈਂਦੀ ਹੈ, ਗੁਰੂ ਸਾਹਿਬ ਦੇ ਹੁਕਮ 'ਚ ਹੀ ਰਹਿਣਾ ਪੈਂਦਾ। ਮਹਾਰਾਜ ਆਪੀ ਕਿਰਪਾ ਕਰ ਦਿੰਦੇ, ਉਹਨਾਂ 10ਵਾਂ ਦੁਆਰ ਖੋਲ੍ਹ ਦਿੰਦੇ ਹੈ। ਉਸ ਨੂੰ ਬ੍ਰਹਮ ਗਿਆਨ ਦੇ ਅੰਤਰ ਹੋਏ ਗਿਆਨ ਪ੍ਰਗਾਸ। ਸੁਖਮਨੀ ਸਾਹਿਬ ਦੀ ਬਾਣੀ ਕਹਿ ਰਹੀ ਹੈ ਤੇ ਉਸ ਅਸਥਾਨ ਕਾ ਨਹੀਂ ਵਿਨਾਸ਼, ਉਹ ਥਾਂ ਦਾ ਕਦੇ ਨਾਸ਼ ਨਹੀਂ ਹੁੰਦਾ, ਮਹਾਰਾਜ ਕਹਿੰਦੇ। ਸੋ ਇਸ ਕਰਕੇ ਸਹਿਜ ਸੁਣ ਕੇ ਘਾਟ, ਮਹਾਰਾਜ ਕਹਿੰਦੇ ਫਿਰ 10ਵਾਂ ਦੁਆਰ ਅਸੀਂ ਪ੍ਰਵੇਸ਼ ਹੋ ਗਏ। ਕਬੀਰ ਸਾਹਿਬ ਜੀ ਕਹਿੰਦੇ ਐ ਇਸੇ ਕਰਕੇ ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਮਹਾਰਾਜ ਕਬੀਰ ਜੀ ਕਹਿੰਦੇ ਮੈਂ ਤੇ ਪਰਮੇਸ਼ਰ ਇੱਕ ਹੋ ਗਏ ਆ, ਹੁਣ ਸਾਨੂੰ ਕੋਈ ਪਹਿਚਾਣ ਨਹੀਂ ਸਕਦਾ। ਇਹ 15 ਬ੍ਰਹਮ ਗਿਆਨੀਆਂ ਦੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸਾਰੇ ਉਸ ਅਵਸਥਾ ਤੇ ਪਹੁੰਚੇ ਸੀ। ਅੱਛਾ, ਭਗਤ ਰਵਿਦਾਸ ਜੀ ਮਹਾਰਾਜ ਕੀ ਕਹਿੰਦੇ ਐ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਮਹਾਰਾਜ ਤੇਰੇ ਤੇ ਮੇਰੇ ਵਿੱਚ ਤੇ ਮੇਰੇ ਤੇ ਤੇਰੇ ਵਿੱਚ ਕੋਈ ਭੇਦ ਨਹੀਂ ਜੇ ਰਿਹਾ। ਹੁਣ ਮੈਂ ਤੂੰ ਆ ਤੇ ਤੂੰ ਤੇ ਮੈਂ ਹਾਂ, ਆਪਾਂ ਹੁਣ ਇੱਕ ਹੋ ਗਏ ਆ। ਸਾਧ ਸੰਗਤ ਜੀ, ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਵੀ 10ਵੀਂ ਬਾਣੀ 'ਚ ਆਖਿਆ ਆ, ਦੁਐ ਤੇ ਏਕ ਰੂਪ ਹਵੈ ਗਇਓ। ਮਹਾਰਾਜ ਦਾ ਬਚਨ ਹੈ, ਅਸੀਂ ਦੋ ਤੋਂ ਇੱਕ ਹੋ ਗਏ ਆ। ਕਹਿੰਦੇ ਜੀਵ ਈਸ਼ ਦੀ ਏਕਤਾ ਹੋ ਗਈ ਹੈ। ਇਉਂ ਮਹਾਰਾਜ ਜੀ ਸਮਝਾਉਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿਜ ਸੁਣ ਕੇ ਘਾਟ, ਉਹ ਗਿਆਨ ਦੀ ਅਵਸਥਾ 'ਚ ਜਦੋਂ ਪਹੁੰਚੇ, ਉੱਥੇ 10ਵਾਂ ਦੁਆਰ ਦਾ ਦਰਵਾਜ਼ਾ ਖੁੱਲ੍ਹਿਆ। ਤਹ ਅਨੇਕ ਰੂਪ ਨਾਉ ਨਵ ਨਿਧ, ਉੱਥੇ ਪਰਮੇਸ਼ਰ ਦਾ ਦਰਸ਼ਨ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਦਰਸ਼ਨਾਂ ਨੂੰ ਲੋਚਦੇ ਸੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਵਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। 10ਵਾਂ ਦੁਆਰ ਦਾ ਕਪਟ ਖੁੱਲ ਗਿਆ। ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। 10ਵਾਂ ਦੁਆਰ ਦਰਵਾਜ਼ਾ ਜਿਹੜਾ ਹੈ ਨਾ, 10ਵਾਂ ਦੁਆਰ ਰੂਪੀ ਕਵਾੜ ਖੁੱਲ ਗਿਆ। ਇਉਂ ਸੱਚੇ ਪਾਤਸ਼ਾਹ ਦੱਸਦੇ ਐ। ਕਬੀਰ ਜੀ ਕਹਿੰਦੇ ਅਸੀਂ ਉਹ ਘਾਟੀ ਤੇ ਰਹਿੰਦੇ ਹਾਂ। ਤਾਹਾ ਕਬੀਰੈ ਮਟ ਕੀਆ। ਮਹਾਰਾਜ ਕਹਿੰਦੇ 10ਵਾਂ ਦੁਆਰ ਵਿੱਚ ਅਸੀਂ ਨਿਵਾਸ ਕਰਦੇ ਹਾਂ। ਮਟ ਕੀ ਆ? ਮਟ ਨਾਮ ਅਸਥਾਨ ਦਾ। ਉਹ ਭਾਈ ਮਟ ਅਸਥਾਨ ਤੇ ਕਬੀਰ ਜੀ ਕਹਿੰਦੇ ਰਹਿੰਦੇ ਹਾਂ। ਖੋਜਤ ਮਨ ਜਨ ਬਾਟ, ਜਿਸ ਰਸਤੇ ਨੂੰ ਮੁਨੀ ਜਨ ਬੜਾ ਯੋਗਾ ਅਭਿਆਸ ਕਰਕੇ ਕੋਈ ਧੂਣੀਆਂ ਤਾਪਦਾ, ਕੋਈ ਸਾਧ ਸੰਗਤ ਜੀ ਜਲ ਧਾਰੇ ਕਰਦਾ ਕਿ ਮੈਨੂੰ 10ਵਾਂ ਦੁਆਰ ਖੁੱਲ ਜੇ, ਮੈਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ। ਕੋਈ ਕਿਸ ਪ੍ਰਕਾਰ ਗਰਮੀਆਂ ਦੇ ਵਿੱਚ ਘੇਰੇ ਘੇਰੇ ਧੂੜੀਆਂ ਲਾ ਕੇ ਵਿੱਚ ਬਹਿੰਦਾ ਹੈ। ਸੋ ਗੁਰੂ ਸਾਹਿਬ ਤਾਂ ਭਾਈ ਇਹੀ ਦੱਸਦੇ ਐ। ਮਹਾਰਾਜ ਕਹਿੰਦੇ ਭਗਤੀ ਕਰਕੇ ਹੀ ਸਹਿਜੇ ਸਹਿਜੇ ਜੀਵ 10ਵਾਂ ਦੁਆਰ 'ਚ ਪਹੁੰਚ ਜਾਂਦਾ। ਜਿਹਨੇ ਭਗਤੀ ਜਨਮ ਤੋਂ ਹੀ ਕੀਤੀ ਹੋਈ ਹੈ, ਜਾਂ ਪਿਛਲੇ ਜਨਮ ਦੀ ਕੋਈ ਭਗਤੀ ਹੈ, ਪਿਛਲੇ ਜਨਮ ਦਾ ਜਪ ਤਪ ਹੈ, ਮਹਾਰਾਜ ਉਸ ਨੂੰ ਅਗਲੇ ਜਨਮ ਵਿੱਚ 10ਵਾਂ ਦੁਆਰ ਦਾ ਸਾਧ ਸੰਗਤ ਜੀ ਖੋਲ ਕੇ ਬ੍ਰਹਮ ਗਿਆਨ ਬਖਸ਼ ਦਿੰਦੇ ਐ। ਇਹ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਬਰਕਤ ਹੈ ਸੱਚੇ। ਪਰ ਸਾਡਾ, ਮੈਂ ਫਿਰ ਕਹਿੰਦਾ, ਨਿਤਨੇਮ ਨਹੀਂ ਪੂਰਾ ਸਾਡਾ ਤੇ ਨਾ ਭਗਤੀ ਨਿੰਦਿਆ ਕਦੇ ਉਹਦੀ ਕਰ ਲਈ ਕਦੇ ਉਹਦੀ ਕਰ ਲਈ। ਸਾਧ ਉੱਥੇ ਚੌਂਤਰੇ ਤੇ ਖੜ ਕੇ ਕਿਸੇ ਦੀ ਸਾਧ ਸੰਗਤ ਜੀ 2-4 ਗਾਲਾਂ ਕੱਢਤੀਆਂ। ਆਹ ਤੇ ਸਾਡੇ ਕੰਮ ਹੈ। ਸਾਨੂੰ ਕਿੱਥੇ ਮਤਲਬ ਹੈ 10ਵਾਂ ਦਰਵਾਜ਼ੇ ਤੱਕ। ਯਾਦ ਰੱਖਿਓ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਮੁਕਤੀ ਨਹੀਂ ਹੋ ਸਕਦੀ। ਸੱਚੇ ਪਾਤਸ਼ਾਹ ਦਾ ਬਚਨ ਹੈ, ਇਹ ਸੰਸਾਰ ਬੇਕਾਰ ਸੰਸ਼ੇ ਮੇਂ ਤਰਿਓ ਬ੍ਰਹਮ ਗਿਆਨੀ। ਭਾਈ ਬ੍ਰਹਮ ਦਾ ਗਿਆਨੀ ਹੀ ਤਰ ਸਕਦਾ ਸੰਸਾਰ ਤੋਂ। ਇਸੇ ਪ੍ਰਕਾਰ ਕਬੀਰ ਜੀ ਦੱਸਦੇ ਨੇ, ਤਾਹਾ ਕਬੀਰੈ ਮਟ ਕੀਆ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਅਸੀਂ 10ਵਾਂ ਦੁਆਰ ਤੇ ਭਾਈ ਬ੍ਰਹਮ ਗਿਆਨ ਦੇ ਦਰਵਾਜ਼ੇ ਤੇ ਸਾਡਾ ਉਹ ਦਰਵਾਜ਼ਾ ਖੁੱਲ ਗਿਆ। ਉਸ ਅਸਥਾਨ ਤੇ ਹੁਣ ਸਾਡਾ ਪੱਕਾ ਡੇਰਾ ਲੱਗ ਗਿਆ, ਪੱਕਾ ਹੀ ਸਾਡਾ ਡੇਰਾ ਹੋ ਗਿਆ। ਉੱਥੇ ਅਸੀਂ ਡੇਰੇ ਲਾਈ ਬੈਠੇ ਹਾਂ। ਖੋਜਤ ਮਨ ਜਨ ਬਾਟ। ਮਹਾਰਾਜ ਕਹਿੰਦੇ ਜਿਸ
ਬਾਟ ਰਸਤੇ ਨੂੰ ਮੁਨੀ ਜਨ ਬੜਾ ਸਾਧਨ ਕਰਕੇ ਖੋਜਦੇ ਐ। ਅਸੀਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਭਾਈ ਸਹਿਜੇ ਹੀ ਉਸ ਅਵਸਥਾ ਨੂੰ ਪਾ ਲਿਆ। ਕਬੀਰ ਜੈਸੀ ਉਪਜੀ ਪੇੜ ਤੇ। ਹਾਂਜੀ, ਅਗਲਾ ਸ਼ਲੋਕ ਮਹਾਰਾਜ ਵਿੱਚ ਕੋਈ ਸਾਧ ਸੰਗਤ ਜੀ ਮਹਾਰਾਜ ਦੇ ਨਾ ਕਾਂਸ਼ੀ ਦੇ ਵਿੱਚ ਕੋਈ ਫਕੀਰ ਰਹਿੰਦਾ ਸੀ। ਇਹਨੇ ਘਰ-ਬਾਰ ਛੱਡ ਦਿੱਤਾ। ਘਰ-ਬਾਰ ਛੱਡ ਕੇ ਨਾ ਫਿਰ ਫਕੀਰ ਹੋ ਗਿਆ। ਤੇ ਜਦੋਂ ਫਕੀਰ ਹੋਇਆ ਹੁਣ ਬੜੀ ਮੰਨਤਾ ਹੋਣ ਲੱਗੀ, ਬਾਬਾ ਜੀ ਹੋਣ ਲੱਗੀ। ਸੰਤ ਸਾਧ ਦੀ ਬੜੀ ਮਹਿਮਾ ਹੋਈ। ਜਦੋਂ ਮਾਇਆ ਆਈ ਨਾ ਸਾਧ ਸੰਗਤ ਜੀ, ਮਾਇਆ ਦੀ ਜਦੋਂ ਇਹ ਸਾਰਾ ਕੁਝ ਵੇਖਿਆ ਇਹਨੇ, ਫਿਰ ਇਹਦਾ ਮਨ ਪ੍ਰਵਿਰਤ ਹੋ ਗਿਆ ਮਾਇਆ 'ਚ। ਸਾਧ ਸੰਗਤ ਜੀ ਫਿਰ ਪ੍ਰਵਿਰਤੀ 'ਚ ਹੀ ਫਸ ਗਿਆ, ਮਾਇਆ ਦੀ ਪ੍ਰਵਿਰਤੀ 'ਚ ਫਸ ਗਿਆ। ਕਬੀਰ ਸਾਹਿਬ ਜੀ ਇਹਦੀ ਹਾਲਤ ਨੂੰ ਵੇਖ ਕਰਕੇ ਸ਼ਲੋਕ ਉਚਾਰਦੇ ਐ, ਮਹਾਰਾਜ ਬਚਨ ਕਰਦੇ ਐ। ਕਬੀਰ ਸਾਹਿਬ ਜੀ ਦੱਸਣਗੇ ਕਿ ਤੂੰ ਫਕੀਰ ਤਾਂ ਹੋ ਗਿਆ, ਘਰ-ਬਾਰ ਛੱਡ ਕੇ ਤੂੰ ਸਾਧ ਤਾਂ ਹੋ ਗਿਆ, ਪਰ ਫਿਰ ਵੀ ਤੂੰ ਮਾਇਆ 'ਚ ਹੀ ਪ੍ਰਵਿਰਤ ਹੋ ਗਿਆ। ਇਹਦੀ ਹਾਲਤ ਨੂੰ ਵੇਖ ਕਰਕੇ ਕਬੀਰ ਜੀ ਬਚਨ ਉਚਾਰਦੇ ਹਨ। ਕਬੀਰ ਜੈਸੀ ਉਪਜੀ ਪੇੜ ਤੇ। ਮਹਾਰਾਜ ਕਹਿੰਦੇ ਜਿਹੋ ਜੀ ਪੇੜ ਭਾਵ ਮੁੱਢ ਤੋਂ ਹੀ ਭਾਈ ਲਗਰ ਪੈਦਾ ਹੋਈ ਹੋਵੇ ਕਿਸੇ ਦਰਖਤ ਨੂੰ। ਲਗਰ ਤਾਂ ਜਾਣਦੇ ਆ, ਲਗਰ ਕਿਹਨੂੰ ਕਹਿੰਦੇ ਨੇ, ਸਾਧ ਸੰਗ ਜਾਣਦੇ ਆ ਆਪਾਂ ਸਾਰੇ। ਜੋ ਮਹਾਰਾਜ ਕਹਿੰਦੇ ਕਿਸੇ ਬ੍ਰਿਸ਼ ਦਰਖਤ ਨੂੰ ਮੁੱਢ ਤੋਂ ਹੀ ਲਗਰ ਭਾਈ ਅੰਤ ਤੱਕ ਪੈਦਾ ਹੋ ਜਾਵੇ। ਜੋ ਤੈਸੀ ਨਿਭੈ ਓੜ। ਗੁਰੂ ਸਾਹਿਬ ਕਹਿੰਦੇ ਭਾਈ ਮੁੱਢ ਤੋਂ ਹੀ ਲਗਰ ਪੈਦਾ ਹੋਈ ਹੋਵੇ ਨਾ ਤੇ ਅੰਤ ਤੱਕ ਉਹਦੀ ਓੜ ਨਿਭ ਜਾਵੇ ਭਾਈ। ਅੰਤ ਤੱਕ ਉਹ ਜਿਹੀ ਰਵੇ, ਕਹਿਣ ਦਾ ਭਾਵ ਅੰਤ ਤੱਕ ਭਾਈ ਉਹ ਜੀ ਰਵੇ, ਕੋਈ ਉਹਦਾ ਨੁਕਸਾਨ ਨਾ ਹੋਵੇ ਜਾਂ ਹਨੇਰੀ ਉਸ ਨੂੰ ਸਿੱਟ ਨਾ ਦਵੇ, ਸਾਧ ਸੰਗਤ ਜੀ ਜਾਂ ਟੁੱਟ ਨਾ ਜਾਵੇ। ਇਸੇ ਪ੍ਰਕਾਰ ਕਹਿੰਦੇ ਜੈਸੀ ਉਪਜੀ ਪੇੜ ਤੇ, ਜਿਵੇਂ ਭਾਈ ਪੇੜ ਭਾਵ ਦਰਖਤ ਤੋਂ ਲਗਰ ਪੈਦਾ ਹੁੰਦੀ ਹੈ ਨਾ, ਜੇ ਕਿਤੇ ਉਹ ਭਾਈ ਅੰਤ ਤੱਕ ਸਿੱਧੀ ਰਹੇ। ਹੀਰਾ ਕਿਸ ਕਾ ਵਾਪਰਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਮਨੁੱਖਾ ਜਨਮ ਹੀਰਿਆਂ ਦੀ ਨਿਆਈ ਹੈ ਭਾਈ। ਪੁੱਜਹਿ ਨਾ ਰਤਨ ਕਰੋੜ। ਪੁੱਜਹਿ ਨਾ ਰਤਨ ਕਰੋੜ। ਇਸ ਮਨੁੱਖਾ ਜਨਮ ਦੀ ਦੇਹੀ ਤੇ ਭਾਈ ਕਰੋੜਾਂ ਰਤਨ ਵੀ ਪੁੱਜ ਨਹੀਂ ਸਕਦੇ, ਇੰਨੀ ਅਮੋਲਕ ਹੈ ਦੇ ਇੰਨੀ ਅਮੋਲਕ ਹੈ ਭਾਈ। ਜਨਮ ਇੰਨਾ ਅਮੋਲਕ ਹੈ, ਇਹਦੇ ਬਰਾਬਰ ਕੋਈ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਕਰੋੜਾਂ ਰਤਨ ਪੁੱਜ ਨਹੀਂ ਜੇ ਸਕਦੇ। ਸਤਿਗੁਰੂ ਜੀ ਉਹ ਸਮਝਾਉਂਦੇ ਐ। ਫਿਰ ਹੁਣ ਦੂਜਾ ਅਰਥ ਕਰਕੇ ਦੱਸਦੇ ਹਾਂ। ਕਬੀਰ ਜੈਸੀ ਉਪਜੀ ਪੇੜ ਤੇ। ਕੋਈ ਸਾਧ ਸੰਗਤ ਜੀ ਪਹਿਲਾਂ ਤੇ ਫਕੀਰ ਹੋ ਗਿਆ, ਫਿਰ ਮਾਇਆ ਦੀ ਪ੍ਰਵਿਰਤੀ ਵਿੱਚ ਲੱਗਣੇ ਕਰਕੇ ਨਾ ਮਾਇਆਧਾਰੀ ਹੋ ਗਿਆ। ਸਾਧ ਸੰਗਤ ਜੀ ਉਹਦੀ ਹਾਲਤ ਨੂੰ ਵੇਖ ਕਰਕੇ ਕਬੀਰ ਸਾਹਿਬ ਜੀ ਬਚਨ ਉਚਾਰਦੇ ਹਨ। ਕਬੀਰ ਜੈਸੀ ਉਪਜੀ ਪੇੜ ਤੇ। ਸੋ ਸਾਧ ਸੰਗਤ ਜੀ ਧਿਆਨ ਦੇ ਕੇ ਬਚਨ ਸੁਣਨਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਭਾਈ ਦਰਖਤ ਤੋਂ ਲਗਰ ਮੁੱਢ ਤੋਂ ਹੀ ਪੈਦਾ ਹੋ ਜੇ ਔਰ ਜੇ ਉਹ ਅੰਤ ਤੱਕ ਨਿਭ ਜਾਵੇ ਤਾਂ ਬੜੀ ਚੰਗੀ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜਾ ਵਿਰਾਗੀ ਪੁਰਖ ਨੂੰ ਪ੍ਰਭੂ ਨਾਲ ਇਹੋ ਜੀ ਪ੍ਰੀਤੀ ਕਰਨੀ ਚਾਹੀਦੀ ਹੈ। ਇੱਕ ਵਾਰ ਜੇ ਪ੍ਰੀਤੀ ਕਰ ਲਈ ਨਾ ਮੁੜ ਕੇ ਮਹਾਰਾਜ ਕਹਿੰਦੇ ਉਹ ਤੋੜ ਨਿਭਾਉਣੀ ਚਾਹੀਦੀ ਹੈ। ਸੋ ਇੱਕ ਵਾਰ ਜੇ ਅੰਮ੍ਰਿਤ ਛਕ ਲਿਆ ਨਾ, ਇਹ ਉਹਨਾਂ ਵਾਸਤੇ ਜਿਹੜੇ ਛੱਡ ਦਿੰਦੇ, ਕਿੱਲੀ ਤੇ ਟੰਗ ਦਿੰਦੇ ਐ। ਕਹਿੰਦੇ ਜੀ ਵਿਆਹ ਆ ਗਿਆ ਸੀ, ਖਾਣਾ ਪੈ ਗਿਆ ਕਿ ਪੋਤੇ ਦਾ ਵਿਆਹ ਆ ਗਿਆ ਤੇ ਵੱਢਣਾ ਪੈ ਗਿਆ ਬੱਕਰਾ ਜਾਂ ਮੁਰਗਾ। ਸਾਧ ਸੰਗਤ ਜੀ ਉਹਨਾਂ ਵਾਸਤੇ ਬਚਨ ਹੈ। ਮਹਾਰਾਜ ਕਹਿੰਦੇ ਭਾਈ ਜੇ ਛਕ ਲਿਆ ਨਾ, ਪ੍ਰੇਮ ਕਰ ਹੀ ਲਿਆ ਤੂੰ ਗੁਰੂ ਸਾਹਿਬ ਦਾ, ਤੂੰ ਸਿੱਖ ਬਾਣੀ ਗਿਆ, ਫਿਰ ਮਹਾਰਾਜ ਕਹਿੰਦੇ ਤੋੜ ਨਿਭਾਉਣੀ ਚਾਹੀਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਬਚਨ ਕਰਕੇ ਉਹ ਦੱਸਦੇ ਹਨ। ਕਬੀਰ ਜੈਸੀ ਉਪਜੀ ਪੇੜ ਤੇ। ਮਹਾਰਾਜ ਕਹਿੰਦੇ ਵਿਰਾਗੀ ਪੁਰਖ ਨੂੰ ਭਾਈ ਇਹੋ ਜੀ ਪ੍ਰੀਤੀ ਕਰਨੀ ਚਾਹੀਦੀ ਹੈ ਜਿਵੇਂ ਮੁੱਢ ਤੋਂ ਹੀ ਭਾਈ ਲਗਰ ਪੈਦਾ ਹੋਈ ਹੋਵੇ। ਜੋ ਤੈਸੀ ਨਿਭੈ ਓੜ। ਸਤਿਗੁਰੂ ਸੱਚੇ ਪਾਤਸ਼ਾਹ ਨਾਲ ਤਾਂ ਭਾਈ ਅੰਤ ਤੱਕ ਹੀ ਪ੍ਰੀਤ ਨਿਭਾਉਣੀ ਚਾਹੀਦੀ ਹੈ। ਜੋ ਕਲਗੀਆਂ ਵਾਲੇ ਸਤਿਗੁਰਾਂ ਜੀ ਨੇ ਮਰਿਆਦਾ ਦੱਸੀ ਹੈ ਨਾ ਅੰਮ੍ਰਿਤ ਛਕਣ ਵੇਲੇ, ਉਹ ਮਰਿਆਦਾ 'ਚ ਹੀ ਰਹਿਣਾ ਚਾਹੀਦਾ ਆ। ਸਾਧ ਸੰਗਤ ਜੀ ਕਿਸੇ ਗੁਰਸਿੱਖ ਬੀਬੀ ਨੂੰ ਜਾਂ ਸਾਧ ਸੰਗਤ ਜੀ ਭਾਈ ਨੂੰ ਮਹਾਰਾਜ ਜੀ ਦੱਸਦੇ ਆ, ਪੰਜ ਪਿਆਰੇ ਸਾਹਿਬ ਦੱਸਦੇ ਨੇ ਮਰਿਆਦਾ, ਉਹ ਕਲਗੀਧਰ ਪਾਤਸ਼ਾਹ ਦੀ ਮਰਿਆਦਾ ਹੈ। ਮਹਾਰਾਜ ਕਹਿੰਦੇ ਨੇ ਉਹ ਮਰਿਆਦਾ 'ਚ ਹੀ ਪ੍ਰੀਤ ਨਿਭਾਉਣੀ ਚਾਹੀਦੀ ਹੈ ਅੰਤ ਤੱਕ।
ਸੋ ਭਾਵੇਂ ਵਾਅਦੇ ਤੇ ਬੜੇ ਕਰਵਾਏ ਜਾਂਦੇ ਐ, ਕਰਦੇ ਵੀ ਆ ਕਿ ਸਿੱਖੀ ਕੇਸਾਂ ਸਵਾਸਾਂ ਸੰਗੀ ਰਹੋਗੀ, ਭਾਵੇਂ ਜੋ ਮਰਜ਼ੀ ਹੋ ਜੇ, ਸਰੀਰ ਭਾਵੇਂ ਚਲਿਆ ਜਾਏ। ਤੇ ਸਾਧ ਸੰਗਤ ਜੀ, ਤੇ ਜੇ ਦੋ ਕ ਜਾਣਿਆਂ ਨੇ ਕਹਿ ਦੇਣ ਲੈ ਇਹ ਤੇ ਬਾਬਾ ਬਣ ਗਿਆ, ਇਹ ਵੱਡਾ ਅੰਮ੍ਰਿਤ ਛਕ ਕੇ ਵਿਦਵਾਨ ਬਣ ਗਿਆ, ਤੇ ਉਹਦੀ ਗੱਲ ਨੂੰ ਅਸੀਂ ਸਾਧ ਸੰਗਤ ਦੀ ਮਨ ਤੱਕ ਲੈ ਜਾਣ, ਮੈਨੂੰ ਐਂ ਕਾਹਤੋਂ ਕਹਿਤਾ, ਇਹ ਤੇ ਗੁਰਬਾਣੀ ਕਹਿੰਦੀ ਐ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਾਧ ਸੰਗ ਜਦੋਂ ਤਨ ਮਨ ਗੁਰੂ ਸਾਹਿਬ ਨੂੰ ਹੀ ਦੇ ਦਿੱਤਾ, ਫਿਰ ਚਾਹੇ ਕੋਈ ਬੁਰਾ ਆਖੇ ਚਾਹੇ ਕੋਈ ਭਲਾ ਆਖੇ, ਫਿਰ ਤਾਂ ਗੁਰੂ ਸਾਹਿਬ ਨਾਲ ਪ੍ਰੀਤ ਨਿਭਾਉਣੀ ਹੋਈ ਚਾਹੀਦੀ ਹੈ। ਸਾਧ ਸੰਗਤ ਜੀ, ਭਾਈ ਸਤੀਦਾਸ ਵਰਗੇ ਭਾਈ ਮਤੀਦਾਸ ਜੀ ਆਰਾ ਤੇ ਸੀਸ ਤੇ ਚੱਲ ਗਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾਲੋਂ ਪ੍ਰੀਤ ਕਰਨੋਂ ਨਹੀਂ ਹਟੇ, ਪ੍ਰੀਤ ਕਰਨੋਂ ਨਹੀਂ ਛੱਡੀ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜੋ ਤੈਸੀ ਨਿਭੈ ਓੜ। ਸਾਧ ਸੰਗਤ ਜੀ, ਓੜ ਨਿਭਾਉਣੀ ਚਾਹੀਦੀ ਹੈ, ਪ੍ਰੀਤੀ ਤਾਂ ਅੰਤ ਤੱਕ ਹੀ ਨਿਭਾਉਣੀ ਚਾਹੀਦੀ ਹੈ। ਸਾਧ ਸੰਗਤ ਜੀ, ਮਹਾਰਾਜ ਇਉਂ ਸਮਝਾਉਂਦੇ ਹਨ, ਜੇ ਤੂੰ ਸਤ ਸੰਗੀ ਹੋ ਗਿਆ ਤਾਂ ਸਾਰਾ ਜੀਵਨ ਸਤ ਸੰਗਤ ਵਿੱਚ ਹੀ ਲੰਘਾਉਣਾ ਕਰ। ਇਉਂ ਮਹਾਰਾਜ ਜੀ ਦੱਸਦੇ ਹਨ। ਹੀਰਾ ਕਿਸ ਕਾ ਬਾਪੋਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਜਿਹੜਾ ਹੀਰਾ ਰੂਪੀ ਜਨਮ ਹੈ ਨਾ, ਇਹ ਭਾਈ ਬਹੁਤ ਅਮੋਲਕ ਹੈ। ਮਹਾਰਾਜ ਕਹਿੰਦੇ ਹੀਰਾ ਦੇ ਵਿਚਾਰਾ ਇਹਦੇ ਕੀ ਬਰਾਬਰ ਹੈ, ਇਹੋ ਜਿਹਾ ਮਨੁੱਖਾ ਜਨਮ ਅਮੋਲਕ, ਇਹਦੇ ਬਰਾਬਰ ਹੀਰਾ ਵੀ ਨਹੀਂ ਹੈ। ਪੁੱਜ ਹੈ ਨਾ ਰਤਨ ਕਰੋੜ। ਇਹਦੇ ਬਰਾਬਰ ਤਾਂ ਕਰੋੜਾਂ ਰਤਨ ਵੀ ਨਹੀਂ ਪੁੱਜ ਸਕਦੇ। ਸਾਧ ਸੰਗਤ ਜੀ, ਏਡਾ ਅਮੋਲਕ ਜਨਮ ਹੈ। ਧਿਆਨ ਦਿਓ ਸਾਧ ਸੰਗਤ ਜੀ, ਇਸ ਮਨੁੱਖਾ ਜਨਮ ਵਿੱਚ ਹੀ ਸੁਣ ਸਕਦੇ ਆ, ਖਾ ਪੀ ਸਕਦੇ ਆ, ਮੌਜਾਂ ਮਾਣਦੇ ਆ, ਸੁੱਖ ਸਾਧਨ ਦੇ ਵਿੱਚ ਰਹਿੰਦੇ ਆ। ਸਾਧ ਸੰਗਤ ਜੀ, ਤੇ ਤੁਸੀਂ ਦੱਸੋ, ਕੁੱਤਾ ਕਦੇ ਗੱਡੀ ਚਲਾਉਂਦਾ ਵੇਖਿਆ? ਕੁੱਤਾ ਕਦੇ ਚੰਗਾ ਖਾਂਦਾ ਪੀਂਦਾ ਵੇਖਿਆ ਆ? ਸਾਧ ਸੰਗਤ ਜੀ, ਕਿੰਨੀ 84 ਲੱਖ ਜੂਨ ਹੈ, ਕਿਤੇ ਮਖਮਲੀ ਸੇਜਾ ਤੇ ਉਹ ਪਈ ਹੈ। ਸਾਧ ਸੰਗਤ 84 ਲੱਖ ਜੂਨ ਨਾ ਪਾਇਓ ਤੇ ਭੋਗ ਜੂਨੀ ਹੈ, ਆਪਣੇ ਕੀਤੇ ਹੋਏ ਕਰਮ ਭੋਗ ਰਹੇ ਨੇ। ਇਹ ਤੇ ਮਨੁੱਖਾ ਜਨਮੀ ਹੈ, ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਕਰਕੇ ਸਾਰਾ ਕੁਝ ਖਾ ਪੀ ਰਹੇ ਆ। ਸਾਧ ਸੰਗਤ ਜੀ, ਅਸ਼ਟਪਦੀ ਨੂੰ ਪੜ੍ਹ ਲਿਓ, ਇਹ ਧਿਆਨ ਨਾਲ, 5ਵੀਂ ਅਸ਼ਟਪਦੀ ਹੈ ਇਹ। ਸੋ ਸਾਧ ਸੰਗਤ ਜੀ, ਮਹਾਰਾਜ ਇਹਦੇ ਵਿੱਚ ਪਰਮੇਸ਼ਰ ਦੇ ਪਰਉਪਕਾਰ ਦੱਸਦੇ ਐ। ਹੇ ਜੀਵ, ਤੂੰ ਕੀ ਕਰਦਾ ਫਿਰਦਾ ਹੈ? ਇਹ ਮਨੁੱਖਾ ਜਨਮ 'ਚ ਹੀ ਸੰਭਵ ਹੈ। ਕਹਿਣ ਦਾ ਭਾਵ ਮੇਰਾ ਇਹ ਹੈ, ਤੇ ਮਨੁੱਖਾ ਜਨਮ ਵਿੱਚ ਹੀ ਸਾਰਾ ਕੁਝ ਕਰ ਸਕਦੇ ਆ। ਇਸ ਕਰਕੇ ਇਹਦੇ ਬਰਾਬਰ ਤਾਂ ਭਾਈ ਕੋਈ ਹੈ ਹੀ ਨਹੀਂ ਹੈ। ਇਉਂ ਕਰਕੇ ਮਹਾਰਾਜ ਜੀ ਦੱਸਦੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੈਸੀ ਉਪਜੀ ਪੇਟ ਤੇ। ਤੀਜਾ ਅਰਥ ਇਹ ਹੈ, ਜਨਮ ਤੋਂ ਹੀ ਜੇ ਕਿਸੇ ਨੂੰ ਵਿਰਾਗ ਹੋ ਜੇ, ਗਿਆਨ ਹੋ ਜੇ, ਕੋਈ ਗੁਰਮੁਖ ਬਣ ਜੇ, ਗੁਰਸਿੱਖੀ ਵਾਲੀ ਲਾਈਨ 'ਚ ਪੈ ਜਾਵੇ, ਅੰਤ ਤੱਕ ਉਹਨੂੰ ਪ੍ਰੀਤ ਨਿਭਾਉਣੀ ਚਾਹੀਦੀ ਹੈ। ਹੁਕਮ ਕਰਦੇ ਆ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕਈ ਕਹਿੰਦੇ ਆ ਜੀ ਬਚਪਨ ਵਿੱਚ ਤਾਂ ਕੇਸ ਰੱਖੇ ਸੀ, ਹੁਣ ਕਹਿੰਦੇ ਜੀ ਕਟਾ ਤੇ। ਕਹਿੰਦੇ ਜੀ ਬਚਪਨ 'ਚ ਤਾਂ ਅੰਮ੍ਰਿਤ ਛਕਿਆ ਸੀ, ਹੁਣ ਕਹਿੰਦੇ ਜੀ ਛੱਡਤਾ। ਅੱਛਾ, ਕਿਉਂ ਛੱਡਦਾ? ਦੁਨੀਆ ਦੇ ਪਿੱਛੇ ਲੱਗ ਕੇ, ਮਾਂ ਪਿਓ ਦੇ ਪਿੱਛੇ ਲੱਗ ਕੇ। ਸਾਧ ਸੰਗਤ ਜੀ, ਮਾਂ ਪਿਓ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿੰਦੇ ਹੈ ਕਿ ਭਾਈ ਮਹਾਰਾਜ ਕਹਿੰਦੇ ਹੈ, ਭਗਤ ਨਾਮਦੇਵ ਜੀ ਦਾ ਬਚਨ ਆਉਂਦਾ ਆ। ਭਗਤ ਨਾਮਦੇਵ ਦੀ ਮਾਤਾ ਨੇ ਆਖਿਆ ਸੀ ਨਾ, ਪੁੱਤਰ ਤੂੰ ਖੁਦਾ ਕਹਦੇ ਛੱਡ ਦੇਣਗੇ ਤੈਨੂੰ। ਤੇ ਉਹ ਕਹਿੰਦੇ, ਨਾ ਮਾਂ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਨਾ ਮੈਂ ਤੇਰਾ ਬੱਚਾ ਤੇ ਨਾ ਤੂੰ ਮੇਰੀ ਮਾਂ ਏ, ਤੂੰ ਮੈਨੂੰ ਧਰਮ ਤੋਂ ਡਲਾਉਣੀ ਏ। ਸੋ ਸਾਧ ਸੰਗਤ ਜੀ, ਇਹੋ ਜਿਹਾ ਨਿਹਚਾ ਚਾਹੀਦਾ ਆ। ਫਿਰ ਕਿਤੇ ਜਾ ਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਮਿਲਦੀਆਂ ਨੇ। ਫਿਰ ਕਿਤੇ ਜਾ ਕੇ ਮੁਕਤੀ ਪਦ ਪ੍ਰਾਪਤ ਹੁੰਦਾ ਆ। ਫਿਰ ਕਿਤੇ ਜਾ ਕੇ ਬੈਕੁੰਠ ਧਾਮ ਦਾ ਵਾਸੀ ਹੋਈਦਾ ਆ। ਮਹਾਰਾਜ ਕਹਿੰਦੇ ਨੇ, ਜੇ ਕਿਸੇ ਨੂੰ ਜਨਮ ਤੋਂ ਹੀ ਵਿਰਾਗ ਗਿਆਨ ਹੋਵੇ, ਵਿਰਾਗ ਧਾਰਨ ਦੀ ਬਿਰਤੀ ਪੈਦਾ ਹੋ ਜੇ ਨਾ, ਉਹ ਭਾਈ ਅੰਤ ਤੱਕ ਹੀ ਨਿਭਾਉਣਾ ਚਾਹੀਦਾ ਆ। ਮਹਾਰਾਜ ਕਹਿੰਦੇ, ਭਾਈ ਸਾਬਤ ਸੂਰਤ ਕੇਸ ਜਿਵੇਂ ਬਚਪਨ ਤੋਂ ਹੀ ਹੈ ਨਾ ਸਾਡੇ, ਦੱਸੋ ਬਚਪਨ ਤੋਂ ਹੀ ਆ ਨਾ, ਮਾਂ ਦੇ ਗਰਭ ਚੋਂ ਹੀ ਆ ਨਾ। ਸਾਧ ਸੰਗਤ ਜੀ, ਇਹ ਤੇ ਬਾਅਦ ਚ ਕੈਂਚੀ ਲਾ ਲਈ, ਜਾ ਕੇ ਨਾਈ ਦੇ ਧੱਕੇ ਖਾਣ ਬਹਿ ਗਿਆ ਉੱਥੇ। ਸਾਧ ਸੰਗਤ ਜੀ, ਪਰ ਗੁਰੂ ਸਾਹਿਬ ਨੇ ਤਾਂ ਜਨਮ ਤੋਂ ਹੀ ਕੇਸ ਦਾੜਾ ਦਿੱਤਾ ਹੈ, ਜਨਮ ਤੋਂ ਹੀ।
ਜਨਮ ਤੋਂ ਹੀ ਦਿੱਤਾ ਮਹਾਰਾਜ ਨੇ, ਪਰ ਅੰਤ ਤੱਕ ਉਹ ਪ੍ਰੀਤ ਹੀ ਨਿਭਾਉਣੀ ਚਾਹੀਦੀ ਹੈ। ਗੁਰੂ ਸਾਹਿਬ ਇਉਂ ਬਚਨ ਕਰਦੇ ਐ, ਇਸ ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਹੀ ਅਮੋਲਕ ਹੈ, ਇਹਦੇ ਬਰਾਬਰ ਭਾਈ ਕੋਈ ਪਹੁੰਚ ਨਹੀਂ ਸਕਦਾ। ਸੰਸਾਰ ਦੇ ਕਰੋੜਾਂ ਹੀਰੇ ਵੀ ਨਹੀਂ ਆ ਸਕਦੇ। ਕਬੀਰਾ ਏਕ ਅਚੰਭਉ ਦੇਖਿਓ। ਸਾਧ ਸੰਗਤ ਜੀ, ਕੋਈ ਮਹਾਰਾਜ ਕਾਂਸ਼ੀ ਦੇ ਵਿੱਚ ਰਹਿੰਦੇ ਸਨ ਭਗਤ ਕਬੀਰ ਸਾਹਿਬ ਜੀ। ਇਹਨਾਂ ਦੇ ਕੋਲ ਨਾ ਕੋਈ ਗਿਆਨੀ ਰਹਿੰਦਾ ਸੀ, ਵਿਦਵਾਨ। ਉਹ ਬੜਾ ਵਿਦਵਾਨ ਗਿਆਨੀ ਸੀ। ਸਾਧ ਸੰਗਤ ਜੀ, ਧਿਆਨ ਦੇ ਕੇ ਮਹਾਰਾਜ ਦਾ ਸ਼ਲੋਕ ਸੁਣਿਓ। ਇਹ ਸਾਧ ਸੰਗਤ ਜੀ ਆਪਾਂ ਸੁਣਦੇ ਹਾਂ ਜਦੋਂ ਅਖੰਡ ਪਾਠ ਸਾਹਿਬ ਪਾਠ ਹੁੰਦੇ ਘਰਾਂ 'ਚ ਕਰਾਉਂਦੇ ਨੇ, ਉਦੋਂ ਮਹਾਰਾਜ ਕਬੀਰ ਜੀ ਦੇ ਸ਼ਲੋਕ ਸੁਣਦੇ ਹਾਂ ਸਿੰਘਾਂ ਪਾਸੋਂ। ਸੋ ਉਹ ਹੁਣ ਵਿਚਾਰ ਮਹਾਰਾਜ ਦੀ ਕਿਰਪਾ ਨਾਲ ਹੋ ਰਹੀ ਹੈ। ਸੋ ਗੁਰੂ ਸਾਹਿਬ ਦੀ ਐਸੀ ਕਿਰਪਾ ਆ ਕਿ ਨਾਲ ਨਾਲ ਕਥਾ ਹੋ ਤੇ ਨਾਲ ਨਾਲ ਰਿਕਾਰਡ ਹੋ ਰਹੀ ਹੈ, ਜੋ ਇੰਟਰਨੈਟ 'ਤੇ ਵੀ ਸਾਧ ਸੰਗਤ ਜੀ ਪਈ ਜਾਂਦੀ ਹੈ। ਜਦੋਂ ਮਰਜ਼ੀ ਸੁਣ ਸਕਦੇ ਹਾਂ, ਜਾਂ ਸਾਧ ਸੰਗਤ ਜੀ ਇੰਟਰਨੈਟ ਨਾਲ ਜੁੜੀਆਂ ਜਿੰਨੀਆਂ ਸੰਗਤਾਂ ਨੇ ਉਹ ਸੁਣਦੀਆਂ ਨੇ। ਸੋ ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਦੇ ਵੇਲੇ ਨਾ ਕੋਈ ਵਿਦਵਾਨ ਸੀ, ਗਿਆਨੀ। ਇਹ ਕਥਾ ਕਰਨ ਚਲਿਆ ਗਿਆ। ਜਦੋਂ ਸਾਧ ਸੰਗਤ ਜੀ ਕਥਾ ਕਰਨ ਗਿਆ ਨਾ ਤੇ ਸਾਧ ਸੰਗਤ ਜੀ ਕਥਾ ਕਰਨ ਤਾਂ ਬਹਿ ਗਿਆ। ਵਿਦਵਾਨ ਸੀ, ਇਹ ਗਿਆਨੀ ਸੀ। ਜਦੋਂ ਕਥਾ ਕਰਨ ਬੈਠਾ ਨਾ, ਇਹ ਅਣਅਧਿਕਾਰੀਆਂ ਨੂੰ ਉਪਦੇਸ਼ ਦਿੰਦਾ ਸੀ। ਸਾਧ ਸੰਗਤ ਜੀ, ਜਿਹੜੇ ਅਧਿਕਾਰੀ ਨਹੀਂ ਹੈ ਉਪਦੇਸ਼ ਦੇ। ਸੋ ਸਾਧ ਸੰਗਤ ਜੀ ਉਹਨਾਂ ਨੂੰ ਉਪਦੇਸ਼ ਦੇ ਰਿਹਾ ਸੀ, ਅਣਅਧਿਕਾਰੀ ਪੁਰਖ ਨੂੰ। ਜਦੋਂ ਇਹਨੇ ਅਣਅਧਿਕਾਰੀ ਨੂੰ ਉਪਦੇਸ਼ ਨੂੰ ਸਾਧ ਸੰਗਤ ਜੀ ਪੁਰਖ ਨੂੰ ਉਪਦੇਸ਼ ਦਿੱਤਾ, ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਵੇਖ ਲਿਆ। ਜਦੋਂ ਕਬੀਰ ਸਾਹਿਬ ਜੀ ਨੇ ਵੇਖਿਆ, ਸਾਧ ਸੰਗਤ ਜੀ ਇਹਨੂੰ ਵੇਖ ਕਰਕੇ ਉੱਥੇ ਸ਼ਲੋਕ ਉਚਾਰਨ ਕੀਤਾ ਆ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ, ਹੇ ਭਾਈ ਤੂੰ ਪੰਡਤ ਹੈ, ਵਿਦਵਾਨ ਗਿਆਨੀ ਹੈ, ਧਿਆਨ ਦੇ ਕੇ ਹੁਣ ਮੇਰਾ ਬਚਨ ਸੁਣੀ। ਸਤਿਗੁਰੂ ਜੀ ਕਹਿੰਦੇ, ਕਬੀਰਾ ਏਕ ਅਚੰਭਉ ਦੇਖਿਓ। ਮੈਂ ਇੱਕ ਅਚੰਭਾ ਕਹਿੰਦੇ ਵੇਖਣਾ ਕੀਤਾ। ਹੀਰਾ ਹਾਟ ਵਿਕਾਏ। ਪਰਮੇਸ਼ਰ ਦਾ ਨਾਮ ਉਹ ਗਿਆਨ ਪਾਈ ਹੀਰਾ ਹੱਟੀਆਂ ਤੇ ਵਿਕ ਰਿਹਾ ਸੀ। ਭਾਵ ਕਿ ਅਣਅਧਿਕਾਰੀ ਰੂਪੀ ਹੱਟੀ ਤੇ ਵਿਕਦਾ, ਜਿਹਨੂੰ ਕੋਈ ਸਮਝ ਹੀ ਨਹੀਂ ਹੈ, ਜਿਹਨੂੰ ਕੋਈ ਲੈਣ ਵਾਲਾ ਨਹੀਂ ਹੈ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਆਖਿਆ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਐਡਾ ਵੱਡਾ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਹੈ। ਗੁਰ ਕਾ ਸ਼ਬਦ ਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਦੀਨ ਦੁਨੀਆ ਦੇ ਮਾਲਕ ਕਹਿੰਦੇ ਭਾਈ, ਹੀਰਾ ਹਾਟ ਵਿਕਾਏ। ਉਹ ਪਰਮੇਸ਼ਰ ਦਾ ਨਾਮ ਰੂਪੀ ਗਿਆਨ ਤੇ ਹੀਰਾ। ਮਹਾਰਾਜ ਕਹਿੰਦੇ ਨਾਮ ਰੂਪੀ ਹੀਰਾ ਤੇ ਗਿਆਨ ਰੂਪੀ ਹੀਰਾ ਭਾਈ, ਉਹ ਜਿਹੜਾ ਅਣਅਧਿਕਾਰੀ ਪੁਰਖ ਹੈ ਉਹਨੂੰ ਭਾਈ ਵਿਕ ਰਿਹਾ ਸੀ। ਇਹ ਪੰਡਤ ਵਿਦਵਾਨ ਉਹਨੂੰ ਦੇ ਰਿਹਾ ਸੀ, ਉਹਨੂੰ ਸਮਝਾ ਰਿਹਾ ਸੀ। ਅਣਅਧਿਕਾਰੀ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ, ਮੈਂ ਇੱਕ ਅਚੰਭਾ ਵੇਖਿਆ ਕਿ ਭਾਈ ਜਿਹੜਾ ਹੀਰਾ ਸੀ ਨਾ, ਮਹਾਰਾਜ ਦਾ ਨਾਮ ਗਿਆਨ, ਉਹ ਅਣਅਧਿਕਾਰੀ ਰੂਪੀ ਹੱਟੀ ਤੇ ਵਿਕਾਏ ਵਿਕ ਰਿਹਾ ਸੀ। ਵੰਜਨ ਹਾਰੇ ਬਾਹਰ। ਮਹਾਰਾਜ ਕਹਿੰਦੇ ਖਰੀਦਣ ਵਾਲੇ ਜੌਹਰੀਆਂ ਤੋਂ ਬਾਹਰ ਸੀ। ਭਾਵ ਕਿ ਬਣਜਨ ਹਾਰੇ ਕਿਹਨਾਂ ਨੂੰ ਆਖਿਆ? ਜਿਹੜੇ ਸਾਧ ਸੰਗਤ ਜੀ ਵਪਾਰ ਕਰਦੇ ਐ, ਜਿਹੜੇ ਜੌਹਰੀ ਹੈ, ਪਾਰਖੂ ਹੈ, ਉਹਦੇ ਤੋਂ ਜਿਹੜੇ ਬਾਹਰ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਖ ਕੋਈ ਨਹੀਂ ਹੈ, ਜਿਹੜੇ ਬਣਜਨ ਹਾਰੇ ਬਾਹਰ ਆ, ਜਿਹੜੇ ਸਾਧ ਸੰਗਤ ਜੀ ਖਰੀਦਣ ਵਾਲੇ ਨਹੀਂ ਨੇ, ਖਰੀਦਣ ਤੋਂ ਬਾਹਰ ਹੀ ਨੇ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਤੇ ਗਿਆਨ ਰੂਪੀ ਹੀਰਾ ਭਾਈ ਉਹਨਾਂ ਕੋਲ ਵਿਕ ਰਿਹਾ ਸੀ। ਕੌਡੀ ਬਦਲੇ ਜਾਏ। ਹਾਂ, ਕੌਡੀ ਬਦਲੇ ਜਾਏ, ਕੌਡੀਆਂ ਦੇ ਭਾਈ ਜਾ ਰਿਹਾ ਸੀ। ਮਹਾਰਾਜ ਦਾ ਨਾਮ ਰੂਪੀ ਹੀਰਾ, ਪਰਮੇਸ਼ਰ ਦਾ ਨਾਮ ਰੂਪੀ ਹੀਰਾ, ਗਿਆਨ ਰੂਪੀ ਹੀਰਾ ਭਾਈ, ਗਿਆਨ ਰੂਪੀ ਮੋਤੀ। ਸਤਿਗੁਰੂ ਜੀ ਕਹਿੰਦੇ ਅਣਅਧਿਕਾਰੀ ਜਿਹੜੇ ਪੁਰਖ ਨੇ ਉਹਨਾਂ ਦੀ ਹੱਟੀ ਤੇ ਵਿਕ ਰਿਹਾ ਸੀ। ਉਹਨਾਂ ਨੂੰ ਭਾਈ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਅਣਅਧਿਕਾਰੀ ਪੁਰਖ ਨੂੰ ਸਾਖਤ ਬੰਦੇ ਨੂੰ ਜਿੰਨਾ ਮਰਜ਼ੀ ਸਮਝਾ ਦਿਓ ਨਹੀਂ ਸਮਝੇਗਾ।
ਸਾਧ ਸੰਗਤ ਜੀ ਉਹ ਆਪਣਾ ਸੁਭਾਅ ਨਹੀਂ ਛੱਡਦਾ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਮਹਾਰਾਜ ਦੱਸਦੇ ਐ, ਸਤਿਗੁਰੂ ਸਮਝਾਉਂਦੇ ਐ। ਮਹਾਰਾਜ ਜੀ ਕਹਿੰਦੇ ਭਾਈ ਤੂੰ ਤਾਂ ਪੰਡਤ ਵਿਦਵਾਨ ਐ, ਤੂੰ ਕਥਾ ਉੱਥੇ ਕਰਿਆ ਕਰ ਜਿੱਥੇ ਜਗਿਆਸੂ ਰਹਿੰਦੇ ਐ, ਜਿੱਥੇ ਸਤ ਸੰਗੀ ਰਹਿੰਦੇ ਐ। ਮਹਾਰਾਜ ਕਹਿੰਦੇ ਅਣਅਧਿਕਾਰੀਆਂ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ ਭਾਈ, ਉਹਨਾਂ ਨੂੰ ਸਾਰ ਨਹੀਂ ਐ, ਉਹ ਤੇਰੀ ਕਦਰ ਨਹੀਂ ਪਾਉਣਗੇ, ਉਹਨਾਂ ਨੂੰ ਕੀ ਸਾਰ ਐ। ਸਾਧ ਸੰਗਤ ਜੀ ਇਸੇ ਪ੍ਰਕਾਰ ਸਾਡੀ ਹਾਲਤ ਹੋਈ ਹੈ। ਜਿਹੜੇ ਮਹਾਂਪੁਰਖ ਵਿਦਵਾਨ ਗੁਰਮੁਖ ਨੇ, ਗਿਆਨੀ ਹੈ, ਉਹਨਾਂ ਦੀ ਅਸੀਂ ਸਾਰ ਕਦਰ ਹੀ ਨਹੀਂ ਜਾਣੀ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਦੱਸਦੇ ਐ, ਕਹਿੰਦੇ ਖਰੀਦਣ ਤੋਂ ਬਾਹਰ ਨੇ ਕੌਡੀ ਬਦਲੇ ਜਾਏ। ਉਹਨਾਂ ਦਾ ਨਾਮ ਗਿਆਨ ਤਾਂ ਭਾਈ ਕੌਡੀਆਂ ਦੇ ਭਾਈ ਜਾ ਰਿਹਾ। ਕਬੀਰਾ ਏਕ ਅਚੰਪਉ ਦੇਖਿਓ। ਸਾਧ ਸੰਗਤ ਜੀ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਇੱਕ ਅਚੰਭਾ ਸੰਸਾਰ ਤੇ ਵੇਖਿਆ, ਜਗਤ ਵਿੱਚ ਇੱਕ ਅਚੰਭਾ ਵੇਖਿਆ। ਕਹਿੰਦੇ ਕੀ ਵੇਖਿਆ ਮਹਾਰਾਜ ਜੀ ਦੱਸਦੇ ਹਨ। ਹੀਰਾ ਹਾਟ ਬਕਾਏ। ਹਾਂ ਹੁਣ ਧਿਆਨ ਦੇ ਕੇ ਸੁਣਿਓ, ਇਹ ਮਨੁੱਖਾ ਜਨਮ ਰੂਪੀ ਹੀਰਾ ਵਿਸ਼ਿਆਂ ਦੀ ਹੱਟੀਆਂ ਤੇ ਵਿਕ ਰਿਹਾ ਸੀ। ਮਹਾਰਾਜ ਕਹਿੰਦੇ ਇਹ ਮਨੁੱਖਾ ਜਨਮ ਹੀਰਾ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਬਖੀਲੀ ਸਾਧ ਸੰਗਤ ਜੀ ਨਸ਼ਿਆਂ ਵਿਸ਼ਿਆਂ ਵਿੱਚ ਰੂਪੀ ਹੱਟੀਆਂ ਤੇ ਇਹ ਹੀਰਾ ਜਨਮ ਮਹਾਰਾਜ ਕਹਿੰਦੇ ਵਿਕ ਰਿਹਾ ਸੀ। ਸੰਸਾਰ ਵਿੱਚ ਜਗਤ ਵਿੱਚ ਮੈਂ ਅਚੰਭਾ ਵੇਖਿਆ। ਬੰਜਨ ਹਾਰੇ ਬਾਹਰਾ। ਮਹਾਰਾਜ ਕਹਿੰਦੇ ਇਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਹੀਰਾ ਆ ਔਰ ਮਨੁੱਖਾ ਜਨਮ ਵੀ ਬੜਾ ਅਮੋਲਕ ਹੈ। ਸਾਧ ਸੰਗਤ ਜੀ ਇਸ ਮਨੁੱਖਾ ਜਨਮ ਵਿੱਚ ਆ ਕਰਕੇ ਅਸੀਂ ਸਤਿਗੁਰੂ ਜੀ ਦੇ ਨਾਮ ਰੂਪੀ ਖਰੀਦਣ ਤੋਂ ਬਾਹਰ ਹੀ ਆ। ਸਤਿਗੁਰੂ ਜੀ ਕਹਿੰਦੇ ਵਾਂਝੇ ਰਹਿ ਗਏ ਆ। ਇਸੇ ਪ੍ਰਕਾਰ ਦੱਸਦੇ ਹਨ ਕੌਡੀ ਬਦਲੇ ਜਾਏ। ਹਾਂ ਕੌਡੀਆਂ ਦੇ ਭਾਅ ਮਨੁੱਖਾ ਜਨਮ ਜਾ ਰਿਹਾ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਾਧ ਸੰਗਤ ਜੀ ਘਰੇ ਦੁੱਧ ਪੀਣ ਨੂੰ ਹੋਵੇ, ਸਾਧ ਸੰਗਤ ਜੀ ਪੂਰਾ ਖਾਣ ਵਾਸਤੇ ਭੋਜਨ ਪੂਰਾ ਇੱਕ ਨੰਬਰ ਹੋਵੇ ਤੇ ਸੌਣ ਵਾਸਤੇ ਮਖਮਲੀ ਸੇਜਾ ਹੋਵੇ, ਸੁੰਦਰ ਘਰ ਵਾਲੀ ਇਸਤਰੀ ਹੋਵੇ, ਬੱਚੇ ਹੋਣ, ਸਾਰੇ ਸੁਖ ਸਾਧਨ ਹੋਣ ਤੇ ਪਰਮੇਸ਼ਰ ਦਾ ਨਾਮ ਕਹਿੰਦੇ ਜੀ ਉਹ ਨਹੀਂ ਹਜੇ ਜਪਣ ਦਾ ਸਮਾਂ ਆਇਆ। ਸਾਧ ਸੰਗਤ ਜੀ ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਐ ਕਿ ਇਹ ਹੀਰਾ ਰੂਪੀ ਜਨਮ ਤਾਂ ਕੌਡੀਆਂ ਦੇ ਭਾਈ ਵਿਕਾਰਿਆ ਤੂੰ। ਰਹਿਣ ਗਵਾਈ ਸੋਏ ਕੈ ਉਹ ਤੂੰ ਸੌਂ ਕੇ ਗਵਾ ਦਿੱਤੀ। ਦਿਵਸ ਗਵਾਇਆ ਖਾਏ ਉਹ ਕੰਮ ਧੰਦਿਆਂ 'ਚ ਜਾਂ ਖਾ ਕੇ ਗਵਾ ਦਿੱਤਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਯਾਦ ਰੱਖੀ ਤੂੰ ਇਹ ਹੀਰਾ ਜਨਮ ਗਵਾ ਦਿੱਤਾ ਨਾ, ਮੁੜ ਕੇ ਤੈਨੂੰ ਦੁਬਾਰਾ ਨਹੀਂ ਮਿਲੇਗਾ। ਸਤਿਗੁਰੂ ਜੀ ਤੈਨੂੰ 84 ਲੱਖ ਜੂਨ ਵਿੱਚ ਪਾ ਦੇਣਗੇ। ਸਾਧ ਸੰਗਤ ਜੀ ਜਦੋਂ ਫਿਰ ਤੂੰ 84 ਲੱਖ ਜੂਨ ਵਿੱਚ ਪੈ ਕੇ ਜਨਮ ਭੋਗੇਗਾ ਉਹ ਸਜ਼ਾ ਭੋਗੇਗਾ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਜਦੋਂ ਤੇਰੇ ਚਾਰ ਪੈਰ ਹੋ ਗਏ ਗੁੰਗਾ ਤੇਰਾ ਮੁਖ ਹੋ ਗਿਆ। ਮਹਾਰਾਜ ਕਹਿੰਦੇ ਉਦੋਂ ਕਿਵੇਂ ਗੁਣ ਗਾਵੇਂਗਾ ਪਰਮੇਸ਼ਰ ਦੇ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊੜਤ ਬੈੜਤ ਠੇਗਾ ਪਰੈ ਉੱਠਦਿਆਂ ਬਹਿੰਦਿਆਂ ਤੇਰੇ ਤੇ ਠੇਂਗਾ ਸੋਟੀ ਪਏਗੀ। ਤਵਕਤ ਮੂੰਡ ਲੁਕਈ ਹੈ ਹਰ ਬਣ ਬੈਲ ਬਰਾਨੇ ਹੋਈ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇ ਬੁਲਦੀ ਬਣੀਦਾ ਭਾਈ, ਬਲਦੀ ਬਣੀਦਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ 84 ਲੱਖ ਜੂਨ ਹੀ ਭੋਗੀ ਦੀ ਹੈ। ਸਾਧ ਸੰਗਤ ਜੀ ਇਹ ਸੰਸਾਰ ਦੀ ਹਾਲਤ ਨੂੰ ਵੇਖ ਕਰਕੇ, ਜਗਤ ਦੀ ਹਾਲਤ ਨੂੰ ਵੇਖ ਕਰਕੇ ਮਹਾਰਾਜ ਜੀ ਸ਼ਲੋਕ ਉਚਾਰਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨਮੁਖੀ ਲੋਕ ਨੇ ਉਹਨਾਂ ਨੇ ਇਹ ਹੀਰੇ ਰੂਪੀ ਜਨਮ ਦੀ ਕਦਰ ਨਹੀਂ ਜਾਣੀ। ਸਾਧ ਸੰਗਤ ਜੀ ਕਿਤੇ ਸਤ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਉਸਤਤੀ ਨਹੀਂ ਸੁਣਨਾ ਕੀਤੀ, ਕਦੇ ਭਜਨ ਬੰਦਗੀ ਨਹੀਂ, ਬਾਣੀ ਨਹੀਂ ਪੜ੍ਹੀ, ਸਤਿਗੁਰੂ ਪਰਮੇਸ਼ਰ ਜੀ ਦਾ ਨਿਤਨੇਮ ਨਹੀਂ ਕੀਤਾ, ਭਜਨ ਨਹੀਂ ਕੀਤਾ। ਇਸੇ ਪ੍ਰਕਾਰ ਸੁੱਖਾ ਸਾਧਨਾ 'ਚ ਉਹ ਸਾਧ ਸੰਗਤ ਜੀ ਲੱਗ ਕੇ ਰਹਿ ਗਏ। ਮਹਾਰਾਜ ਕਹਿੰਦੇ ਨੇ ਉਹ ਹੀਰਾ ਰੂਪੀ ਜਨਮ ਅਜਾਈ ਗਵਾਉਂਦੇ ਐ। ਸਤਿਗੁਰੂ ਕਹਿੰਦੇ ਮੈਂ ਅਚੰਭਾ ਦੇਖਣਾ ਕੀਤਾ ਭਾਈ ਕਿ ਹੀਰਾ ਰੂਪੀ ਜਨਮ ਵਿਸ਼ਿਆਂ ਨਿਸ਼ਿਆਂ ਦੀ ਹੱਟੀ ਤੇ ਵਿਕ ਰਿਹਾ।
ਬਨ ਜਨ ਹਾਰੇ ਬਾਹਰਾ। ਮਹਾਰਾਜ ਕਹਿੰਦੇ ਭਾਈ ਉਹਨਾਂ ਨੇ ਨਾਮ ਰੂਪੀ ਹੀਰਾ ਖਰੀਦਣਾ ਹੀ ਨਹੀਂ ਕੀਤਾ। ਆ ਜੋ ਕਥਾ ਅਮੋਲਕ ਹੈ, ਸਭ ਤੀ ਉਤਮ ਹਰ ਕੀ ਕਥਾ, ਜੋ ਸਤਿਗੁਰ ਦੀ ਉਤਮ ਕਥਾ, ਇਹ ਭਾਈ ਇਹਨੇ ਖਰੀਦਣੀ ਹੋਈ ਨਹੀਂ ਕੀਤੀ, ਮੰਨਣੀ ਹੋਈ ਨਹੀਂ ਕੀਤੀ, ਕਮਾਉਣੀ ਹੋਈ ਨਹੀਂ ਕੀਤੀ। ਸਾਧ ਸੰਗਤ ਜੀ ਇਹਦੇ ਤੋਂ ਬਾਹਰ ਹੀ ਹੋ ਗਏ। ਕੌਡੀ ਬਦਲੇ ਜਾਏ। ਕੌਡੀਆਂ ਦੇ ਅੱਛਾ ਕੌਡੀ ਦਾ ਮੁੱਲ ਕਿੰਨਾ ਕੁ ਹੁੰਦਾ? ਕੌਡੀਆਂ ਦਾ ਕੋਈ ਮੁੱਲ ਨਹੀਂ ਹੁੰਦਾ ਸਾਧ ਸੰਗਤ ਜੀ। ਇਸੇ ਪ੍ਰਕਾਰ ਐਡਾ ਵੱਡਾ ਹੀਰਾ ਜਨਮ ਕੌਡੀਆਂ ਦੇ ਭਾਈ ਬਦਲੇ ਜਾਏ, ਇਹਦੇ ਬਦਲੇ ਗਵਾ ਦਿੱਤਾ। ਕਬੀਰਾ ਜਹਾਂ ਗਿਆਨ ਤਹ ਧਰਮ ਹੈ। ਸਾਧ ਸੰਗਤ ਜੀ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਨਾ ਸਤਿਗੁਰੂ ਮਹਾਰਾਜ ਸਾਨੂੰ ਸੁਚੇਤ ਕਰਨਾ ਚਾਹੁੰਦੇ ਹੈ ਕਿ ਹੇ ਭਾਈ ਤੂੰ ਸੁਚੇਤ ਹੋ ਜਾ, ਖਬਰਦਾਰ ਹੋ ਜਾ। ਦੱਸਦੇ ਹਨ ਕਬੀਰਾ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ ਹੈ ਧਰਮ ਹੀ ਉੱਥੇ ਹੈ। ਸਾਧ ਸੰਗਤ ਜੀ ਜਿੱਥੇ ਅਗਿਆਨੀ ਹੈ ਉੱਥੇ ਕੋਈ ਧਰਮ, ਧਰਮ ਨਾਮ ਮਰਿਆਦਾ ਦਾ, ਧਰਮ ਨਾਮ ਹੈ ਲਾ ਦਾ, ਕਾਨੂੰਨ ਦਾ। ਸਗਲ ਧਰਮੇ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਸਾਧ ਸੰਗਤ ਜੀ ਕਾਨੂੰਨ, ਲਾ, ਮਰਿਆਦਾ। ਸੋ ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਜੀ ਜਿੱਥੇ ਗਿਆਨ ਹੈ ਉੱਥੇ ਹੀ ਧਰਮ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿੱਥੇ ਗਿਆਨ ਹੈ, ਸਤ ਸੰਗਤ ਵਿੱਚੋਂ ਗਿਆਨ ਦੀ ਸਾਧ ਸੰਗਤ ਜੀ ਉਪਜਦਾ ਗਿਆਨ ਪੈਦਾ ਹੁੰਦਾ ਆ। ਸਤ ਸੰਗ ਦੇ ਵਿੱਚ ਆ ਕੇ ਹੀ ਮਨੁੱਖ ਨੂੰ ਗਿਆਨ ਦੀ ਅਵਸਥਾ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗਿਆਨ ਹੈ, ਜਿਹੜੇ ਗਿਆਨੀ ਹੈ ਉਹੀ ਧਰਮੀ ਹੈ, ਉਹੀ ਮਰਜ਼ਾਦਾ ਵਿੱਚ ਰਹਿੰਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਗਿਆਨ ਹੈ, ਜਿਨ੍ਹਾਂ ਦੇ ਤਨ ਤੇ ਗਿਆਨ ਹੈ, ਉਹ ਧਰਮ ਵਿੱਚ ਰਹਿਣਗੇ। ਗਿਆਨ ਹੈ ਕਿ ਮਾੜਾ ਨਹੀਂ ਵੇਖਣਾ, ਮਾੜਾ ਨਹੀਂ ਬੋਲਣਾ, ਮਾੜਾ ਨਹੀਂ ਸੁਣਨਾ। ਸਾਧ ਸੰਗਤ ਜੀ ਸਤ ਸੰਗਤ ਵਿੱਚੋਂ ਗਿਆਨ ਆ ਗਿਆ, ਉਹ ਉਹੀ ਧਰਮੀ ਹੈ। ਸਤਿਗੁਰੂ ਜੀ ਕਹਿੰਦੇ ਉਹੀ ਧਰਮੀ ਬਣ ਕੇ ਰਹਿੰਦੇ ਨੇ। ਜਹਾਂ ਝੂਠ ਤਹ ਪਾਪ। ਜਿੱਥੇ ਝੂਠ ਬੋਲਿਆ ਜਾਂਦਾ ਉੱਥੇ ਪਾਪ ਹੈ। ਸਾਧ ਸੰਗਤ ਜੀ ਪਾਪ ਕਰਕੇ ਹੀ ਝੂਠ ਬੋਲਦਾ ਆ ਜੀਵ। ਜਦੋਂ ਪਾਪੀ ਮਨ ਹੋਵੇ, ਪਾਪੀ ਤਨ ਹੋਵੇ, ਉਦੋਂ ਬੜੇ ਛਲ ਕਪਟ ਕਰਦਾ, ਬੜੇ ਝੂਠ ਬੋਲਦਾ ਏ। ਤੂੰ ਝੂਠ ਬੋਲ ਦਿੱਤਾ, ਤੂੰ ਪਾਪ ਹੀ ਕਰ ਲੈ। ਮਹਾਰਾਜ ਕਬੀਰ ਜੀ ਕਹਿੰਦੇ ਇਸ ਕਰਕੇ ਉਹ ਸਮਝਾਉਂਦੇ ਹਨ ਜਹਾਂ ਝੂਠ ਤਹ ਪਾਪ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਸਤਿਗੁਰੂ ਕਹਿੰਦੇ ਅੰਦਰੋਂ ਸੱਚ ਦਾ ਕਾਲ ਪੈ ਗਿਆ। ਜਿਵੇਂ ਕਾਲ ਨਹੀਂ ਪੈਂਦਾ ਹੁੰਦਾ ਸੀ ਪਹਿਲਾਂ, ਮੀਂਹ ਨਹੀਂ ਸੀ ਪੈਂਦੇ ਹੁੰਦੇ। ਸਾਧ ਸੰਗਤ ਜੀ ਦੇਖੋ ਮੀਂਹਾਂ ਨਾਲ ਹੀ ਖੇਤੀ ਹੁੰਦੀ ਸੀ, ਉਦੋਂ ਵਰਖਾ ਪੈਣੀ ਤਾਂ ਖੇਤੀ ਹੋਣੀ। ਸੋ ਗੁਰਮੁਖੋ ਤੇ ਜਦੋਂ ਮੀਂਹ ਨਾ ਪੈਣਾ ਕਹਿੰਦੇ ਜੀ ਕਾਲ ਪੈ ਗਿਆ। ਮਹਾਰਾਜ ਕਹਿੰਦੇ ਅੰਦਰੋਂ ਸੱਚ ਦਾ ਕਾਲ ਪੈ ਗਿਆ, ਜੀਵ ਦੇ ਸੱਚੇ ਨਾਮ ਦਾ, ਸੱਚੇ ਗਿਆਨ ਦਾ ਕਾਲ ਪੈ ਗਿਆ। ਇੱਥੇ ਆ ਕੇ ਵੀ ਨਹੀਂ ਕਈ ਸਮਝਦੇ ਸਾਧ ਸੰਗਤ ਜੀ, ਗੁਰੂ ਦੇ ਦੁਆਰੇ ਤੇ ਆ ਕੇ ਵੀ ਅੱਖਾਂ ਨਹੀਂ ਖੋਲਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਅੰਦਰੋਂ ਕਾਲ ਪੈ ਗਿਆ, ਕਿਉਂਕਿ ਕੂੜ ਵਰਤਿਆ, ਝੂਠ ਨੂੰ ਵਰਤਿਆ। ਝੂਠ ਨੂੰ ਵਰਤਨੇ ਕਰਕੇ ਅੰਦਰੋਂ ਸੱਚੇ ਨਾਮ ਗਿਆਨ ਦਾ ਕਾਲ ਪੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਂਝੇ ਰਹਿ ਗਏ। ਜਹਾਂ ਝੂਠ ਦਾ ਪਾਪ, ਜਿੱਥੇ ਝੂਠ ਹੈ ਉੱਥੇ ਭਾਈ ਪਾਪ ਹੀ ਪਾਪ ਹੈ। ਮਨੁੱਖ ਪਾਪ ਹੀ ਉੱਥੇ ਕਰਦਾ ਜਿੱਥੇ ਝੂਠ ਬੋਲਦਾ ਹੈ, ਤੇ ਜਿੱਥੇ ਝੂਠ ਹੈ ਉੱਥੇ ਪਾਪ ਹੁੰਦੇ ਹੈ। ਕਿੰਨੇ ਝੂਠ ਬੋਲੇ ਜਾਂਦੇ ਹੈ, ਲੀਡਰ ਕਿੰਨੇ ਝੂਠ ਬੋਲਦੇ ਆ, ਪਾਪ ਹੀ ਕਰਦੇ ਆ ਨਾ। ਅਸੀਂ ਕਿੰਨੇ ਝੂਠ ਬੋਲਦੇ ਆ, ਝੂਠ ਬੋਲਣਾ ਵੀ ਪਾਪ ਹੈ, ਕਿਉਂਕਿ ਕੂੜ ਬੋਲ ਮਰਦਾਰ ਖਾਏ। ਸਾਧ ਸੰਗਤ ਜੀ ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਹਨ ਜਹਾਂ ਲੋਭ ਤਹ ਕਾਲ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਲੋਭ ਹੈ ਭਾਈ, ਲੋਭ ਭਾਵ ਜਿੱਥੇ ਲਾਲਚ ਹੈ, ਜਿੱਥੇ ਮਾਇਆ ਦਾ ਲਾਲਚ ਹੈ, ਉੱਥੇ ਸਾਧ ਸੰਗਤ ਜੀ ਕਾਲ ਹੈ, ਉੱਥੇ ਮੌਤ ਹੀ ਮੌਤ ਹੈ। ਸੋ ਗੁਰਮੁਖੋ ਜਿੱਥੇ ਲਾਲਚ ਹੈ, ਲੋਭ ਹੈ, ਮਹਾਰਾਜ ਕਹਿੰਦੇ ਮੌਤ ਹੈ, ਉੱਥੇ ਕਾਲ ਹੈ, ਉੱਥੇ ਸਾਧ ਸੰਗਤ ਜੀ। ਇਉਂ ਸਤਿਗੁਰੂ ਜੀ ਸਮਝਾਉਂਦੇ ਨੇ, ਭਗਤ ਜੀ ਇਉਂ ਬਚਨ ਕਰਦੇ ਹਨ ਜਹਾਂ ਖਿਮਾ ਤਹ ਆਪ। ਇਸੇ ਕਰਕੇ ਲੋਭ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਜੀ। ਧਰਮ ਦੀ ਸੱਚੀ ਸੁੱਚੀ ਕਿਰਤੀ ਕਰਨੀ ਚਾਹੀਦੀ ਹੈ। ਜੇ ਤੂੰ ਬਹੁਤਾ ਲੋਭ ਕਰੇਗਾ, ਲਾਲਚ ਕਰੇਗਾ, ਮਹਾਰਾਜ ਕਹਿੰਦੇ ਮੌਤ 'ਚ ਹੀ ਫਸਿਆ ਰਹੇਗਾ। ਜੰਮਣ ਮਰਨ ਤੇਰਾ ਉਹ ਤੂੰ ਮਿਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ। ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਐ ਜਿੱਥੇ ਤੈਨੂੰ ਮਾਇਆ ਦੇ ਪਦਾਰਥਾਂ ਦਾ ਲੋਭ ਹੈ, ਉਹ ਇਕੱਠਾ ਕਰਨ ਦਾ ਲੋਭ ਲੱਗਿਆ ਹੋਇਆ ਏ, ਸਤਿਗੁਰੂ ਕਹਿੰਦੇ ਯਾਦ ਰੱਖੀ
ਤੂੰ ਤੇਰਾ ਮਨ ਦੀ ਪ੍ਰਵਿਰਤੀ ਲੋਭ ਵਿੱਚ ਫਸੀ ਹੋਣ ਕਰਕੇ ਤੂੰ ਪਰਮੇਸ਼ਰ ਦਾ ਭਜਨ ਬੰਦਗੀ ਨਹੀਂ ਕੀਤਾ, ਇਸੇ ਕਰਕੇ ਤਾਂ ਕਾਲ ਹੈ, ਤਹਿ ਕਾਲ ਹੈ। ਸਤਿਗੁਰੂ ਕਹਿੰਦੇ ਫਿਰ ਮੌਤ ਹੀ ਮੌਤ ਹੈ, ਕਾਲ ਹੀ ਤੈਨੂੰ ਵਿਆਪੇਗਾ, ਮੌਤ ਹੀ ਵਿਆਪੇਗੀ। ਗੁਰੂ ਸਾਹਿਬ ਕਹਿੰਦੇ ਜੇ ਲੁੱਟਣਾ, ਜੇ ਲੋਭ ਕਰਨਾ ਆ, ਰਾਮ ਦੇ ਨਾਮ ਨੂੰ ਲੁੱਟਣਾ ਕਰ। ਸਤਿਗੁਰੂ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਲੁੱਟਣੇ ਕਰਕੇ ਭਾਈ ਫਿਰ ਕਾਲ ਨਹੀਂ ਰਹਿੰਦਾ, ਮੌਤ ਨਹੀਂ ਰਹਿੰਦੀ। ਸੱਚੇ ਪਾਤਸ਼ਾਹ ਇਉਂ ਸਮਝਾਉਂਦੇ ਐ। ਇਸੇ ਕਰਕੇ ਪਦਾਰਥਾਂ ਦਾ ਬਹੁਤਾ ਲੋਭ ਨਹੀਂ ਕਰਨਾ ਚਾਹੀਦਾ। ਜਹਾ ਖਿਮਾ ਤਹਿ ਆਪ। ਜਹਾ ਖਿਮਾ, ਖਿਮਾ ਭਾਵ ਦੁੱਖ ਤੇ ਸੁੱਖ, ਬੋਲ ਤੇ ਕਬੂਲ ਨੂੰ ਇੱਕ ਬਿਰਤੀ ਜਾਨਣਾ, ਇਹਨੂੰ ਤਤਿਕਸ਼ਾ ਬਿਰਤੀ ਕਹਿੰਦੇ ਐ। ਦੁੱਖ ਤੇ ਸੁੱਖ ਉਹਨੂੰ ਸਾਧ ਸੰਗਤ ਜੀ ਸਹਾਰ ਲੈਣਾ, ਤੇ ਬੋਲ ਤੇ ਕਬੂਲ ਸਹਾਰ ਲੈਣ ਵਾਲੀ ਬਿਰਤੀ ਨੂੰ ਸਾਧ ਸੰਗਤ ਜੀ ਤਤਿਕਸ਼ਾ ਬਿਰਤੀ ਆਖਿਆ। ਮਹਾਰਾਜ ਕਹਿੰਦੇ ਖਿਮਾ, ਜਿੱਥੇ ਖਿਮਾ ਹੈ, ਜਿੱਥੇ ਸਾਰਿਆਂ ਨੂੰ ਮਾਫ ਕਰਨ ਦਾ ਅੰਦਰ ਭਾਵਨਾ ਵੀ ਜੇ ਮੇਰੇ ਨਾਲ ਕੋਈ ਮਾੜਾ ਵੀ ਕਰ ਜੇ ਨਾ ਤਾਂ ਵੀ ਖਿਮਾ ਕਰ ਦੇਣਾ। ਸਾਧ ਸੰਗਤ ਜੀ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤਾ ਏ, ਮਹਾਰਾਜ ਜੀ ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਅੰਦਰ ਤਾਕਤ ਹੁੰਦੇ ਹੋਈ ਵੀ ਨਿਤਾਣਾ, ਬੇਤਾਕਤੀ ਜਾਣਨਾ। ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ। ਮੁਖੋਂ ਕੋਈ ਫਿੱਕਾ ਬਚਨੀ ਨਾ ਬੋਲੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਤਾਂ ਸਾਰਿਆਂ 'ਚ ਹੀ ਰਹਿੰਦਾ ਹੈ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿੀ ਠਾਹੇ, ਮਾਨਕ ਸਭ ਅਮੋਲ ਵੇ, ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ, ਹਿਆਉ ਨਾ ਠਾਹੇ ਕਹੀਦਾ। ਖਿਮਾ ਧਾਰ ਕੇ ਰੱਖਣੀ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕੁਝ ਬੋਲ ਕਬੋਲ ਵੀ ਬੋਲ ਜਾਵੇ। ਜਿਵੇਂ ਇੱਕ ਪਤਨੀ ਇਸਤਰੀ ਨੂੰ ਆਖਿਆ ਨਾ, ਨਿਵਣ ਸੁਅਖਰ ਖਵਣ ਗੁਣ ਜਿਹਬਾ ਮਣੀਆ ਮੰਤ, ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਸਤਿਗੁਰਾਂ ਨੇ ਇਸਤਰੀ ਨੂੰ ਆਖਿਆ ਕਿ ਤੂੰ ਪਤੀ ਵਾਸਤੇ ਨਿਵ ਕੇ ਰਹਿ, ਨਿਵਣ ਸੁਅਖਰ ਖਵਣ ਗੁਣ, ਖਵਣ ਨਾਮ ਹੈ ਖਿਮਾ ਦਾ। ਉਹ ਤੈਨੂੰ ਜੋ ਮਰਜ਼ੀ ਬੋਲੇ ਤੂੰ ਖਿਮਾ ਧਾਰ ਕੇ ਰੱਖਣੀ ਹੈ, ਸਤਿਗੁਰੂ ਦਾ ਹੁਕਮ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਜਿਹਬਾ ਮਣੀਆ ਮੰਤ, ਤੇ ਸਾਧ ਸੰਗਤ ਜੀ ਮੁਖੋਂ ਮਿੱਠੇ ਬਚਨ ਬੋਲਣੇ, ਤੇ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸਾਧ ਸੰਗਤ ਜੀ ਉਹ ਮਹਾਰਾਜ ਜੀ ਦੱਸਦੇ ਐ, ਸਤਿਗੁਰੂ ਜੀ ਕਹਿੰਦੇ ਖਿਮਾ ਧਾਰ ਕੇ ਰੱਖਣੀ। ਜਿੱਥੇ ਖਿਮਾ ਹੈ ਉੱਥੇ ਕੀ ਹੈ ਦੱਸਦੇ ਹਨ, ਜਹਾਂ ਖਿਮਾ ਤਹਿ ਆਪ। ਜਿੱਥੇ ਖਿਮਾ ਉੱਥੇ ਪਰਮੇਸ਼ਰ ਹੈ, ਉੱਥੇ ਸਾਖਸ਼ਾਤ ਵਾਹਿਗੁਰੂ ਹੈ। ਕਿਉਂਕਿ ਵਾਹਿਗੁਰੂ ਵੀ ਪਰਮੇਸ਼ਰ ਵੀ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ ਭਾਈ। ਉਹ ਤੇ ਸਾਰਿਆਂ ਨੂੰ ਮੁਆਫ ਕਰ ਦੇਣ ਵਾਲਾ ਹੈ ਨਾ। ਇਸੇ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿੱਥੇ ਖਿਮਾ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਸਾਖਸ਼ਾਤ ਬੈਠਾ ਹੈ। ਜਿੱਥੇ ਭਾਈ ਖਿਮਾ ਹੈ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਗਿਆਨ ਹੈ, ਜਿੱਥੇ ਪ੍ਰਭੂ ਆਪ ਹੀ ਸਾਖਸ਼ਾਤ ਸੋ ਜਾਂਦਾ। ਸਾਧ ਸੰਗਤ ਜੀ ਜਿੱਥੇ ਗਿਆਨ ਆ ਗਿਆ ਨਾ, ਨਾਮ ਆ ਗਿਆ ਨਾ, ਉੱਥੇ ਅਕਾਲ ਪੁਰਖ ਪ੍ਰਗਟ ਹੋ ਜਾਂਦਾ। ਕਿਉਂਕਿ ਗਿਆਨ ਦੀ ਦ੍ਰਿਸ਼ਟੀ ਕਰਕੇ ਹੀ ਪ੍ਰਗਟ ਹੁੰਦਾ ਵਾਹਿਗੁਰੂ ਪਰਮੇਸ਼ਰ। ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਜੇ ਗਿਆਨ ਨਹੀਂ ਹੈ ਤਾਂ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਤਾਂ ਗੁਰਦੁਆਰੇ ਸਾਹਿਬ 'ਚ ਹੀ ਹੈ। ਇਸੇ ਕਰਕੇ ਬਾਹਰ ਜਾ ਕੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਪਾਪ ਹੀ ਕਰ, ਇਹ ਗਿਆਨ ਨਹੀਂ ਹੈ। ਅਸਲ ਗਿਆਨ ਤੇ ਇਹੀ ਹੁੰਦਾ ਕਿ ਜਿਹੜਾ ਗੁਰੂ ਸਾਹਿਬ ਗੁਰੂ ਘਰ ਮੰਦਰਾਂ ਮਸੀਤਾਂ 'ਚ ਬੈਠਾ ਨਾ ਪਰਮੇਸ਼ਰ, ਉਹੀ ਮੇਰੇ ਅੰਦਰ ਹੈ, ਉਹੀ ਮੈਨੂੰ ਸਭ ਪਾਸੇ ਦੇਖ ਰਿਹਾ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਡ ਤਹਿ ਦਿਸੈ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ। ਮਹਾਰਾਜ ਕਹਿੰਦੇ ਉਹਦੇ ਤੋਂ ਭਿੰਨ ਕੋਈ ਥਾਂ ਹੈ ਹੀ ਨਹੀਂ ਹੈ। ਇਹ ਗਿਆਨ ਹੈ, ਜਿੱਥੇ ਇਹ ਗਿਆਨ ਆ ਗਿਆ ਧਰਮ ਹੀ ਉੱਥੇ ਹੈ, ਉੱਥੇ ਮਰਿਆਦਾ ਹੈ, ਉੱਥੇ ਕੋਈ ਝੂਠ ਨਹੀਂ ਬੋਲੇਗਾ, ਪਾਪ ਕਰਮ ਨਹੀਂ ਕਰੇਗਾ, ਕਿਉਂਕਿ ਮੈਨੂੰ ਮਹਾਰਾਜ ਵੇਖ ਰਿਹਾ। ਸਾਧ ਸੰਗਤ ਜੀ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਦੱਸਦੇ ਹੈ ਜਿੱਥੇ ਸਾਧ ਸੰਗਤ ਜੀ ਗਿਆਨ ਹੈ, ਧਰਮ ਹੈ,
ਮਹਾਰਾਜ ਕਹਿੰਦੇ ਜਿੱਥੇ ਧਰਮ ਹੈ ਉੱਥੇ ਪਰਮੇਸ਼ਰ ਅਕਾਲ ਪੁਰਖ ਖੁਦ ਪ੍ਰਗਟ ਹੈ ਸਾਧ ਸੰਗਤ ਜੀ। ਸੋ ਇਉਂ ਮਹਾਰਾਜ ਜੀ ਸਮਝਾਉਂਦੇ ਐ। ਤੇ ਜਿੱਥੇ ਝੂਠ ਹੈ ਉੱਥੇ ਪਾਪ ਹੈ ਸਾਧ ਸੰਗਤ ਜੀ। ਜੇ ਮਨ 'ਚ ਪਾਪ ਹੋਊਗਾ ਤਾਂ ਹੀ ਝੂਠ ਬੋਲਦੇ ਆ ਨਾ। ਇਸੇ ਪ੍ਰਕਾਰ ਜੇ ਪਾਪ ਕਰਦੇ ਆ ਵਿਕਾਰਾਂ ਕਰਕੇ, ਸੋ ਸਾਧ ਸੰਗਤ ਜੀ ਉੱਥੇ ਝੂਠ ਬੋਲਿਆ ਜਾਂਦਾ ਆ। ਤੇ ਇਹ ਵੀ ਮੈਂ ਬਚਨ ਆਖਾਂ ਸਾਧ ਸੰਗਤ ਜੀ, ਝੂਠ ਕਈ ਵਾਰ ਸੱਚ ਨੂੰ, ਸਾਧ ਸੰਗਤ ਜੀ ਸੱਚੀ ਗੱਲ ਨੂੰ ਰੱਖਣ ਵਾਸਤੇ ਵੀ ਝੂਠ ਬੋਲਿਆ ਜਾਂਦਾ ਆ। ਜਿਵੇਂ ਭਾਈ ਸਾਹਿਬ ਭਾਈ ਗਣੀ ਖਾਂ ਤੇ ਨਵੀ ਖਾਂ ਨੇ ਆਖਿਆ ਇਹ ਉੱਚ ਦੇ ਪੀਰ ਹੈ, ਉੱਥੇ ਸੱਚ ਵੀ ਬੋਲਤਾ ਤੇ ਝੂਠ ਵੀ ਬੋਲਤਾ। ਕਿਵੇਂ? ਹਾਂ, ਪੀਰਾਂ ਦੇ ਪੀਰ ਤੇ ਹੈਗੇ ਹੀ ਹੈ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ, ਤੇ ਝੂਠ ਬੋਲ ਦਿੱਤਾ। ਝੂਠ ਕੀ ਬੋਲਿਆ? ਸੱਚ ਬੋਲਿਆ ਕਿ ਪੀਰਾਂ ਦੇ ਪੀਰ ਹੈ। ਇਹ ਹੈ ਤੇ ਪੀਰਾਂ ਦੇ ਪੀਰ ਹੈ, ਸੱਚ ਬਾਤ ਹੈ। ਗੁਰੂ ਸਾਹਿਬ ਤੇ ਆਪ ਅਕਾਲ ਪੁਰਖ ਹੈ। ਤੇ ਸਾਧ ਸੰਗਤ ਜੀ ਤੇ ਪਹਿਚਾਣ ਵੀ ਨਹੀਂ ਆਉਣ ਦਿੱਤੀ ਮਹਾਰਾਜ ਦੀ, ਸੱਚੇ ਪਾਤਸ਼ਾਹ ਪਹਿਚਾਣ ਵੀ ਨਹੀਂ ਆਉਣ ਦਿੱਤੀ। ਤੇ ਜਦੋਂ ਸਾਧ ਸੰਗਤ ਜੀ ਭਾਈ ਗਣੀ ਖਾਂ ਤੇ ਨਵੀ ਖਾਂ ਨੇ ਆਖਿਆ ਸੀ ਨਾ, ਉਹ ਕਹਿੰਦੇ ਜੀ ਇੱਥੇ ਹੀ ਬਹਿ ਜਾਓ ਹਜੇ। ਤੇ ਸਾਧ ਸੰਗਤ ਜੀ ਉਹਨਾਂ ਨੇ ਨੂਰਪੁਰ ਦਾ ਪੀਰ ਸੱਦਿਆ, ਸ਼ਨਾਖਤ ਕੀਤੀ ਮਹਾਰਾਜ ਦੀ, ਨੂਰਪੁਰ ਦਾ ਪੀਰ ਸਾਧ ਸੰਗਤ ਜੀ। ਉਹ ਕਹਿਣ ਲੱਗੇ ਪੀਰ ਜੀ ਤੁਸੀਂ ਕਿਹਨੂੰ ਜਾਣਦੇ ਹੋ? ਕਲਗੀਆਂ ਵਾਲੇ ਗੁਰੂਦੇਵ ਕਹਿੰਦੇ ਨੂਰਪੁਰੇ ਦਾ ਜਿਹੜਾ ਪੀਰ ਹੈ ਨਾ ਉਹ ਸਾਡਾ ਵਾਕਫ ਹੈ ਚੰਗੀ ਤਰ੍ਹਾਂ, ਉਹਨੂੰ ਬੁਲਾ ਲਿਓ। ਸਾਧ ਸੰਗਤ ਜੀ ਉਨਾ ਚਿਰ ਮਹਾਰਾਜ ਦਾ ਪਲੰਘਾ ਉੱਥੇ ਹੀ ਰਿਹਾ। ਜਦੋਂ ਸਾਧ ਸੰਗਤ ਜੀ ਘੋੜ ਸਵਾਰ ਗਿਆ, ਆ ਨੂਰਪੁਰਾ ਨੇੜੇ ਪੈਂਦਾ ਆਪਾਂ ਨੂੰ, ਇੱਥੋਂ ਦਾ ਸੀ ਪੀਰ। ਸਾਧ ਸੰਗਤ ਜੀ ਉਹ ਜਦੋਂ ਨੂਰਪੁਰ ਦੇ ਪੀਰ ਕੋਲ ਗਿਆ, ਕਹਿੰਦੇ ਮਹਾਰਾਜ ਆਓ ਸਾਡੇ ਪਾਸ। ਇੱਕ ਉੱਚ ਦੇ ਪੀਰ ਹੈ, ਉੱਚ ਇੱਕ ਪਿੰਡ ਦਾ ਨਾਮ ਹੈ, ਜਾਣ ਦਿਓ। ਉੱਚ ਇੱਕ ਪਿੰਡ ਹੈ, ਜਿਵੇਂ ਟਕਸਾਲ ਨੂੰ ਭਿੰਡਰਾਂ ਦੀ ਟਕਸਾਲ ਹੈ ਤਾਂ ਦਮਦਮੀ ਟਕਸਾਲ ਹੈ ਨਾ, ਇਹਨੂੰ ਭਿੰਡਰਾਂ ਦੀ ਟਕਸਾਲ ਕਹਿੰਦੇ ਹੈ। ਸਾਧ ਸੰਗਤ ਹੈ ਦਮਦਮੀ ਟਕਸਾਲ ਆ, ਜਿਵੇਂ ਭਿੰਡਰਾਂ ਦੀ ਟਕਸਾਲ ਵੱਜਣ ਲੱਗੀ ਹੁਣ। ਇਸੇ ਪ੍ਰਕਾਰ ਜਦੋਂ ਉੱਚ ਇੱਕ ਪਿੰਡ ਦਾ ਨਾਮ ਹੈ, ਉਥੋਂ ਦੇ ਰਹਿਣ ਵਾਲੇ ਜਿਹੜੇ ਪੀਰ ਸਨ ਨਾ ਉਹ ਗੱਦੀ ਤੇ ਬਹਿੰਦੇ ਸਨ, ਉਹਨਾਂ ਨੂੰ ਉੱਚ ਦੇ ਪੀਰ ਕਿਹਾ ਜਾਂਦਾ ਸੀ। ਜਿਵੇਂ ਅੱਜ ਕੋਈ ਸਾਧ ਸੰਗਤ ਜੀ ਟਕਸਾਲ ਚੋਂ ਪੜ੍ਹਿਆ ਆ, ਉਹਨੂੰ ਭਿੰਡਰਾਂ ਦੀ ਟਕਸਾਲ ਦਾ ਪੜ੍ਹਿਆ ਕਹਿੰਦੇ ਆ ਵਿਦਵਾਨ। ਇਸੇ ਪ੍ਰਕਾਰ ਸਾਧ ਸੰਗਤ ਜੀ ਉੱਚ ਇੱਕ ਪਿੰਡ ਹੈ, ਤੇ ਗੁਰਮੁਖੋ ਉੱਚ ਦੇ ਪਿੰਡ ਵਿੱਚ ਜਿਹੜਾ ਪੀਰ ਗੱਦੀ ਤੇ ਬਹਿੰਦਾ ਸੀ ਉਹਨੂੰ ਉੱਚ ਦਾ ਪੀਰ ਕਹਿੰਦੇ ਸੀ। ਧਿਆਨ ਦੇ ਕੇ ਬਚਨ ਸੁਣਿਓ। ਸੋ ਇਸੇ ਪ੍ਰਕਾਰ ਨੂਰਪੁਰੇ ਦਾ ਪੀਰ ਜਦੋਂ ਆਇਆ, ਇਹ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ ਇਹਨੇ, ਇਹ ਤੇ ਜਾਣਦਾ ਸੀ ਗੁਰੂ ਸਾਹਿਬ ਜੀ ਨੂੰ। ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕੀਤੇ। ਮਹਾਰਾਜ ਦੇ ਪਿੱਛੇ ਸਾਧ ਸੰਗਤ ਜੀ ਕੇਸ ਛੱਟੇ ਹੋਏ ਨੇ, ਮਗਰਲੇ ਪਾਸੇ ਕੇਸ ਹੈ, ਉੱਪਰ ਸਾਧ ਸੰਗਤ ਜੀ ਮਹਾਰਾਜ ਨੇ ਗੋਲ ਦਸਤਾਰ ਪਰਨਾ ਬੰਨਿਆ ਏ। ਸਾਧ ਸੰਗਤ ਜੀ ਮਾਲਾ ਗਲ ਵਿੱਚ ਪਾਈ ਏ ਸਤਿਗੁਰਾਂ ਸੱਚੇ ਪਾਤਸ਼ਾਹ ਨੇ। ਇਸੇ ਪ੍ਰਕਾਰ ਮਹਾਰਾਜ ਦਾ ਭੇਖ ਕੀਤਾ ਹੋਇਆ ਆ। ਇਹ ਨੂਰਪੁਰੇ ਦਾ ਪੀਰ ਕਹਿੰਦਾ ਇਹ ਭਾਈ ਇਹ ਤੇ ਪੀਰਾਂ ਦੇ ਵੀ ਪੀਰ ਨੇ। ਸਾਧ ਸੰਗਤ ਜੀ ਇਸੇ ਪ੍ਰਕਾਰ ਸੱਚ ਪਿੱਛੇ ਝੂਠ ਬੋਲਿਆ ਜਾ ਸਕਦਾ, ਪਰ ਵਿਕਾਰਾਂ ਪਿੱਛੇ ਆਪਣੇ ਲੋਭ ਪਿੱਛੇ ਝੂਠ ਨਹੀਂ ਬੋਲਣਾ ਚਾਹੀਦਾ, ਉਹ ਪਾਪ ਹੈ। ਪਰ ਜਿੱਥੇ ਸੱਚ ਹੈ, ਜਿੱਥੇ ਸੱਚ ਹੈ ਚਿੱਟਾ ਸਾਧ ਸੰਗਤ ਜੀ, ਉੱਥੇ ਝੂਠ ਬੋਲਣਾ ਕੋਈ ਪਾਪ ਨਹੀਂ ਜੇ। ਇਸੇ ਪ੍ਰਕਾਰ ਭਾਈ ਗਣੀ ਖਾਂ ਤੇ ਨਵੀ ਖਾਂ ਨੇ ਇਹੀ ਆਖਿਆ ਸੀ। ਇਹ ਕਹਿੰਦੇ ਕਲਗੀਆਂ ਵਾਲੇ ਗੁਰੂ ਸਾਹਿਬ ਤਾਂ ਨਹੀਂ ਹੈਗੇ ਅਨੰਦਪੁਰ ਸਾਹਿਬ ਵਾਲੇ, ਕਹਿੰਦੇ ਨਹੀਂ ਨਹੀਂ ਜੀ ਇਹ ਤੇ ਉੱਚ ਦੇ ਪੀਰ ਨੇ। ਤੇ ਝੂਠ ਵੀ ਬੋਲ ਦਿੱਤਾ, ਸੱਚ ਦਾ ਸੱਚ ਵੀ ਰਹਿ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਧਰਮ ਵਿੱਚ ਮਰਿਆਦਾ ਹੈਗੀ ਹੈ। ਪਰ ਜਿੱਥੇ ਲੋਭ ਹੈ, ਜਿੱਥੇ ਵਿਕਾਰ ਹੈ, ਉੱਥੇ ਨਹੀਂ ਝੂਠ ਬੋਲਣਾ, ਉੱਥੇ ਪਾਪ ਹੀ ਮੰਨਿਆ ਜਾਊਗਾ। ਇਉਂ ਮਹਾਰਾਜ ਜੀ ਦੱਸਦੇ ਹਨ, ਕਬੀਰ ਮਾਇਆ ਤਜੀ ਤਾਂ ਕਿਆ ਪਿਆ। ਕੋਈ ਸਾਧ ਸੰਗਤ ਜੀ ਮਨੁੱਖ ਨਾ ਮਾਇਆ ਨੂੰ ਛੱਡ ਕੇ ਤਿਆਗੀ ਹੋ ਗਿਆ। ਜਦੋਂ ਤਿਆਗੀ ਹੋਇਆ ਇਹਨੇ ਸਾਧ ਸੰਗਤ ਜੀ ਮਾਇਆ ਛੱਡ ਦਿੱਤੀ ਤੇ ਇਹਨੂੰ ਮਾਨ ਹੋ ਗਿਆ, ਹੰਕਾਰ ਹੋ ਗਿਆ ਕਿ ਮੈਂ ਤਾਂ ਮਾਇਆ ਛੱਡ ਕੇ ਆਇਆ ਹਾਂ। ਇਹ ਲੋਕਾਂ ਨੂੰ ਨਾ ਬੜਾ ਆਖਿਆ ਕਰੇ, ਦੇਖੋ ਮੇਰੇ ਵਰਗਾ ਤਿਆਗੀ ਵੈਰਾਗੀ ਕਿਹੜਾ, ਮੈਂ ਤੇ ਮਾਇਆ ਛੱਡ ਕੇ ਆਇਆ ਹਾਂ।
ਇਹ ਸਾਧ ਸੰਗ ਜਦੋਂ ਇਉਂ ਆਖਿਆ ਕਰੇ, ਸਾਧ ਸੰਗ ਜੀ ਹੰਕਾਰ ਦੀਆਂ ਗੱਲਾਂ ਕਰਿਆ ਕਰੇ। ਕਬੀਰ ਸਾਹਿਬ ਜੀ ਮਹਾਰਾਜ ਇਹਦੀ ਹਾਲਤ ਨੂੰ ਵੇਖ ਕਰਕੇ ਬਚਨ ਉਚਾਰਦੇ ਹਨ। ਕਬੀਰ ਮਾਇਆ ਤਜੀ ਤਾਂ ਕਿਆ ਪਿਆ। ਮਹਾਰਾਜ ਕਹਿੰਦੇ ਤੂੰ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ। ਜੋ ਮਾਨ ਤਜਿਆ ਨਹੀਂ ਜਾਏ। ਜੋ ਮਾਨ ਤਜਿਆ ਨਹੀਂ ਜਾਏ, ਮਾਇਆ ਤਾਂ ਛੱਡ ਦਿੱਤੀ ਪਰ ਉਦੋਂ ਵੱਡਾ ਤੈਨੂੰ ਮਾਇਆ ਛੱਡਣ ਦਾ ਮਾਨ ਹੋ ਗਿਆ, ਹੰਕਾਰੀ ਹੋ ਗਿਆ। ਸਤਿਗੁਰਾਂ ਨੂੰ ਤਾਂ ਹੰਕਾਰ ਚੰਗਾ ਹੀ ਨਹੀਂ ਲੱਗਦਾ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਸਾਧ ਸੰਗਤ ਜੀ ਚਾਰ ਵੇਦ ਕੂਕਾਂ ਮਾਰਦੇ ਐ ਕਿ ਜੀਵ ਵਾਹਿਗੁਰੂ ਨੂੰ ਹੰਕਾਰ ਨਹੀਂ ਜੇ ਪਾਉਂਦਾ। ਹੰਕਾਰੀ ਨਿੰਦਕਾਂ ਪਿੱਠ ਦੇ, ਸਤਿਗੁਰੂ ਹੰਕਾਰੀਆਂ ਤੇ ਨਿੰਦਕਾਂ ਨੂੰ ਪਿੱਠ ਦੇ ਕੇ ਰੱਖਦੇ ਐ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਆਪਣੇ ਆਪ ਨੂੰ ਸੰਤ ਕਹਾਉਂਦਾ ਸੀ। ਕਹਿੰਦੇ ਮੈਂ ਵੈਰਾਗੀਆਂ ਤਿਆਗੀਆਂ ਮਾਇਆ ਛੱਡ ਕੇ ਆ ਗਿਆ। ਲੋਕਾਂ ਕੋਲ ਹੰਕਾਰ ਦੀਆਂ ਗੱਲਾਂ ਕਰਿਆ ਕਰੇ। ਸਾਧ ਸੰਗਤ ਜੀ ਅਸੀਂ ਵੀ ਗੱਲਾਂ ਬੜੀਆਂ ਕਰਦੇ ਹਾਂ ਹੰਕਾਰ ਦੀਆਂ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੀ ਹਾਲਤ ਨੂੰ ਵੇਖ ਕਰਕੇ ਮਹਾਰਾਜ ਜੀ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਦੇ ਹਨ। ਕਬੀਰ ਮਾਇਆ ਤਜੀ ਤਾਂ ਕਿਆ ਪਿਆ। ਮਹਾਰਾਜ ਕਹਿੰਦੇ ਜੇ ਤੂੰ ਮਾਨ, ਇਹ ਵਾਹਿਗੁਰੂ, ਜੇ ਤੂੰ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ। ਜੇ ਤੂੰ ਤਿਆਗੀ ਵਿਰਾਗੀ ਹੋ ਗਿਆ ਤਾਂ ਕੀ ਹੋ ਗਿਆ। ਜੋ ਮਾਨ ਤਜਿਆ ਨਹੀਂ ਜਾਏ। ਅੰਦਰੋਂ ਤਾਂ ਤੇਰੇ ਮਾਇਆ ਤਿਆਗਣ ਦਾ ਹੰਕਾਰ ਹੀ ਨਹੀਂ ਗਿਆ। ਬਾਹਰੋਂ ਹੀ ਮਾਇਆ ਤਿਆਗੀ ਹੈ, ਅੰਦਰੋਂ ਤੂੰ ਮਾਇਆ ਨਹੀਂ ਤਿਆਗੀ। ਅੰਦਰੋਂ ਤੂੰ ਹੰਕਾਰ ਰੂਪੀ ਮਾਇਆ ਨਹੀਂ ਤਿਆਗੀ। ਇਸੇ ਪ੍ਰਕਾਰ ਕਹਿੰਦੇ ਤੇਰਾ ਮਨ ਤਾਂ ਫਿਰ ਵੀ ਮਹਾਰਾਜ ਕਹਿੰਦੇ ਪਾਪਾਂ ਔਗਣਾਂ ਨਾਲ ਹੀ ਭਰਿਆ ਹੋਇਆ। ਤੇਰੇ ਮਨ ਨੂੰ ਤਾਂ ਫਿਰ ਵੀ ਦੋਸ਼ ਲੱਗਿਆ ਹੋਇਆ। ਤੇਰੇ ਮਨ ਨੂੰ ਤਾਂ ਹੰਕਾਰ ਦਾ ਫਿਰ ਕਾਲਖ ਲੱਗੀ ਹੈ, ਕਾਲਸ ਲੱਗੀ ਹੋਈ ਹੈ। ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਨੇ ਜੇ ਤੂੰ ਮਾਇਆ ਛੱਡਦੀ ਤਾਂ ਕੀ ਹੋ ਗਿਆ। ਕਿਉਂ ਤੂੰ ਇਹ ਦੁਨੀਆ ਪਾਸੋਂ ਆਪਣੇ ਆਪ ਨੂੰ ਚੰਗਾ ਖਵਾਉਣਾ ਕਿ ਮੈਂ ਤਿਆਗੀਆਂ ਵਿਰਾਗੀ ਹਾਂ। ਮਾਣ ਤਾਂ ਤੂੰ ਛੱਡ ਹੀ ਨਹੀਂ ਸਕਿਆ। ਮਾਨ ਮੁਨੀ ਮੁਨ ਮਰ ਗਲੇ। ਮਹਾਰਾਜ ਕਹਿੰਦੇ ਇਸ ਮਾਨ ਨੇ ਭਾਏ ਬੜੇ ਬੜੇ ਮੁਨੀ ਮੁਨਵਰ ਗਾਲੇ ਨੇ। ਮਾਨ ਸਭੈ ਕੋ ਖਾਏ। ਇਹ ਭਾਈ ਮਾਨ ਹੰਕਾਰ ਤਾਂ ਸਾਰਿਆਂ ਨੂੰ ਹੀ ਖਾ ਜਾਂਦਾ ਆ, ਸ਼ੁਭ ਗੁਣਾਂ ਨੂੰ ਖਾ ਜਾਂਦਾ। ਇਹ ਸਾਧ ਸੰਗ ਜੀ ਹੰਕਾਰ, ਜਿਸ ਦੇ ਮਨ ਵਿੱਚ ਹੰਕਾਰ ਹੈ ਉਹਦੇ ਚ ਨਾਮ ਪ੍ਰਵੇਸ਼ ਹੀ ਨਹੀਂ ਕਰੇਗਾ। ਸਾਧ ਸੰਗ ਜੀ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਜਿਸ ਮਨ ਚ ਹਉਮੈ ਰਹਿੰਦੀ ਹੈ ਉੱਥੇ ਸਾਧ ਸੰਗ ਜੀ ਨਾਮ ਗਿਆਨ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਜੇ ਕੋਈ ਸਤ ਸੰਗ ਦੇ ਵਿੱਚ ਹੰਕਾਰੀ ਪੁਰਖ ਆ ਜਾਏ ਨਾ ਸਾਧ ਸੰਗ ਜੀ ਉਹਦੇ ਤੇ ਕਥਾ ਦਾ ਕੋਈ ਪ੍ਰਭਾਵ ਨਹੀਂ ਪਏਗਾ, ਕਿਉਂਕਿ ਮਾਨ ਹੈ, ਹੰਕਾਰੀ ਹੈ ਮਨ। ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਐ ਕਹਿੰਦੇ ਮਾਨ ਮੁਨੀ ਮੁਨਵਰ ਗਲੇ। ਕਹਿੰਦੇ ਵੱਡੇ ਵੱਡੇ ਜਿਹੜੇ ਸਾਧ ਸੰਗ ਜੀ ਮੁਨੀ ਨੇ, ਮੁਨਵਰ ਨੇ, ਸ੍ਰੇਸ਼ਟ ਮੁਨੀ ਹੈ, ਆਪਣੇ ਆਪ ਨੂੰ ਰਿਸ਼ੀ ਮੁਨੀ ਕਹਾਉਣ ਵਾਲੇ। ਮਾਨ ਸਭੈ ਕੋ ਖਾਏ। ਸਾਧ ਸੰਗਤ ਜੀ ਇਹ ਮਾਨ ਨੇ ਤਾਂ ਭਾਈ ਉਹਨਾਂ ਨੂੰ ਵੀ ਖਾ ਲਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਸਾ ਰਾਗ 'ਚ ਬਚਨ ਕਰਦੇ ਐ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜਿਨ੍ਹਾਂ ਨੇ ਮਾਇਆ ਨਾਲ ਤੇ ਹੰਕਾਰ ਨਾਲ ਪ੍ਰੀਤੀ ਲਾ ਲਈ ਉਹਨਾਂ ਨੂੰ ਫਿਰ ਮਾਇਆ ਖਾ ਗਈ। ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਜਿਨ ਸੁਖ ਬਿਠਾਲੀ ਤਿਸ ਭਉ ਬਹੁਤ ਦਿਖਾਇਆ। ਜਿਨ੍ਹਾਂ ਨੇ ਸੁੱਖਾਂ ਦੇ ਸਹਿਤ ਮਾਇਆ ਨੂੰ ਕੋਲ ਬਿਠਾ ਲਿਆ ਤੇ ਮਾਇਆ ਫਿਰ ਭੈ ਦਿੰਦੀ ਹੈ। ਸਾਧ ਸੰਗਤ ਜੀ ਬੜਾ ਡਰ ਵਿਖਾਉਂਦੀ ਹੈ ਮਾਇਆ ਕਿ ਮੈਂ ਤੇਰੇ ਕੋਲ ਚਲੀ ਜਾਊਂਗੀ। ਇਸੇ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਭਾਈ ਮੀਤ ਕੁਟੰਬ ਦੇਖ ਵਿਵਾਦੇ। ਇਹ ਮਾਇਆ ਨੇ ਤਾਂ ਭਾਈਆਂ ਦੇ ਵਿੱਚ ਪਰਿਵਾਰ 'ਚ ਵਿਵਾਦੇ ਝਗੜੇ ਹੀ ਖੜੇ ਕੀਤੇ ਐ। ਇਸੇ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਹਮ ਆਈ ਵਸਗਦ ਗੁਰ ਪ੍ਰਸਾਦੇ। ਸਾਡੇ ਕੋਲ ਵੀ ਮਾਇਆ ਆਈ ਸੀ, ਅਸੀਂ ਵਾਸੀ ਕਰ ਲਿਆ। ਸਾਧ ਸੰਗਤ ਜੀ ਗੁਰ ਪ੍ਰਸਾਦੇ ਪੰਜਵੇਂ ਸੁਆਮੀ ਜੀ ਆਸਾ ਰਾਗ ਦੀ ਬਾਣੀ 'ਚ ਬਚਨ ਕਰਦੇ ਐ। ਆਸਾ ਰਾਗ 'ਚ ਗੁਰੂ ਗ੍ਰੰਥ ਸਾਹਿਬ ਦਾ ਚੌਥਾ ਰਾਗ ਹੈ ਆਸਾ ਰਾਗ। ਸੋ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਮ ਆਈ ਵਸਗਦ ਗੁਰ ਪ੍ਰਸਾਦੇ। ਉਹ ਮਾਇਆ ਤੇ ਸਾਡੇ ਕੋਲ ਵੀ ਆਈ ਸੀ ਭਾਈ, ਅਸੀਂ ਤਾਂ ਵਾਸੀ ਕਰ ਲਈ, ਆਪਣੇ ਅਧੀਨ ਹੀ ਕਰ ਲਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਮਹਾਰਾਜ ਕਹਿੰਦੇ ਐਸਾ ਦੇਖ ਬੇਮੋਹਤ ਹੋਏ। ਮਾਇਆ ਨੂੰ ਤਾਂ ਵੇਖ ਕੇ ਸਾਰੇ ਬੇਮੋਹਤੀ ਹੋ ਰਹੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਮਾਇਆ ਨੂੰ ਦੇਖ ਕਰਕੇ ਸਾਰੇ ਹੀ ਬੇਮੋਹਿਤ ਹੋ ਗਏ। ਐਸਾ ਦੇਖ ਬੇਮੋਹਿਤ ਹੋਏ, ਸਾਰਿਆਂ ਦਾ ਮਨ ਮੋਹਿਆ ਗਿਆ। ਸਾਧ ਸੰਗਤ ਜੀ, ਸਾਧਕ ਸਿੱਧ, ਵੱਡੇ ਵੱਡੇ ਸਾਧੂ ਜਨ, ਸਿੱਧ ਜਨ, ਸੁਰਦੇਵ, ਜਿਹੜੇ ਸਾਧ ਸੰਗਤ ਜੀ ਦੇਵਤੇ ਨੇ, ਮਨੁੱਖ ਜਿਹੜੇ ਮਨੁੱਖ ਨੇ, ਬਿਨ ਸਾਧੂ ਸਭ ਧਰੋਹਨ ਧਰੋਹੇ, ਬਿਨਾ ਗੁਰੂ ਤੋਂ ਸਭ ਠੱਗੇ ਹੀ ਗਏ ਭਾਈ। ਇਹ ਮਾਇਆ ਨੇ ਸਾਰਿਆਂ ਨੂੰ ਹੀ ਠੱਗ ਲਿਆ, ਇਹ ਹੰਕਾਰ ਨੇ ਸਾਰਿਆਂ ਨੂੰ ਹੀ ਠੱਗ ਲਿਆ, ਇਹ ਵਿਕਾਰਾਂ ਨੇ ਸਾਰਿਆਂ ਨੂੰ ਹੀ ਠੱਗ ਲਿਆ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਮਹਾਰਾਜ ਕਹਿੰਦੇ ਭਾਈ ਐਸਾ ਦੇਖ ਬੇਮੋਹਿਤ ਹੋਏ। ਇਸ ਮਾਇਆ ਨੂੰ ਦੇਖ ਕਰਕੇ ਤਾਂ ਸਾਰੇ ਬੇਮੋਹਤੀ ਹੋ ਗਏ ਐ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਮਹਾਰਾਜ ਦੱਸਦੇ ਐ, ਜੇ ਤੂੰ ਮਾਇਆ ਛੱਡਤੀ ਤਾਂ ਕੀ ਹੋ ਗਿਆ? ਮਾਣ ਤਾਂ ਫਿਰ ਤੇਰੇ ਅੰਦਰ ਹੀ ਆ ਗਿਆ ਕਿ ਮੈਂ ਤਿਆਗੀ ਵਿਰਾਗੀ ਆ। ਸਤਿਗੁਰੂ ਕਹਿੰਦੇ ਛੱਡਣਾ ਤਾਂ ਤੂੰ ਮਾਣ ਸੀ, ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਦੇ ਵੀ ਮਾਇਆ ਛੱਡਣ ਦਾ ਹੁਕਮ ਨਹੀਂ ਕੀਤਾ। ਮਹਾਰਾਜ ਕਹਿੰਦੇ ਮਾਇਆ ਜਿਹੇ ਮਾਇਆ ਮਮਤਾ ਤਜੀ, ਮਾਇਆ ਨਹੀਂ ਛੱਡਣੀ, ਮਾਇਆ ਤਾਂ ਗੁਜਰਾਨ ਹੈ, ਦੌਲਤ ਦਾ ਭਾਈ ਗੁਜਰਾਨ ਹੈ। ਇਸੇ ਪ੍ਰਕਾਰ ਛੱਡਣੀ ਤਾਂ ਸਾਧ ਸੰਗਤ ਜੀ ਮੋਹ ਹੈ, ਛੱਡਣਾ ਤਾਂ ਮਾਨ ਹੈ। ਸੁਖੀ ਬਸੈ ਮਸਕੀਨੀਆਂ, ਜਿਹੜੇ ਨਿਮਰਤਾ ਧਾਰ ਕੇ ਰੱਖਦੇ ਐ ਉਹੀ ਸੁਖੀ ਵਸਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਭ ਗਲੇ। ਇਹ ਹੰਕਾਰੀ ਲੋਕ ਤਾਂ ਭਾਈ ਗਰਭ ਜੀ ਗਲੇ ਐ, ਹੰਕਾਰ ਜੀ ਗਲੇ ਐ। ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਐ, ਵਾਹਿਗੁਰੂ ਨੂੰ ਤਾਂ ਹੰਕਾਰ ਚੰਗਾ ਹੀ ਨਹੀਂ ਲੱਗਦਾ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਣ ਨੂੰ ਤਾਂ ਭਾਈ ਸਾਰਿਆਂ ਨੇ ਖਾ ਲਿਆ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ। ਕਬੀਰ ਸਾਹਿਬ ਜੀ ਨੂੰ ਸਵਾਲ ਕੀਤਾ ਕਿਸੇ ਨੇ, ਕਹਿੰਦੇ ਮਹਾਰਾਜ ਜੀ ਜਦੋਂ ਤੁਹਾਨੂੰ ਸੱਚੇ ਸਤਿਗੁਰੂ ਸਵਾਮੀ ਰਾਮਾਨੰਦ ਜੀ ਮਿਲੇ ਤਾਂ ਕੀ ਹੋਇਆ? ਸਤਿਗੁਰੂ ਜੀ ਦੱਸਦੇ ਹਨ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ। ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਜਦੋਂ ਮੈਨੂੰ ਸੱਚੇ ਸਤਿਗੁਰੂ ਭਾਵ ਕੇ ਸਵਾਮੀ ਰਾਮਾਨੰਦ ਭਗਤ ਜੀ ਮਿਲੇ, ਸ਼ਬਦ ਜੋ ਬਾਹਿਆ ਏਕ, ਉਹਨਾਂ ਨੇ ਉਪਦੇਸ਼ ਰੂਪੀ ਸਾਧ ਸੰਗਤ ਜੀ ਬਾਣ ਮਾਰਿਆ, ਸ਼ਬਦ ਦਾ ਬਾਣ ਮਾਰਿਆ। ਜਦੋਂ ਕਹਿੰਦੇ ਮੇਰੇ ਬਾਣ ਵੱਜਿਆ ਨਾ, ਧਿਆਨ ਦਿਓ, ਜਦੋਂ ਪ੍ਰਤੱਖ ਬਾਣ ਵੱਜਦਾ ਨਾ ਸਰੀਰ ਤੇ ਕੀ ਨਿਕਲਦਾ ਆ? ਲਹੂ ਖੂਨ। ਇਸੇ ਪ੍ਰਕਾਰ ਜਦੋਂ ਮੇਰੇ ਮਨ ਤੇ ਬਾਣ ਵੱਜਿਆ, ਸ਼ਬਦ ਵੱਜਿਆ, ਮੇਰੇ ਮਨ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਖੂਨ ਨਿਕਲ ਗਿਆ। ਮਹਾਰਾਜ ਕਹਿੰਦੇ ਖੂਨ ਨਿਕਲ ਗਿਆ ਮੇਰੇ ਮਨ ਚੋਂ, ਜਿਵੇਂ ਤਨ ਤੇ ਸਾਧ ਸੰਗਤ ਜੀ ਕੋਈ ਸ਼ਸਤਰ ਵੱਜੇ ਖੂਨ ਨਿਕਲਦਾ ਹੈ ਨਾ, ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਜਦੋਂ ਮੇਰੇ ਸੱਚੇ ਸਤਿਗੁਰੂ ਸਵਾਮੀ ਰਾਮਾਨੰਦ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਮੇਰੇ ਮਨ ਤੇ ਉਪਦੇਸ਼ ਰੂਪੀ ਬਾਣ ਮਾਰਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਰੂਪੀ ਬਾਣ ਮਾਰਿਆ। ਉਦੋਂ ਕਹਿੰਦੇ ਸ਼ਬਦ ਜੋ ਬਾਹਿਆ ਏਕ, ਸ਼ਬਦ ਜੋ ਬਾਹਿਆ ਏਕ। ਜਦੋਂ ਬਾਹਿਆ ਏਕ, ਇੱਕ ਸ਼ਬਦ ਮਾਰਿਆ, ਇੱਕ ਅਕਾਲ ਪੁਰਖ ਦਾ ਸ਼ਬਦ ਨਾਮ ਮਾਰਿਆ, ਕਹਿੰਦੇ ਲਾਗਤ ਹੀ ਭੋਏ ਮਿਲ ਗਿਆ। ਬਾਣ ਲੱਗਣੇ ਕਰਕੇ ਹੀ ਮੈਂ ਮਿਲ ਗਿਆ, ਭਾਵ ਪਰਮੇਸ਼ਰ ਨਾਲ ਹੀ ਮਿਲ ਗਿਆ। ਉਸੇ ਵੇਲੇ ਉਪਦੇਸ਼ ਨੂੰ ਮੰਨ ਲਿਆ। ਸਾਧ ਸੰਗਤ ਜੀ, ਸਾਡਾ ਜੀਵਨ ਅੱਜ ਹੀ ਬਦਲ ਸਕਦਾ ਆ ਜਦੋਂ ਅਸੀਂ ਮੰਨ ਲਵਾਂਗੇ। ਪਰ ਜਦੋਂ ਮੰਨਣਾ ਹੀ ਨਹੀਂ ਹੈ ਸਾਧ ਸੰਗਤ ਜੀ, ਫਿਰ ਭਾਵੇਂ 20 ਸਾਲ ਲੰਘ ਜਾਣ, 10 ਸਾਲ ਆਉਂਦਿਆਂ ਨੂੰ ਹੋ ਜਾਣ, ਫਿਰ ਭਾਵੇਂ ਤੂੰ ਜੋ ਕੁਝ ਮਰਜ਼ੀ ਕਰ ਲੈ, ਫਿਰ ਭਾਵੇਂ ਤੂੰ ਗੁਰੂ ਸਾਹਿਬ ਦੇ ਕੋਲ ਵੀ ਰਹਿੰਦਾ ਹੋਵੇਂ, ਫਿਰ ਭਾਵੇਂ ਤੂੰ ਮਹਾਰਾਜ ਦੇ ਕੋਲ ਵੀ ਰਹਿੰਦਾ ਹੋਵੇਂ, ਤਾਂ ਵੀ ਨਹੀਂ ਤੇਰੇ ਤੇ ਕਿਰਪਾ ਹੋਣੀ, ਤਾਂ ਵੀ ਤੈਨੂੰ ਨਾਮ ਗਿਆਨ ਦੀ ਕਿਰਪਾ ਨਹੀਂ ਹੋ ਸਕਦੀ, ਤਾਂ ਵੀ ਤੈਨੂੰ ਮੁਕਤੀ ਪਦ ਪ੍ਰਾਪਤ ਨਹੀਂ ਹੋ ਸਕਦਾ। ਗੱਲ ਤੇ ਮੰਨਣ ਦੀ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮੇਰੇ ਗੁਰੂ ਨੇ ਮੇਰੇ ਬਾਣ ਮਾਰਿਆ, ਸ਼ਬਦ ਦਾ, ਪਰਮੇਸ਼ਰ ਦਾ ਨਾਮ ਰੂਪੀ ਬਾਣ ਮਾਰਿਆ, ਲਾਗਤ ਹੀ ਭੋਏ ਮਿਲ ਗਿਆ। ਮਹਾਰਾਜ ਕਹਿੰਦੇ ਉਪਦੇਸ਼ ਰੂਪੀ ਤੀਰ ਲੱਗਣ ਦੇ ਨਾਲ ਕਹਿੰਦੇ ਮੈਂ ਮਿਲ ਗਿਆ, ਬ੍ਰਹਮ ਵਿੱਚ ਮਿਲ ਗਿਆ, ਮੰਨ ਲਿਆ, ਵਾਹਿਗੁਰੂ ਪਰਮੇਸ਼ਰ ਦਾ ਅਧਿਕਾਰੀ ਹੋ ਗਿਆ, ਮੰਨਣ ਦਾ ਅਧਿਕਾਰੀ ਹੋ ਗਿਆ। ਕਹਿੰਦੇ ਨੇ ਭਰਿਆ ਕਲੇਜੇ ਛੇਕ, ਮੇਰੇ ਕਲੇਜੇ ਵਿੱਚ ਛੇਕ ਪਾ ਦਿੱਤਾ, ਕਹਿੰਦੇ ਮਨ ਰੂਪੀ ਕਲੇਜੇ ਵਿੱਚ ਛੇਕ ਪਾ ਦਿੱਤਾ। ਮਹਾਰਾਜ ਕਹਿੰਦੇ ਨੇ ਛੇਕ ਪੈ ਗਿਆ, ਭਰਿਆ ਕਲੇਜੇ ਛੇਕ। ਜਿਹੜਾ ਛੇਕ ਪਿਆ ਹੋਇਆ ਸੀ ਨਾ
ਝੂਠ ਦਾ, ਉਹ ਕਹਿੰਦੇ ਛੇਕ ਹੁਣ ਦੂਰ ਹੋ ਗਿਆ। ਸਤਿਗੁਰੂ ਜੀ ਮਹਾਰਾਜ ਇਉਂ ਸਮਝਾਉਂਦੇ ਹਨ, ਕਬੀਰ ਸਾਚਾ ਸਤਿਗੁਰ ਕਿਆ ਕਰੈ। ਹਾਂ, ਕਹਿੰਦੇ ਸੱਚਾ ਸਤਿਗੁਰੂ ਕੀ ਕਰੇਗਾ ਭਾਈ। ਇੱਥੇ ਹੁਣ ਸਾਧ ਸੰਗਤ ਜੀ ਮਹਾਰਾਜ ਵਾਹਿਗੁਰੂ ਪਰਮੇਸ਼ਰ ਗੁਰੂ ਸਾਹਿਬ ਦੀ ਸਰਬੱਗਤਾ ਤੇ ਜਿਹੜੇ ਸਿੱਖ ਨੇ ਚੇਲੇ ਨੇ ਉਹਨਾਂ ਦੀ ਅਲਪਗਤਾ, ਉਹਨਾਂ ਦਾ ਲੱਛਣ ਹੁਣ ਦੱਸਣਗੇ ਕਿ ਇਹਨਾਂ ਤੇ ਕਿਰਪਾ ਕਾਹਤੋਂ ਨਹੀਂ ਹੁੰਦੀ। ਹੁਣ ਜਿਵੇਂ ਅਸੀਂ ਕਿੰਨੇ ਬੈਠੇ ਆ, ਸਾਡੇ ਤੇ ਕਿਰਪਾ ਕਾਹਤੋਂ ਨਹੀਂ ਹੁੰਦੀ, ਇਹ ਮਹਾਰਾਜ ਹੁਣ ਬਚਨ ਉਚਾਰਨ ਕਰਨਗੇ। ਹਾਂਜੀ, ਕਬੀਰ ਸਾਚਾ ਸਤਿਗੁਰ ਕਿਆ ਕਰੈ। ਭਾਈ ਸੱਚਾ ਸਤਿਗੁਰੂ ਕੀ ਕਰੇਗਾ। ਮਹਾਰਾਜ ਕਹਿੰਦੇ ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਸੱਚਾ ਗੁਰੂ ਸਾਹਿਬ ਉਸੇ ਵੇਲੇ ਕੀ ਕਰਨਗੇ। ਜੋ ਸਿੱਖਾ ਮਹਿ ਚੂਕ। ਜਦੋਂ ਸਿੱਖਾਂ ਵਿੱਚ ਹੀ ਗਲਤੀਆਂ ਨੇ, ਸਿੱਖਾਂ ਵਿੱਚ ਹੀ ਕਸਰ ਹਜੇ ਰਹਿੰਦੀ ਹੋਵੇ, ਹਜੇ ਸਿੱਖਾਂ 'ਚ ਉਕਾਈਆਂ ਨੇ, ਸਾਧ ਸੰਗਤ ਜੀ ਸਿੱਖ ਵਿੱਚ ਪੂਰੀ ਕੋਈ ਸ਼ਰਧਾ ਨਾ ਹੋਵੇ, ਸਿੱਖ ਆਗਿਆਕਾਰ ਨਾ ਹੋਵੇ, ਭਾਣਾ ਮੰਨਣ ਵਾਲਾ ਨਾ ਹੋਵੇ ਤੇ ਰਹਿਤ ਮਰਜ਼ਾਦਾ ਵਾਲਾ ਨਾ ਹੋਵੇ, ਪੂਰਾ ਰਹਿਤਵਾਨ ਗੁਰਸਿੱਖੀ ਜੀਵਨ ਵਾਲਾ ਨਾ ਹੋਵੇ, ਭਾਈ ਸੱਚਾ ਸਤਿਗੁਰੂ ਕੀ ਕਰ ਸਕਦਾ ਆ। ਕੋਈ ਕੁਝ ਨਹੀਂ ਕਰ ਸਕਦਾ। ਤਾਂ ਆਹੀ ਤੇ ਗੱਲ ਹੈ, ਨਾ ਅਸੀਂ ਮਹਾਰਾਜ ਦੀ ਬਾਣੀ ਨੂੰ ਮੰਨਿਆ, ਨਾ ਭਾਣੇ 'ਚ ਰਹੇ, ਨਾ ਆਗਿਆ 'ਚ ਰਹੇ, ਨਾ ਸ਼ਰਧਾ ਭਾਵਨਾ ਰੱਖੀ। ਕਹਿੰਦੇ ਜੀ ਉਹ ਸਾਨੂੰ 20 ਸਾਲ ਹੋ ਗਏ ਆ ਗੁਰੂ ਘਰ ਆਇਆਂ ਨੂੰ, ਅੰਮ੍ਰਿਤ ਛਕੇ ਨੂੰ ਵੀ ਕਹਿੰਦੇ 5 ਸਾਲ 15 ਸਾਲ ਹੋ ਗਏ ਆ। ਤੇ ਅੱਛਾ ਨਾਮ ਗਿਆਨ ਦੀ ਪ੍ਰਾਪਤੀ ਕਿਉਂ ਨਹੀਂ ਹੋਈ? ਕਿਉਂਕਿ ਅਧਿਕਾਰੀ ਨਹੀਂ ਹੈ ਹਜੇ ਹੋਏ। ਸਾਧ ਸੰਗਤ ਜੀ ਜਦੋਂ ਆਗਿਆਕਾਰ ਹੋਵਾਂਗੇ, ਸਾਧ ਸੰਗਤ ਜੀ ਕੋਈ ਨਾ ਲੜਕੀ ਸੀ, ਸਾਧ ਸੰਗਤ ਜੀ ਇਹ 2 ਲੜਕੀਆਂ ਸ਼ਹਿਰ ਵਿੱਚ ਚਲੀਆਂ ਗਈਆਂ। ਇਹ ਲਲਾਰੀ ਨੂੰ ਕਹਿੰਦੀਆਂ ਕਿ ਮੇਰੀ ਚੁੰਨੀ ਰੰਗ ਦੇ। ਸਾਧ ਸੰਗਤ ਜੀ ਜਦੋਂ ਕਹਿੰਦੀ ਚੁੰਨੀ ਰੰਗਣ ਨੂੰ ਆਖਿਆ ਨਾ, ਲਲਾਰੀ ਕਹਿੰਦਾ ਠੀਕ ਹੈ ਭਾਈ ਮੈਂ ਰੰਗ ਦਵਾਂਗਾ। ਤੇ ਲਲਾਰੀ ਕਹਿੰਦਾ ਚੁੰਨੀ ਫਿਰ ਲਾ ਕੇ ਦੇ, ਮੈਨੂੰ ਰੰਗ ਦਿੰਨਾ ਆ। ਤੇ ਸਾਧ ਸੰਗਤ ਜੀ ਇਹ 2 ਲੜਕੀਆਂ ਕਹਿੰਦੀਆਂ ਕਿ ਅਸੀਂ ਚੁੰਨੀ ਨਹੀਂ ਲਾਉਣੀ, ਆਈ ਰੰਗ ਦੇ। ਸਾਧ ਸੰਗਤ ਜੀ ਲਲਾਰੀ ਕਹਿੰਦਾ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ। ਦੇਖੋ ਹੁਣ ਧਿਆਨ ਦਿਓ, ਲਲਾਰੀ ਕੋਲ ਰੰਗ ਵੀ ਹੈ, ਪਾਣੀ ਵੀ ਹੈ, ਮੱਟੀ ਵੀ ਹੈ ਜਿਸ ਵਿੱਚ ਰੰਗ ਪਾ ਕੇ ਉਹਨੂੰ ਰੰਗ ਚਾੜਨਾ ਆ, ਅਗਨੀ ਵੀ ਸਾਰਾ ਕੁਝ ਹੈਗਾ ਨਾ। ਲੜਕੀ ਨੇ ਚੁੰਨੀ ਨਹੀਂ ਲਾਈ। ਉਹ ਸਾਡੀ ਹਾਲਤ ਹੋਈ ਹੈ ਸਾਧ ਸੰਗਤ ਜੀ। ਗੁਰੂ ਸਾਹਿਬ ਕੋਲ ਨਾਮ ਰੂਪੀ ਰੰਗ ਵੀ ਹੈ, ਸਤ ਸੰਗਤ ਰੂਪੀ ਗਿਆਨ ਰੂਪੀ ਮੱਟੀ ਵੀ ਹੈ, ਸਾਰਾ ਕੁਝ ਹੈ, ਬ੍ਰਹਮ ਗਿਆਨ ਰੂਪੀ ਅੱਗ ਵੀ ਹੈ। ਬਸ ਮਨ ਰੂਪੀ ਅਸੀਂ ਉਹ ਕੱਪੜਾ ਲਾ ਕੇ ਰੱਖਿਆ ਨਹੀਂ ਹੈ ਭਾਈ। ਇਹ ਹਾਲਤ ਸਾਡੀ ਹੋ ਰਹੀ ਹੈ। ਕਬੀਰ ਸਾਹਿਬ ਕਹਿੰਦੇ ਸੱਚਾ ਸਤਿਗੁਰੂ ਕੀ ਕਰੇਗਾ। ਭਾਈ ਜਦੋਂ ਸਿੱਖਾਂ 'ਚ ਗਲਤੀਆਂ ਨੇ, ਨਾ ਸਿੱਖ ਵਿਸ਼ਵਾਸ ਕਰਦੇ ਆ ਆਪਣੇ ਗੁਰੂ ਤੇ, ਨਾ ਭਾਵਨਾ, ਨਾ ਸ਼ਰਧਾ, ਨਾ ਆਗਿਆਕਾਰ, ਨਾ ਭਾਣਾ ਮੰਨਦੇ ਐ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਨਾਮ ਗਿਆਨ ਦੀ ਮੁਕਤੀ ਦੀ ਸੱਚਖੰਡ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤਾਂ ਤੂੰ ਗਿਆਨੀ ਨਹੀਂ ਹੋ ਸਕਦਾ। ਅੰਧੇ ਏਕ ਨਾ ਲਾਗਈ। ਅਗਿਆਨੀਆਂ ਨੂੰ ਸਿੱਖਿਆ ਦੇਣੀ ਤਾਂ ਇਉਂ ਹੈ ਭਾਈ, ਜਿਹੜੇ ਅਗਿਆਨੀ ਨਾ ਅੰਨੇ ਪੁਰਖ, ਉਹਨਾਂ ਤੇ ਇੱਕ ਨਹੀਂ ਲੱਗਦੀ, ਇੱਕ ਵੀ ਬਚਨ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ ਦੱਸਦੇ ਹਨ। ਜਿਉਂ ਬਾਂਸ ਵਜਾਈਏ ਫੂਕ। ਮਹਾਰਾਜ ਕਹਿੰਦੇ ਜਿਵੇਂ ਬਾਂਸ ਦੇ ਵਿੱਚ ਵਜਾਈ ਹੋਈ ਫੂਕ ਹੋਵੇ। ਅੱਛਾ ਸਾਧ ਸੰਗਤ ਜੀ ਇੱਕ ਪਾਸੇ ਫੂਕ ਮਾਰੋਗੇ ਨਾ, ਦੂਜੇ ਪਾਸੇ ਨਿਕਲ ਜਾਓਗੀ। ਅੰਨੇ ਪੁਰਖ ਅਗਿਆਨੀ ਕਈ ਇਦਾਂ ਦੀ ਹੁੰਦੇ ਐ, ਜਿੰਨਾ ਮਰਜ਼ੀ ਸਮਝਾ ਦਿਓ ਸਮਝਣਗੇ ਨਹੀਂ। ਉਹ ਸਾਧ ਸੰਗਤ ਜੀ ਛੱਤਰ ਦੇ ਪੁਜਾਰੀ ਹੁੰਦੇ, ਛੱਤਰ ਦੇ ਬਸ ਛੱਤਰ ਲਾ ਲਵੇ ਫਿਰ ਸਾਧ ਸੰਗਤ ਜੀ ਟਕਾ ਕੇ ਮਾਰੇ ਰੱਖ ਕੇ ਫੇਰ ਹੀ ਜਾਣਦੇ ਐ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਹੜੇ ਅੰਨੇ ਪੁਰਖ ਨੇ, ਤਾਂ ਹੀ ਤੇ ਕਲਗੀਧਰ ਪਾਤਸ਼ਾਹ ਨੇ ਸ਼ਸਤਰ ਚੱਕੇ। ਮਹਾਰਾਜ ਨੇ ਬਹੁਤ ਸਮਝਾਇਆ ਇਹ ਰਾਜਿਆਂ ਨੂੰ, ਭੀਮ ਚੰਦ ਰਾਜਿਆਂ ਨੂੰ। ਉਹ ਸਮਝ ਜੋ ਜਾਣੇ ਨਹੀਂ ਨਾ, ਨਹੀਂ ਸਮਝੇ। ਮਹਾਰਾਜ ਨੇ ਸ਼ਸਤਰ ਕੱਢਿਆ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 10ਵੀਂ ਬਾਣੀ 'ਚ ਜ਼ਫਰਨਾਮੇ ਵਿੱਚ ਆਖਿਆ, ਬਲਾਚਾਰ ਕੀ ਦਰਮਿਆ ਆਮਦਮ, ਬਾਤ ਦਵੀਰ ਤੀਰੋ ਤੋਂ ਫੰਗ ਆਮਦਮ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮੈਂ ਲਾਚਾਰ ਹੋ ਗਿਆ ਉਸੇ ਵੇਲੇ ਮੈਂ ਸ਼ਸਤਰ ਕੱਢਣਾ ਕੀਤਾ ਆ, ਲਾਚਾਰ ਹੋ ਗਿਆ, ਸਾਧਨੀ ਨਹੀਂ ਕੋਈ ਰਹਿਆ। ਸਾਧ ਸੰਗਤ ਜੀ ਅੰਨੇ ਪੁਰਖਾਂ ਤੇ ਏਕ ਨਾ ਲੱਗ ਗਈ। ਅੰਨੇ ਪੁਰਖਾਂ ਤੇ ਇੱਕ ਨਹੀਂ ਲੱਗਦੀ। ਜਿਉਂ ਬਾਂਸ ਵਜਾਈਏ ਫੂਕ, ਜਿਵੇਂ ਬਾਂਸ ਵਿੱਚ ਫੂਕ ਵਜਾਈ ਹੋਵੇ ਨਾ, ਦੂਜੇ ਪਾਸੇ ਨਿਕਲ ਜਾਂਦੀ ਏ। ਸੱਚੇ ਪਾਤਸ਼ਾਹ ਜੀ ਕਹਿੰਦੇ ਬਾਂਸ ਦੇ ਅੰਦਰ ਫੂਕ ਨਹੀਂ ਠਹਿਰਦੀ, ਹਵਾ ਨਹੀਂ ਠਹਿਰਦੀ। ਇਸੇ ਪ੍ਰਕਾਰ ਸਿੱਖਿਆ ਦਾ ਬਚਨ, ਗਿਆਨ ਦਾ ਬਚਨ ਅੰਨੇ ਪੁਰਖਾਂ ਦੇ ਮਨ ਅੰਦਰ ਨਹੀਂ ਠਹਿਰਦਾ। ਇਉਂ ਦੱਸਦੇ ਹਨ।
ਕਬੀਰ ਹੈ ਗੈ ਬਾਹਨ ਸਗਨ ਘਨ। ਕਬੀਰ ਸਾਹਿਬ ਜੀ ਦੱਸਦੇ ਐ, ਨਾਮ ਦੀ ਮਹਿਮਾ ਹੋਏ ਬਚਨ ਕਰਦੇ ਐ, ਜਿਹੜੀ ਨਾਮ ਦਾ ਪ੍ਰਤਾਪ ਦੱਸਦੇ ਐ, ਨਾਮ ਦੀ ਮਹਿਮਾ ਦੱਸਦੇ, ਪਰਮੇਸ਼ਰ ਦੇ ਨਾਮ ਦੀ ਮਹਿਮਾ ਕਿੰਨੀ ਕੁ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦਾ ਨਾਮ ਦਾ ਪ੍ਰਤਾਪ ਦੱਸਦੇ ਹੋਏ ਇਹ ਬਚਨ ਉਚਾਰਨ ਕਰਦੇ ਹਨ। ਛਤਰਪਤੀ ਕੀ ਨਾਰ। ਕਬੀਰ ਸਾਹਿਬ ਕਹਿੰਦੇ ਕਬੀਰ ਹੈ ਨਾਮ ਘੋੜੇ ਦਾ, ਗੈ ਨਾਮ ਹਾਥੀ ਦਾ ਬਾਹਣ। ਮਹਾਰਾਜ ਕਹਿੰਦੇ ਬਹੁਤ ਹਾਥੀ ਘੋੜੇ ਹੋਣ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਘਰ ਦੇ ਵਿੱਚ ਹੈ ਗਏ ਬਾਹਣ ਸਗਨ ਘਨ, ਬਹੁਤ ਹਾਥੀ ਘੋੜੇ ਛਤਰਧਾਰੀ। ਮਹਾਰਾਜ ਕਹਿੰਦੇ ਅਸਵਾਰੀਆਂ ਕਰਨ ਵਾਲੇ ਛਤਰਪਤੀ ਉਹ ਛਤਰ ਹੋਣ। ਦਾਸ ਪਟੰਤਰ ਨਾ ਪੁਜੈ। ਔਰ ਛਤਰਪਤੀ ਕੀ ਨਾਰ, ਇਹਦਾ ਅਰਥ ਰਹਿ ਗਿਆ ਸਾਧ ਸੰਗਤ ਜੀ। ਛਤਰਪਤੀ ਕੀ ਨਾਰ ਮਹਾਰਾਜ ਕਹਿਣ ਲੱਗੇ ਨੇ ਉਹ ਛਤਰਾਂ ਦੀ ਮਾਲਕ ਰਾਜੇ ਦੀ ਰਾਣੀ ਨਾਰ ਇਸਤਰੀ ਵੀ ਕੋਲ ਹੋਵੇ। ਦਾਸ ਪਟੰਤਰ ਨਾ ਪੁਜੈ। ਹਾਥੀ ਘੋੜੇ ਸੋਨਾ ਚਾਂਦੀ ਉਹ ਇਸਤਰੀ ਉਹ ਨਾਰ ਰਾਣੀ ਦੇ ਬਰਾਬਰ ਭਾਈ ਨਾ ਪੁੱਜੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਨਹੀਂ ਪੁੱਜ ਸਕਦਾ ਪਰਮੇਸ਼ਰ ਦੇ ਨਾਮ ਦੇ ਬਰਾਬਰ। ਹਰ ਜਨ ਕੀ ਪਨਹਾਰ। ਮਹਾਰਾਜ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਨਾ, ਉਹਦੀ ਜੇ ਕੋਈ ਦਾਸੀ ਹੈ ਸੇਵਾ ਕਰਦੀ ਹੈ ਉਹਦੇ ਬਰਾਬਰ ਤਾਂ ਰਾਣੀ ਪਹੁੰਚ ਹੀ ਨਹੀਂ ਸਕਦੀ। ਇਹ ਬਚਨ ਮਹਾਰਾਜ ਜੀ ਕਰਦੇ ਐ। ਜਿਹੜੀ ਰਾਣੀ ਭਾਈ ਹਾਥੀ ਘੋੜਿਆਂ ਦੇ ਸਮੇਤ ਰਹਿੰਦੀ ਏ, ਛਤਰਾਂ ਦੇ ਛਾਵੇਂ ਰਹਿੰਦੀ ਏ, ਸੱਚੇ ਪਾਤਸ਼ਾਹ ਕਹਿੰਦੇ ਛਤਰਾਂ ਦੇ ਛਾਵੇਂ ਰਹਿੰਦੀ ਏ ਉਹ ਨਾਰੀ। ਇੱਥੇ ਨਾਰੀਆਂ ਨੂੰ ਇਸਤਰੀਆਂ ਨੂੰ ਆਖਿਆ ਛਤਰਪਤੀ ਕੀ ਨਾਰ। ਭਾਵੇਂ ਤੂੰ ਇੰਨੀ ਅਮੀਰ ਹੋਵੇਂ, ਕੋਠੀਆਂ ਕਾਰਾਂ 'ਚ ਰਹਿੰਦੀ ਹੋਵੇਂ, ਮਹਾਰਾਜ ਕਹਿੰਦੇ ਨੇ ਤੂੰ ਰੱਬ ਦੇ ਪਿਆਰਿਆਂ ਦੀ ਦਾਸੀ ਦੇ ਬਰਾਬਰ ਨਹੀਂ ਪਹੁੰਚ ਸਕਦੀ। ਦਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਪਨਹਾਰ ਜਿਹੜੇ ਰੱਬ ਦੇ ਪਿਆਰੇ ਦਾ ਪਾਣੀ ਭਰਦੀ ਹੈ, ਸੇਵਾ ਕਰਦੀ ਹੈ, ਉਹਦੇ ਬਰਾਬਰ ਤਾਂ ਪਹੁੰਚ ਹੀ ਨਹੀਂ ਸਕਦੀ। ਇਉਂ ਮਹਾਰਾਜ ਜੀ ਦੱਸਦੇ ਹਨ। ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ। ਹਾਂਜੀ ਹੁਣ ਆਹ ਲਾਸਟ ਵਾਲਾ ਇਹਦੇ ਵਿੱਚ ਮਹਾਰਾਜ ਦੱਸਣਗੇ ਕਿਉਂ ਨਹੀਂ ਪਹੁੰਚ ਸਕਦੀ। ਸਾਧ ਸੰਗਤ ਜੀ ਫਿਰ ਆਪਾਂ ਸਮਾਪਤੀ ਕਰਦੇ ਹਾਂ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਕਹਿੰਦੇ ਤੁਸੀਂ ਤਾਂ ਨਾਰੀ ਦੀ ਨਿੰਦਿਆ ਕਰਤੀ, ਬੜੇ ਨੇ ਤੁਸੀਂ ਤਾਂ ਨਾਰੀ ਦੀ ਨਿੰਦਿਆ ਕਰਦੀ। ਹੁਣ ਕਬੀਰ ਸਾਹਿਬ ਜੀ ਇੱਥੇ ਸਪਸ਼ਟ ਕਰਕੇ ਦੱਸਣਗੇ ਕਿ ਮੈਂ ਨਿੰਦਿਆ ਤੇ ਉਸਤਤੀ ਕਿਉਂ ਕੀਤੀ ਹੈ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਕੀਤਾ, ਬੜੇ ਹੁੰਦੇ ਨੇ ਸਵਾਲ ਤਰਕ ਕਰਨ ਵਾਲੇ, ਕਹਿੰਦੇ ਕਬੀਰ ਜੀ ਤੁਸੀਂ ਤਾਂ ਨਾਰੀ ਦੀ ਨਿੰਦਿਆ ਕਰਤੀ, ਨਿੰਦਿਆ ਕਰਤੀ, ਨਿੰਦਤਾ ਨਾਰੀ ਨੂੰ। ਫਿਰ ਮਹਾਰਾਜ ਕਹਿੰਦੇ ਨਹੀਂ ਭਾਈ ਧਿਆਨ ਦੇ ਕੇ ਹੁਣ ਬਚਨ ਸੁਣੋ। ਮਹਾਰਾਜ ਕੀ ਸਮਝਾਉਂਦੇ ਹਨ। ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ। ਕਹਿੰਦੇ ਮਹਾਰਾਜ ਜੀ ਤੁਸੀਂ ਉਹ ਰਾਜੀ ਦੀ ਨਾਰੀ ਨੂੰ ਕਿਉਂ ਨਿੰਦਿਆ, ਅਮੀਰ ਨਾਰੀ ਨੂੰ ਕਿਉਂ ਨਿੰਦਿਆ। ਦੱਸਦੇ ਹਨ ਕਿਉਂ ਹਰ ਚੇਰੀ ਕਉ ਮਾਨ। ਰੱਬ ਦੇ ਪਿਆਰੇ ਦੀ ਦਾਸੀ ਨੂੰ ਕਿਉਂ ਮਾਣ ਦਿੱਤਾ ਆ, ਇਹ ਦੱਸਣਾ ਕਰੋ। ਉਸ ਵਾਹਿਗੁਰੂ ਪਿਆਰੇ ਭਗਤ ਸੰਤ ਦੀ ਦਾਸੀ ਦੀ ਜਿਹੜੀ ਪਾਣੀ ਭਰਦੀ ਆ, ਸੇਵਾ ਕਰਦੀ ਆ, ਉਹਦੇ ਦਰ ਤੇ ਆ ਕੇ ਉਹਨੂੰ ਕਿਉਂ ਮਾਣ ਦਿੱਤਾ ਆ, ਇਹ ਦੱਸਣਾ ਕਰੋ। ਮਹਾਰਾਜ ਦੱਸਦੇ ਹਨ ਉਹ ਮਾਂਗ ਸਵਾਰੈ ਬਿਖੈ ਕੋ। ਹਾਂ ਉਹ ਤੇ ਮਾਂਗ ਹੀ ਸਵਾਰਦੀ ਰਹਿੰਦੀ ਏ। ਸਾਧ ਸੰਗਤ ਜੀ ਸ਼ੀਸ਼ੇ ਵਿੱਚ ਵੇਖ ਵੇਖ ਕੇ ਉਹ ਮਾਂਗ ਸਵਾਰੈ ਬਿਖੈ ਕੋ। ਮਹਾਰਾਜ ਕਹਿੰਦੇ ਵਿਸ਼ੇ ਭੋਗਣ ਵਾਸਤੇ ਉਹ ਆਪਣੀ ਮਾਂਗ ਸਵਾਰਦੀ ਏ। ਕੇਵਲ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਾਂਗ ਹੀ ਸਵਾਰਦੀ ਏ। ਸਾਸ ਅੱਖਾਂ 'ਚ ਕੱਜਲ ਪਾ ਕੇ ਰੱਖਦੀ ਏ, ਗਲ ਵਿੱਚ ਹਾਰ ਪਾ ਕੇ ਰੱਖਦੀ ਏ, ਅਤਰ ਲਾ ਕੇ ਰੱਖਦੀ ਏ, ਸੁੰਦਰ ਬਣ ਕੇ ਰੱਖਦੀ ਏ, ਪਰ ਉਹ ਸਿਮਰੈ ਹਰ ਨਾਮ। ਹਾਂ ਰੱਬ ਦੇ ਪਿਆਰੇ ਦੀ ਦਾਸੀ ਤਾਂ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰਦੀ ਹੈ। ਇਉਂ ਮਹਾਰਾਜ ਜੀ ਦੱਸਦੇ ਨੇ ਐਡਾ ਵੱਡਾ ਫਰਕ ਹੈ। ਸਾਧ ਸੰਗਤ ਜੀ ਇੱਥੇ ਇਸਤਰੀਆਂ ਨੂੰ ਉਪਦੇਸ਼ ਮਹਾਰਾਜ ਜੀ ਨੇ, ਕਿਉਂਕਿ ਗੁਰੂ ਸਾਹਿਬ ਦਾ ਵਿੱਚ ਸਾਰਿਆਂ ਵਾਸਤੇ ਸਾਂਝਾ ਹੈ। ਇੱਥੇ ਧੀ ਪੁੱਤ ਸਾਰੀ ਬੈਠੇ ਮਹਾਰਾਜ ਦੇ ਚਰਨੀ। ਇਸੇ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਂਗ ਸਵਾਰੈ ਬਿਖੈ ਕੋ। ਉਹ ਤੇ ਮਾਂਗ ਸਵਾਰਦੀ ਏ ਸਾਧ ਸੰਗਤ ਜੀ, ਪੱਟੀਆਂ ਬਣਾ ਕੇ ਆਪਣੇ ਕੇਸਾਂ ਨੂੰ ਗੁੰਦਦੀ ਆਪਣੇ ਪਤੀ ਵਾਸਤੇ। ਸਾਧ ਸੰਗਤ ਜੀ ਬਿਖੈ ਕੋ ਕੇਵਲ ਵਿਸ਼ੇ ਭੋਗਣ ਵਾਸਤੇ, ਪਰ ਉਹ ਸਿਮਰੈ ਹਰ ਕੋ ਨਾਮ, ਉਹ ਸਿਮਰੈ ਹਰ ਨਾਮ।
ਰੱਬ ਦੇ ਪਿਆਰੇ ਦੀ ਦਾਸੀ ਤਾਂ ਜਿਹੜੀ ਕੇਵਲ ਪਾਣੀ ਹੀ ਭਰਦੀ ਹੈ, ਉਹ ਤੇ ਭਾਈ ਸੇਵਾ ਕਰਦੀ ਹੈ, ਪਰਮੇਸ਼ਰ ਦੇ ਨਾਮ ਨੂੰ ਕਹਿੰਦੀ ਹੈ। ਇਹ ਸਤਿਗੁਰਾਂ ਜੀ ਨੇ ਸਮਝਾਇਆ ਆ, ਇਸੇ ਪ੍ਰਕਾਰ ਸੇਵਾ ਕਰਨੀ ਚਾਹੀਦੀ। ਬੀਬੀਓ ਸੁਣ ਲਓ, ਤੁਹਾਨੂੰ ਕਹਿੰਦੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਪਸ਼ਟ ਕਹਿ ਰਹੇ ਨੇ, 1373 ਅੰਗ ਤੇ ਬਚਨ ਆਇਆ। ਤੁਹਾਨੂੰ ਕਹਿੰਦੇ ਮਹਾਰਾਜ ਸੇਵਾ ਕਰਿਆ ਕਰੋ। ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਮਹਾਰਾਜ ਦੀ ਕਥਾ ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤਾਂ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਮਹਾਰਾਜ ਜੀ ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਨਿਰਪ ਨਾਰੀ ਕਿਉ ਨਿੰਦੀਐ, ਕਿਉ ਹਰ ਚੇਰੀ ਕੋ ਮਾਨ। ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ,